ਮੁੜ ਤੋਂ ਐਸਜੀਪੀਸੀ ਨਾਲ ਸਵਾਲ ਚੁੱਕੇ ਹੈ ਕਾਂਗਰਸ ਤੇ ਕਿ ਕਾਂਗਰਸ ਮੁੜ ਤੋਂ ਸਿੱਖ ਪੰਥ ਦੇ ਵਿੱਚ ਦਖਲ ਅੰਦਾਜ਼ੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਦੇਖੋ ਗੌਰਵ ਜੀ, ਗੱਲ ਇਸ ਤਰ੍ਹਾਂ ਹੈ ਕਿ ਕਹਿਣ ਨੂੰ ਤਾਂ ਆਪਾਂ ਜੋ ਕੁਝ ਮਰਜ਼ੀ ਕਹੀ ਜਾਈਏ, ਲੇਕਿਨ ਮੈਂ ਇੱਕ ਗੱਲ ਕਲੀਅਰ ਕਰ ਦੇਣੀ ਚਾਹੁੰਦਾ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਨਾ ਕੋਈ ਦਖਲਅੰਦਾਜ਼ੀ ਪਹਿਲਾਂ ਸੀ, ਨਾ ਹੀ ਨਾ ਹੈ। ਤੁਸੀਂ ਕਹਿਤਾ ਕਿ ਇਹਨਾਂ ਦਾ ਰੋਲ ਜਿਹੜਾ ਬਹੁਤ ਵੱਡਾ ਰਿਹਾ, ਮਤਲਬ ਕਿ ਹੁਣ ਰਿਹਾ ਹੀ ਨਹੀਂ ਰਿਹਾ। ਹਾਂ, ਹੁਣ ਰਿਹਾ ਤੇ ਆ ਅੱਗੇ ਗੱਲ ਸੁਣ ਲਓ ਨਾ। ਨਹੀਂ, ਮੇਰੀ ਅੱਗੇ ਗੱਲ ਤਾਂ ਮੈਨੂੰ ਪੂਰੀ ਕਰ ਲੈਂਦੇ ਗੌਰਵ ਜੀ। ਫਿਰ ਤੁਸੀਂ ਜਵਾਬ ਦੇ ਦਿਓ। ਸੋਢੀ ਸਾਹਿਬ ਕਹਿੰਦੇ ਤੁਹਾਨੂੰ ਆਤਮ ਚਿੰਤਨ ਕਰਨ ਦੀ ਲੋੜ ਹੈ ਐਸਜੀਪੀਸੀ ਨੂੰ। ਦੇਖੋ ਗੌਰਵ ਜੀ, ਮੈਂ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ। ਹਾਂਜੀ ਠੀਕ ਹੈ। मैं सारी कौम ਨੂੰ ਕਮਿਊਨਿਟੀ ਨੇ ਇੱਕ ਗੱਲ ਕਲੀਅਰ ਕਰਨੀ ਚਾਹੁੰਦਾ। ਮੈਨੂੰ ਸੋਢੀ ਜੀ ਨੇ ਮੌਕਾ ਦੇ ਦਿੱਤਾ ਗੱਲ ਕਰਨ ਦਾ ਜੀ। ਇਹਨਾਂ ਨੇ ਆਪਣੀ ਗੱਲ ਕਰਦਿਆਂ ਕਹੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਪੰਜਾਬ ਸਰਕਾਰ ਤੋਂ ਵੱਡਾ ਹੈ। ਮੈਂ ਵੱਧ ਨਹੀਂ ਕਿਹਾ, ਮੈਂ ਕਿਹਾ ਕਿ ਸਰਕਾਰਾਂ ਵਾਂਗੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਵੱਡਾ ਬਜਟ ਹੈ। ਮੈਂ ਇਹ ਗੱਲ ਕਹੀ ਹੈ। ਕੀ ਤੁਸੀਂ ਬਤੌਰ ਕਾਂਗਰਸ ਸਪੋਕਸਪਰਸਨ ਇਹ ਗੱਲ ਓਪਨਲੀ ਕਹੋਗੇ ਕਿ ਕਾਂਗਰਸ ਪਾਰਟੀ ਰਾਜਸਥਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖਰੀ ਬਣਾਉਣ ਦੇ ਹੱਕ ਵਿੱਚ ਨਹੀਂ ਹੈ? देखो, फैसला लेना मेरे हाथ नहीं कर। आई एम नॉट द प्रेसिडेंट ऑफ पंजाब कांग्रेस ते ना ही मैं राजस्थान कांग्रेस का प्रधान है। सुनो ਕਾਂਗਰਸ ਮੁੜ ਤੋਂ ਕੋਸ਼ਿਸ਼ ਕਰ ਰਹੀ ਹੈ ਕਿ ਸਿੱਖ ਪੰਥ ਨੂੰ ਕਮਜ਼ੋਰ ਕੀਤਾ ਜਾਵੇ। ਅਜਿਹਾ ਇਸ ਕਰਕੇ ਕਿਉਂਕਿ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਾਹਿਬ, ਉਹਨਾਂ ਦਾ ਬਿਆਨ ਆਂਦਾ ਹੈ ਕਿ ਹੁਣ ਹਰਿਆਣੇ ਤੋਂ ਬਾਅਦ ਰਾਜਸਥਾਨ ਦੇ ਵਿੱਚ ਵੀ ਵੱਖਰੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਮੰਗ ਉੱਠ ਗਈ ਹੈ। ਸਾਬਕਾ ਪੰਜਾਬ ਦੇ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਇੱਕ ਡੈਲੀਗੇਸ਼ਨ ਦਾ ਹਿੱਸਾ ਬਣ ਕੇ ਅਸ਼ੋਕ ਗਹਿਲੋਤ ਰਾਜਸਥਾਨ ਦੇ ਸੀਐਮ ਸਾਹਿਬ ਨੂੰ ਮਿਲਦੇ ਆ ਤੇ ਉੱਥੇ ਜਾ ਕੇ ਇਹ ਗੱਲਾਂ ਹੁੰਦੀਆਂ ਨੇ ਕਿ ਰਾਜਸਥਾਨ ਦੇ ਵਿੱਚ ਵੀ ਵੱਖਰੀ ਕਮੇਟੀ ਬਣਾਈ ਜਾਏ। ਰਾਜਸਥਾਨ ਦੇ ਵਿੱਚ ਵੀ ਗੁਰੂ ਘਰਾਂ ਦੀ ਸੰਭਾਲ ਦੇ ਲਈ ਇੱਕ ਵੱਖਰੀ ਕਮੇਟੀ ਹੋਣੀ ਚਾਹੀਦੀ ਹੈ। ਸੋ ਐਸਜੀਪੀਸੀ ਦੇ ਸਿੱਧੇ ਤੌਰ ਤੇ ਇਲਜ਼ਾਮ ਕਾਂਗਰਸ ਤੇ ਹੈ। 1984 ਤੋਂ ਬਾਅਦ ਮੁੜ ਤੋਂ ਕਾਂਗਰਸ ਜਿਹੜੀ ਹੈਗੀ ਹੈ ਸਿੱਧੇ ਤੌਰ ਤੇ ਦਖਲਅੰਦਾਜ਼ੀ ਕਰ ਰਹੀ ਹੈ। ਗੁਰਧਾਮਾਂ ਗੁਰੂ ਘਰਾਂ ਦੇ ਵਿੱਚ ਸਿੱਧੇ ਤੌਰ ਤੇ ਇੰਟਰਫੇਰੈਂਸ ਦੀ ਗੱਲ ਜਿਹੜੀ ਹੈ ਧਾਮੀ ਸਾਹਿਬ ਨੇ ਕਹੀ ਹੈ। ਤੇ ਸਵਾਲ ਜਿਹੜੇ ਹੁਣ ਖੜੇ ਹੋ ਗਏ ਨੇ ਕਿਉਂਕਿ ਹਰਿਆਣੇ ਦੀ ਗੱਲ ਹਜੇ ਠੰਡੀ ਨਹੀਂ ਹੋਈ ਸੀਗੀ ਕਿ ਉੱਥੇ ਬੀਜੇਪੀ ਜਿਹੜੀ ਹੈ ਉਹ ਇੰਟਰਫੇਅਰ ਕਰ ਰਹੀ ਹੈ। ਹੁਣ ਕਾਂਗਰਸ ਦਾ ਨਾਂ ਆ ਰਿਹਾ ਹੈ ਕਿ ਰਾਜਸਥਾਨ ਦੇ ਵਿੱਚ ਵੱਖਰੀ ਕਮੇਟੀ ਬਣਾਈ ਜਾਏਗੀ। ਸੋ ਇੱਕ ਐਸਜੀਪੀਸੀ ਦੇ ਕਿੰਨੇ ਟੋਟੇ, ਸਵਾਲ ਇਹ ਹੈ ਕਮੇਟੀ ਇੱਕ ਹੈ ਸਿੱਖ ਪੰਥ ਦੀ, ਉਸ ਦੇ ਵੱਖ-ਵੱਖ ਸੂਬਿਆਂ 'ਚ ਕਿੰਨੇ ਟੋਟੇ ਹੋਣਗੇ? ਦਿੱਲੀ, ਹਰਿਆਣਾ, ਪੰਜਾਬ 'ਚ ਐਸਜੀਪੀਸੀ ਚੱਲ ਰਹੀ ਹੈ, ਵੱਖ-ਵੱਖ ਸੂਬਿਆਂ 'ਚ ਹੁਣ ਰਾਜਸਥਾਨ 'ਚ ਮੰਗ ਉੱਠ ਗਈ ਹੈ। ਕਿਹੜੀ ਥਾਂ ਤੇ? ਸਵਾਲ ਇਹ ਹੈ ਕਿ ਸਿੱਖ ਮਾਮਲੇ 'ਚ ਸਿਆਸੀ ਧਿਰਾਂ ਦਖਲਅੰਦਾਜ਼ੀ ਕਰ ਰਹੀਆਂ ਨੇ ਕਿ ਕਾਂਗਰਸ ਦੀ ਸਿੱਖ ਪੰਥ ਤੇ ਮੁੜ ਤੋਂ ਅੱਖ ਜਿਹੜੀ ਹੈ ਟਿਕ ਗਈ ਹੈ। ਸਵਾਲ ਇਹ ਹੈ ਐਸਜੀਪੀਸੀ ਨੇ ਕਾਂਗਰਸ ਤੇ ਇਹ ਇਲਜ਼ਾਮ ਜਿਹੜੇ ਨੇ ਕਾਫੀ ਗੰਭੀਰ ਨੇ, ਇਹ ਕਿਉਂ ਲਗਾਏ ਤੇ ਕਿ ਰਾਜਸਥਾਨ ਦੇ ਵਿੱਚ ਵੀ ਹਰਿਆਣਾ ਦੀ ਤਰਜ਼ ਤੇ ਵੱਖਰੀ ਕਮੇਟੀ ਬਣੇਗੀ? ਬਹੁਤ ਵੱਡਾ ਸਵਾਲ ਹੈਗਾ ਸਿੱਖ ਪੰਥ ਦੇ ਨਾਲ ਜੁੜਿਆ ਹੋਇਆ ਬਹੁਤ ਵੱਡਾ ਸਵਾਲ ਕਿ ਹੁਣ ਰਾਜਸਥਾਨ 'ਚ ਵੀ ਕਮੇਟੀ ਬਣੇਗੀ। ਅਜੇ ਤਾਂ ਝਿੰਡਾ ਸਾਹਿਬ, ਦਾਦੂਵਾਲ ਸਾਹਿਬ ਹਰਿਆਣੇ ਦੀ ਕਮੇਟੀ ਨੂੰ ਲੈ ਕੇ ਗੱਲਾਂ ਕਰਦੇ ਸੀਗੇ, ਹੁਣ ਸਵਾਲ ਰਾਜਸਥਾਨ ਵਾਲੇ ਪਾਸੇ ਤੁਰ ਪਿਆ। ਇੱਕ ਛੋਟੀ ਜਿਹੀ ਰਿਪੋਰਟ ਵੇਖਦੇ ਹਾਂ। ਇਹ ਤਸਵੀਰ ਬਹੁਤ ਹੀ ਅਹਿਮ ਤਸਵੀਰ ਹੈ ਜਿਸ ਦੇ ਵਿੱਚ ਰਾਜਸਥਾਨ ਦੇ ਸੀਐਮ ਨੇ, ਸੁਖਜਿੰਦਰ ਰੰਧਾਵਾ ਨੇ, ਹਰਦੀਪ ਸਿੰਘ ਡਿਬਡਬਾ, ਹੋਰ ਕਈ ਆਗੂ ਖੜੇ ਨਜ਼ਰ ਆ ਰਹੇ ਨੇ। ਇਸ ਮੁਲਾਕਾਤ ਦਾ ਵਿਸ਼ਾ ਸੀ ਰਾਜਸਥਾਨ ਦੇ ਵਿੱਚ ਹਰਿਆਣਾ ਅਤੇ ਦਿੱਲੀ ਦੀ ਤਰਜ਼ ਤੇ ਵੱਖਰੀ ਕਮੇਟੀ ਬਣਾਉਣ ਦਾ, ਜਿਸ ਨੂੰ ਲੈ ਕੇ ਮੁਲਾਕਾਤ ਕੀਤੀ ਗਈ। ਕਿਸਾਨ ਆਗੂ ਡਿਬਡਬਾ ਨੇ ਮੰਗ ਕੀਤੀ ਕਿ ਰਾਜਸਥਾਨ ਦੇ ਸਿੱਖਾਂ ਨੂੰ ਵੱਖਰੀ ਕਮੇਟੀ ਚਾਹੀਦੀ ਹੈ। ਰਾਜਸਥਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਜਿਹੜੀ ਆ ਉਹ ਚੱਲ ਰਹੀ ਹੈ ਅੱਜ ਕੱਲ੍ਹ। ਰਾਜਸਥਾਨ ਸਰਕਾਰ ਤੋਂ ਸਾਡੀ ਜਿਹੜੀ 20 ਸਾਲ ਪੁਰਾਣੀ ਮੰਗ ਹੈ ਉਸ 'ਤੇ ਇੱਕ ਵਾਰ ਫਿਰ ਅਸੀਂ ਦੁਬਾਰਾ ਰਾਜਸਥਾਨ ਦੇ ਮੁੱਖ ਮੰਤਰੀ ਨੂੰ ਕਿਹਾ ਕਿ ਸਾਨੂੰ ਸਿੱਖਾਂ ਦੀ ਕਮੇਟੀ ਬਣਾਈ ਜਾਵੇ। ਇਸ ਮੁਲਾਕਾਤ ਤੋਂ ਬਾਅਦ ਹੁਣ ਐਸਜੀਪੀਸੀ ਨੇ ਸਵਾਲ ਖੜੇ ਕੀਤੇ ਨੇ। ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਾਂਗਰਸ ਤੇ ਵੱਡਾ ਇਲਜ਼ਾਮ ਲਾਉਂਦਿਆਂ ਐਸਜੀਪੀਸੀ ਦੇ ਕੰਮਾਂ ਦੇ ਵਿੱਚ ਦਖਲ ਦਾ ਇਲਜ਼ਾਮ ਲਾਇਆ ਹੈ ਅਤੇ ਹਰਿਆਣਾ ਕਮੇਟੀ ਵਿੱਚ ਫੁੱਟ ਦੀ ਉਦਾਹਰਨ ਦਿੰਦਿਆਂ ਧਾਮੀ ਨੇ ਕਿਹਾ ਕਿ ਆਖਿਰ ਸਿੱਖਾਂ ਦੇ ਵਿੱਚ ਪਾੜ ਕਿਉਂ ਪਾਇਆ ਜਾ ਰਿਹਾ ਹੈ। ਕਾਂਗਰਸ ਜਮਾਤ ਹਮੇਸ਼ਾ ਹੀ, ਮੈਂ ਸਮਝਦਾ, ਸਿੱਖਾਂ ਦੇ ਹਰ ਇੱਕ ਧਰਮ ਦੇ ਵਿੱਚ, ਹਰ ਇੱਕ ਕਾਰਜ ਦੇ ਵਿੱਚ ਦਖਲਅੰਦਾਜ਼ੀ ਕਰਦੀ ਆ ਔਰ ਕਰਦੀ ਵੀ ਰਹੀ ਤੇ ਕਰ ਵੀ ਰਹੀ ਆ। ਪਹਿਲਾਂ 2014 ਦੇ ਵਿੱਚ ਇਹਨੇ ਹਰਿਆਣਾ ਕਮੇਟੀ ਦਾ ਐਕਟ ਵੱਖਰਾ ਬਣਾਤਾ। ਹੁਣ ਜਿਹੜੀ ਲੇਟੈਸਟ ਇਹ ਕੱਲ੍ਹ ਆਪਣੇ ਚੀਫ ਮਿਨਿਸਟਰ
ਸ਼੍ਰੀ ਅਸ਼ੋਕ ਗਹਿਲੋਤ ਨੂੰ ਇਸ ਡਿਪਟੀ ਸੀਐਮ ਐਕਸ ਡਿਪਟੀ ਸੀਐਮ ਸੁਖਜਿੰਦਰ ਸਿੰਘ ਜਾ ਕੇ ਮਿਲ ਕੇ ਆਉਂਦਾ ਕਿ ਰਾਜਸਥਾਨ ਦੇ ਵਿੱਚ ਵੀ ਗੁਰਦੁਆਰਾ ਕਮੇਟੀ ਵੱਖਰੀ ਬਣਾਈ ਜਾਵੇ। ਇਹ ਮੁਲਾਕਾਤ ਹੋਰ ਵੀ ਅਹਿਮ ਹੋ ਜਾਂਦੀ ਹੈ ਕਿਉਂਕਿ ਰਾਜਸਥਾਨ ਦੇ ਸਿੱਖ ਆਗੂਆਂ ਦੇ ਨਾਲ ਇਸ ਮੁਲਾਕਾਤ ਦੇ ਵਿੱਚ ਪੰਜਾਬ ਦੇ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਵੀ ਸ਼ਾਮਲ ਸੀ। ਸੋ ਸਵਾਲ ਖੜੇ ਹੋ ਜਾਂਦੇ ਨੇ ਕਿ ਆਖਰ ਐਸਜੀਪੀਸੀ ਤੋਂ ਅਲੱਗ ਕਮੇਟੀ ਦੀ ਜ਼ਰੂਰਤ ਕਿਉਂ? ਕੀ ਹੁਣ ਹਰ ਸੂਬੇ ਦੀ ਅਲੱਗ ਗੁਰਦੁਆਰਾ ਕਮੇਟੀ ਬਣੇਗੀ? ਜੇ ਬਣੇਗੀ ਤਾਂ ਆਖਰ ਇਸ ਦੀ ਲੋੜ ਕਿਉਂ ਪਈ ਕਿ ਵੱਖ-ਵੱਖ ਸੂਬਿਆਂ ਦੇ ਸਿੱਖ ਆਗੂ ਆਪਣੇ ਸੂਬੇ ਦੀ ਵੱਖ ਕਮੇਟੀ ਬਣਾਉਣ? ਇਹ ਸਵਾਲ ਸਾਡਾ ਹੈ, ਇਹ ਸਵਾਲ ਤੁਹਾਡਾ ਹੈ, ਇਹ ਸਵਾਲ ਪੰਜਾਬ ਦਾ ਹੈ। ਅੰਮ੍ਰਿਤਸਰ ਤੋਂ ਮਨਜਿੰਦਰ ਸਿੰਘ ਦੇ ਨਾਲ ਨਿਊਜ਼ ਡੈਸਕ ਰਿਪੋਰਟ, ਲਿਵਿੰਗ ਇੰਡੀਆ ਨਿਊਜ਼। ਇਹੀ ਸਵਾਲ ਅੱਜ ਸਭ ਤੋਂ ਵੱਡਾ ਸਵਾਲ ਹੈ ਕਿ ਸਿੱਖ ਪੰਥ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਐਸਜੀਪੀਸੀ ਤੋਂ ਬਾਅਦ ਕੀ ਵੱਖਰੀ ਕਮੇਟੀਆਂ ਦੀ, ਸੂਬਾ ਪੱਧਰੀ ਕਮੇਟੀਆਂ ਦੀ ਲੋੜ ਹੈਗੀ ਹੈ ਉਹਨਾਂ ਦੇ ਰੱਖ ਰਖਾਵ ਦੇ ਲਈ, ਗੁਰੂ ਘਰਾਂ ਦੀ ਸਾਂਭ ਸੰਭਾਲ ਦੇ ਲਈ, ਕੀ ਅੱਜ ਵੱਖਰੀ ਕਮੇਟੀਆਂ ਦੀ ਲੋੜ ਹੈ? ਪੂਰਾ ਮਾਮਲਾ ਕੀ ਹੈ ਤੁਸੀਂ ਉਹ ਵੀ ਸਮਝੋ। 30 ਦਸੰਬਰ 2022 ਨੂੰ ਸੀਐਮ ਦੇ ਨਾਲ ਮੁਲਾਕਾਤ ਕੀਤੀ ਰਾਜਸਥਾਨ ਦੇ ਅਸ਼ੋਕ ਗਹਿਲੋਤ ਸਾਹਿਬ ਜਿਹੜੇ ਮੁੱਖ ਮੰਤਰੀ ਨੇ। ਇਸ ਡੈਲੀਗੇਸ਼ਨ ਨੇ ਵਫਦ ਦੇ ਵਿੱਚ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਵੀ ਸ਼ਾਮਿਲ ਹੈਗੇ ਹੈ। ਤਸਵੀਰਾਂ ਤੁਸੀਂ ਵੇਖ ਰਹੇ ਹੋ, ਇਸ ਕਰਕੇ ਕਾਂਗਰਸ ਦੇ ਉੱਪਰ ਸਵਾਲ ਖੜੇ ਹੋ ਗਏ। ਵਫਦ ਦੇ ਵਿੱਚ ਕਿਸਾਨ ਆਗੂ ਹਰਦੀਪ ਸਿੰਘ ਡਿਬਡਿਬਾ ਵੀ ਸ਼ਾਮਿਲ ਨੇ। ਇਹਨਾਂ ਨੇ ਇੱਕ ਵੱਖਰੇ ਤੌਰ ਤੇ ਕਮੇਟੀ ਵੀ ਉੱਥੇ ਬਣਾਈ ਹੋਈ ਹੈ, ਉਹਨਾਂ ਤੋਂ ਵੀ ਜਾਣਾਂਗੇ, ਨਾਲ ਆਪਣੇ ਜੁੜਨਗੇ। ਐਸਜੀਪੀਸੀ ਨੇ ਕਾਂਗਰਸ ਤੇ ਇਲਜ਼ਾਮ ਲਗਾਏ ਕਿਉਂਕਿ ਸਰਕਾਰ ਉੱਥੇ ਕਾਂਗਰਸ ਦੀ ਹੈਗੀ ਹੈ, ਇੱਥੋਂ ਵੀ ਨੁਮਾਇੰਦਗੀ ਹੁੰਦੀ ਹੈ। ਅੱਗੇ ਵਧਦੇ ਸਿੱਖਾਂ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਸਿੱਧੇ ਤੌਰ ਤੇ ਦਖਲਅੰਦਾਜ਼ੀ ਹੈ, ਇਹ ਐਸਜੀਪੀਸੀ ਦਾ ਕਹਿਣਾ ਹੈਗਾ। ਧਾਮੀ ਸਾਹਿਬ ਦਾ ਬਿਆਨ ਜਿਹੜਾ ਤੁਸੀਂ ਹੁਣੇ ਸੁਣਿਆ। ਸੋ ਰਾਜਸਥਾਨ ਦੇ ਵਿੱਚ ਸਿੱਖਾਂ ਦੀਆਂ ਹੋਰ ਮੰਗਾਂ ਵੀ ਨੇ ਕਿ ਰਾਜਸਥਾਨ ਦੇ ਇਤਿਹਾਸਕ ਗੁਰੂ ਘਰਾਂ ਦੀ ਸੰਭਾਲ ਕਰਨ ਦੀ ਲੋੜ ਹੈਗੀ ਹੈ, ਕੋਈ ਧਿਆਨ ਨਹੀਂ ਦੇ ਰਿਹਾ। ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿੱਚ ਸਿੱਖ ਇਤਿਹਾਸ ਜਿਹੜਾ ਆ ਉਹ ਪੜਾਇਆ ਜਾਵੇ, ਜੋ ਅਜੇ ਨਹੀਂ ਪੜਾਇਆ ਜਾ ਰਿਹਾ। ਇਹ ਉਹਨਾਂ ਦੀ ਮੰਗ ਹੈਗੀ ਹੈ। ਸਕੂਲਾਂ ਕਾਲਜਾਂ ਦੇ ਵਿੱਚ ਗੁਰਮੁਖੀ ਪੜਾਈ ਜਾਵੇ, ਪੰਜਾਬੀ ਭਾਸ਼ਾ ਪੜਾਈ ਜਾਵੇ, ਉਹ ਅਜੇ ਨਹੀਂ ਪੜਾਈ ਜਾ ਰਹੀ, ਪ੍ਰਾਇੋਰਟੀ ਨਹੀਂ ਹੈ ਸਰਕਾਰ ਦੀ। ਸਕੂਲਾਂ ਕਾਲਜਾਂ ਦੇ ਵਿੱਚ ਪੰਜਾਬੀ ਅਧਿਆਪਕਾਂ ਦੀ ਨਿਯੁਕਤੀ ਹੋਵੇ, ਅਧਿਆਪਕ ਹੋਣਗੇ ਤਾਂ ਹੀ ਤਾਂ ਪੰਜਾਬੀ ਤੇ ਗੁਰਮੁਖੀ ਪੜਾਉਣਗੇ, ਇਸ ਉਹਨਾਂ ਦੀ ਮੰਗ ਹੈਗੀ ਹੈ। ਰਾਜਸਥਾਨ 'ਚ ਸਿੱਖਾਂ ਦੀ ਸਿਆਸੀ ਹਿੱਸੇਦਾਰੀ ਯਕੀਨੀ ਬਣਾਈ ਜਾਵੇ, ਇਹ ਮਸਲਾ ਜਿਹੜਾ ਬੜਾ ਅਹਿਮ ਹੈਗਾ। ਸਿਆਸੀ ਹਿੱਸੇਦਾਰੀ ਕਿਵੇਂ ਯਕੀਨੀ ਬਣਾਈ ਜਾ ਸਕਦੀ ਹੈ? ਪੰਜਾਬੀ ਅਕਾਦਮੀ ਤੇ ਸਿੱਖ ਬੋਰਡ ਦੀ ਸਥਾਪਨਾ ਕੀਤੀ ਜਾਵੇ, ਇਹ ਡੈਲੀਗੇਸ਼ਨ ਦੀਆਂ ਮੰਗਾਂ ਸੀਗੀਆਂ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਸਾਹਿਬ ਨੂੰ। ਇਸੇ ਦੇ ਉੱਪਰ ਚਰਚਾ ਕਰਨੀ ਹੈ। ਖਾਸ ਤੌਰ ਤੇ ਮਹਿਮਾਨ ਜੁੜ ਗਏ ਨੇ ਜਗਬੀਰ ਸਿੰਘ ਸੋਖੀ ਸਾਹਿਬ ਐਸਜੀਪੀਸੀ ਤੋਂ, ਨਰਿੰਦਰ ਸੰਧੂ ਸਾਹਿਬ ਕਾਂਗਰਸ ਪਾਰਟੀ ਤੋਂ, ਦਿਆਲ ਸਿੰਘ ਸੋਢੀ ਸਾਹਿਬ ਭਾਰਤੀ ਜਨਤਾ ਪਾਰਟੀ ਤੋਂ, ਹਰਦੀਪ ਸਿੰਘ ਡਿਬਡਿਬਾ ਜੀ ਕਿਸਾਨ ਆਗੂ ਨੇ ਰਾਜਸਥਾਨ ਤੋਂ ਜੁੜ ਰਹੇ ਨੇ, ਬਲਜੀਤ ਸਿੰਘ ਦਾਦੂਵਾਲ ਸਾਹਿਬ ਵੀ ਜੁੜਨਗੇ, ਸਾਬਕਾ ਪ੍ਰਧਾਨ ਨੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ। ਸੋ ਅੱਜ ਚਰਚਾ ਇਸੇ ਦੇ ਉੱਪਰ ਹੀ ਕਰਨੀ ਹੈ ਕਿ ਕਿਸ ਤਰੀਕੇ ਦੇ ਨਾਲ ਸਿੱਖ ਪੰਥ ਦੇ ਲੋਕ ਸਮਝਣ ਕਿ ਹੁਣ ਰਾਜਸਥਾਨ ਦੇ ਵਿੱਚ ਵੱਖਰੀ ਕਮੇਟੀ ਬਣੇਗੀ। ਹਰਿਆਣੇ ਤੋਂ ਬਾਅਦ ਹਰਿਆਣੇ ਦਾ ਮਸਲਾ ਅਜੇ ਤੱਕ ਜਿਹੜਾ ਸੁਲਝਿਆ ਨਹੀਂ ਹੈ। ਸੁਪਰੀਮ ਕੋਰਟ ਦੇ ਆਰਡਰ ਤੋਂ ਬਾਅਦ ਚਿੰਡਾ ਸਾਹਿਬ ਮੁੜ ਤੋਂ ਅਕਾਲ ਤਖਤ ਸਾਹਿਬ ਉੱਥੇ ਪੇਸ਼ ਹੋਏ ਨੇ। ਪੇਸ਼ ਹੋਣ ਤੋਂ ਬਾਅਦ ਉਹਨਾਂ ਨੇ ਆਪਣੀ ਇੱਕ ਵੱਖਰੀ ਹੀ ਕਮੇਟੀ ਦੀ ਜਿਹੜੀ ਹੈ ਮਾਨਤਾ ਦੇ ਲਈ ਜਿਹੜੀ ਹੈ ਦਰਖਾਸਤ ਕੀਤੀ ਹੈ ਅਕਾਲ ਤਖਤ ਸਾਹਿਬ ਤੇ ਕਿ ਉਹਨਾਂ ਦੀ ਜਿਹੜੀ ਕਮੇਟੀ ਹੈ ਉਸ ਨੂੰ ਮਾਨਤਾ ਦਿੱਤੀ ਜਾਵੇ, ਉਹ ਵੱਖਰੇ ਤੌਰ ਤੇ ਚਲਾਉਣਗੇ ਕਿਉਂਕਿ ਐਡਹੌਕ ਕਮੇਟੀ ਹਰਿਆਣਾ ਦੇ ਵਿੱਚ ਐਗਜ਼ਿਸਟ ਕਰ ਰਹੀ ਹੈ ਜਿਹੜੀ ਕਿ ਸਰਕਾਰ ਨੇ ਬਣਾਈ ਹੈ 1.5 ਸਾਲ ਦੇ ਲਈ, ਤਦ ਤੱਕ ਨਵੀਂ ਚੋਣਾਂ ਹੋਣ। ਪਰ ਦੂਜੇ ਪਾਸੇ ਇਹੀ ਮਾਮਲਾ ਜਿਹੜਾ ਹੈਗਾ ਹੁਣ ਰਾਜਸਥਾਨ ਦੇ ਵਿੱਚ ਵੀ ਗਰਮਾ ਗਿਆ ਹੈ। ਸੋ ਐਸਜੀਪੀਸੀ ਦਾ ਵੱਡਾ ਇਲਜ਼ਾਮ ਹੈ, ਇੱਕ ਪਾਸੇ ਬੀਜੇਪੀ ਜਿਹੜੀ ਹੈ ਸਿੱਖ ਪੰਥ ਦੇ ਵਿੱਚ ਘੁਸਪੈਠ ਕਰ ਰਹੀ ਹੈ, ਉਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਤਾਂ ਦੂਜੇ ਪਾਸੇ ਰਾਜਸਥਾਨ ਦੇ ਵਿੱਚ ਵੀ ਅਜਿਹਾ ਹੀ ਆਲਮ ਦਿਖਾਈ ਦੇ ਰਿਹਾ ਹੈ। ਰਾਜਸਥਾਨ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ, ਸੋ ਕਾਂਗਰਸ ਜਿਹੜੀ ਹੈ ਉਹ ਵੀ ਅਜਿਹੇ ਇਰਾਦਿਆਂ ਦੇ ਨਾਲ ਕੰਮ ਕਰ ਰਹੀ ਹੈ। ਇਹ ਤਸਵੀਰ ਬਹੁਤ ਹੀ ਅਹਿਮ ਤਸਵੀਰ ਹੈ ਜਿਸ ਦੇ ਵਿੱਚ ਰਾਜਸਥਾਨ ਦੇ ਸੀਐਮ ਨੇ ਸੁਖਜਿੰਦਰ ਰੰਧਾਵਾ ਨੇ, ਹਰਦੀਪ ਸਿੰਘ ਡਿਬਡਿਬਾ ਹੋਰ ਕਈ ਆਗੂ ਖੜੇ ਨਜ਼ਰ ਆ ਰਹੇ ਨੇ। ਇਸ ਮੁਲਾਕਾਤ ਦਾ ਵਿਸ਼ਾ ਸੀ ਰਾਜਸਥਾਨ ਦੇ ਵਿੱਚ ਹਰਿਆਣਾ ਅਤੇ ਦਿੱਲੀ ਦੀ ਤਰਜ਼ ਤੇ ਵੱਖਰੀ ਕਮੇਟੀ ਬਣਾਉਣ ਦਾ, ਜਿਸ ਨੂੰ ਲੈ ਕੇ ਮੁਲਾਕਾਤ ਕੀਤੀ ਗਈ। ਕਿਸਾਨ ਆਗੂ ਡਿਬਡਿਬਾ ਨੇ ਮੰਗ ਕੀਤੀ ਕਿ ਰਾਜਸਥਾਨ ਦੇ ਸਿੱਖਾਂ ਨੂੰ ਵੱਖਰੀ ਕਮੇਟੀ ਚਾਹੀਦੀ ਹੈ। ਰਾਜਸਥਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਜਿਹੜੀ ਆ ਉਹ ਚੱਲ ਰਹੀ ਹੈ ਅੱਜ ਕੱਲ੍ਹ। ਰਾਜਸਥਾਨ ਸਰਕਾਰ ਤੋਂ ਸਾਡੀ ਜਿਹੜੀ 20 ਸਾਲ ਪੁਰਾਣੀ ਮੰਗ ਹੈ ਉਸ 'ਤੇ ਇੱਕ ਵਾਰ ਫਿਰ ਅਸੀਂ ਦੁਬਾਰਾ ਰਾਜਸਥਾਨ ਦੇ ਮੁੱਖ ਮੰਤਰੀ ਨੂੰ ਕਿਹਾ ਕਿ ਸਾਨੂੰ ਸਿੱਖਾਂ ਦੀ ਕਮੇਟੀ ਬਣਾਈ ਜਾਵੇ। ਇਸ ਮੁਲਾਕਾਤ ਤੋਂ ਬਾਅਦ ਹੁਣ ਐਸਜੀਪੀਸੀ ਨੇ ਸਵਾਲ ਖੜੇ ਕੀਤੇ ਨੇ। ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਾਂਗਰਸ ਤੇ ਵੱਡਾ ਇਲਜ਼ਾਮ ਲਾਉਂਦਿਆਂ ਐਸਜੀਪੀਸੀ ਦੇ ਕੰਮਾਂ ਦੇ ਵਿੱਚ ਦਖਲ ਦਾ ਇਲਜ਼ਾਮ ਲਾਇਆ ਹੈ ਅਤੇ ਹਰਿਆਣਾ ਕਮੇਟੀ ਵਿੱਚ ਫੁੱਟ ਦੀ ਉਦਾਹਰਨ ਦਿੰਦਿਆਂ ਧਾਮੀ ਨੇ ਕਿਹਾ ਕਿ ਆਖਿਰ ਸਿੱਖਾਂ ਦੇ ਵਿੱਚ ਪਾੜ ਕਿਉਂ ਪਾਇਆ ਜਾ ਰਿਹਾ ਹੈ। ਕਾਂਗਰਸ ਜਮਾਤ ਹਮੇਸ਼ਾ ਹੀ ਮੈਂ ਸਮਝਦਾ ਸਿੱਖਾਂ ਦੇ ਹਰ ਇੱਕ ਧਰਮ ਦੇ ਵਿੱਚ ਹਰ ਇੱਕ ਕਾਰਜ ਦੇ ਵਿੱਚ ਦਖਲਅੰਦਾਜ਼ੀ ਕਰਦੀ ਆ ਔਰ ਕਰਦੀ ਵੀ ਰਹੀ ਤੇ ਕਰ ਵੀ ਰਹੀ ਆ। ਪਹਿਲਾਂ 2014 ਦੇ ਵਿੱਚ ਇਹਨੀ ਹਰਿਆਣਾ ਕਮੇਟੀ ਦਾ ਐਕਟ ਵੱਖਰਾ ਬਣਾਤਾ। ਆ ਹੁਣ ਜਿਹੜੀ ਲੇਟੈਸਟ ਇਹ ਕੱਲ ਆਪਣੇ ਚੀਫ ਮਿਨਿਸਟਰ
ਸ਼੍ਰੀ ਅਸ਼ੋਕ ਗਹਿਲੋਤ ਨੂੰ ਇਹ ਡਿਪਟੀ ਸੀਐਮ ਐਕਸ ਡਿਪਟੀ ਸੀਐਮ ਸੁਖਜਿੰਦਰ ਸਿੰਘ ਜਾ ਕੇ ਮਿਲ ਕੇ ਆਉਂਦਾ ਕਿ ਰਾਜਸਥਾਨ ਦੇ ਵਿੱਚ ਵੀ ਗੁਰਦੁਆਰਾ ਕਮੇਟੀ ਵੱਖਰੀ ਬਣਾਈ ਜਾਵੇ। ਇਹ ਮੁਲਾਕਾਤ ਹੋਰ ਵੀ ਅਹਿਮ ਹੋ ਜਾਂਦੀ ਹੈ ਕਿਉਂਕਿ ਰਾਜਸਥਾਨ ਦੇ ਸਿੱਖ ਆਗੂਆਂ ਦੇ ਨਾਲ ਇਸ ਮੁਲਾਕਾਤ ਦੇ ਵਿੱਚ ਪੰਜਾਬ ਦੇ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਵੀ ਸ਼ਾਮਲ ਸੀ। ਸੋ ਸਵਾਲ ਖੜੇ ਹੋ ਜਾਂਦੇ ਨੇ ਕਿ ਆਖਰ ਐਸਜੀਪੀਸੀ ਤੋਂ ਅਲੱਗ ਕਮੇਟੀ ਦੀ ਜ਼ਰੂਰਤ ਕਿਉਂ? ਕੀ ਹੁਣ ਹਰ ਸੂਬੇ ਦੀ ਅਲੱਗ ਗੁਰਦੁਆਰਾ ਕਮੇਟੀ ਬਣੇਗੀ? ਜੇ ਬਣੇਗੀ ਤਾਂ ਆਖਰ ਇਸ ਦੀ ਲੋੜ ਕਿਉਂ ਪਈ ਕਿ ਵੱਖ-ਵੱਖ ਸੂਬਿਆਂ ਦੇ ਸਿੱਖ ਆਗੂ ਆਪਣੇ ਸੂਬੇ ਦੀ ਵੱਖ ਕਮੇਟੀ ਬਣਾਉਣ? ਇਹ ਸਵਾਲ ਸਾਡਾ ਹੈ, ਇਹ ਸਵਾਲ ਤੁਹਾਡਾ ਹੈ, ਇਹ ਸਵਾਲ ਪੰਜਾਬ ਦਾ ਹੈ। ਅੰਮ੍ਰਿਤਸਰ ਤੋਂ ਮਨਜਿੰਦਰ ਸਿੰਘ ਦੇ ਨਾਲ ਨਿਊਜ਼ ਡੈਸਕ ਰਿਪੋਰਟ, ਲਿਵਿੰਗ ਇੰਡੀਆ ਨਿਊਜ਼। ਇਹ ਸਵਾਲ ਪੰਜਾਬ ਦਾ ਹੈ, ਇਹ ਸਵਾਲ ਸਿੱਖ ਪੰਥ ਦਾ ਹੈ ਕਿ ਜੋ ਸਵਾਲ ਅੱਜ ਖੜੇ ਹੋ ਰਹੇ ਆ ਉਹਨਾਂ ਦੇ ਜਵਾਬ ਚਾਹੀਦੇ ਆ। ਕਿਸ ਤਰੀਕੇ ਦੇ ਨਾਲ ਸਮਝੀਏ ਕਿ ਇੱਕ ਵੱਖਰੀ ਕਮੇਟੀ ਹੁਣ ਰਾਜਸਥਾਨ ਦੇ ਵਿੱਚ ਵੀ ਬਣੇਗੀ? ਦਿਆਲ ਸਿੰਘ ਸੋਢੀ ਸਾਹਿਬ, ਹਰਿਆਣੇ ਦੀ ਜਦੋਂ ਗੱਲ ਆਉਂਦੀ ਹੈ ਤੇ ਸਵਾਲ ਤੁਹਾਡੇ ਵਾਲੇ ਪਾਸੇ ਆ ਜਾਂਦੇ ਆ ਕਿ ਸੋਢੀ ਸਾਹਿਬ ਬੀਜੇਪੀ ਜਿਹੜੀ ਹੈਗੀ ਹੈ ਸਿੱਖ ਪੰਥ ਦੇ ਵਿੱਚ ਘੁਸਪੈਠ ਕਰ ਰਹੀ ਹੈ, ਸਿੱਖ ਪੰਥ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਇਲਜ਼ਾਮ ਤੁਹਾਡੇ ਤੇ ਲੱਗਦੇ, ਅੱਜ ਚਲੋ ਕਾਂਗਰਸ ਤੇ ਵੀ ਲੱਗ ਗਏ। ਤੁਹਾਡੇ ਵਾਲੇ ਇਲਜ਼ਾਮਾਂ ਦੇ ਅਜੇ ਜਵਾਬ ਪੂਰੇ ਵੀ ਨਹੀਂ ਹੋਏ ਸੀਗੇ। ਉੱਥੇ ਦੀ ਕਮੇਟੀ ਜਿਹੜੀ ਹੈਗੀ ਐਡ ਹੌਕ ਤੁਸੀਂ ਬਣਾਤੀ, ਪਰ ਸਿਆਸੀ ਦਖਲਅੰਦਾਜ਼ੀ ਜਿਹੜੀ ਹੈਗੀ ਹੈ ਉਹ ਸਾਫ਼ ਤੌਰ ਤੇ ਧਾਮੀ ਸਾਹਿਬ ਕਹਿੰਦੇ ਦਿਖਾਈ ਦੇ ਰਹੀ ਹੈ ਐਸਜੀਪੀਸੀ ਦੇ ਵਿੱਚ। ਦੇਖੋ ਗੌਰਵ ਜੀ, ਗੱਲ ਇਸ ਤਰ੍ਹਾਂ ਹੈ ਕਿ ਕਹਿਣ ਨੂੰ ਤਾਂ ਆਪਾਂ ਜੋ ਕੁਝ ਮਰਜ਼ੀ ਕਹੀ ਜਾਈਏ, ਲੇਕਿਨ ਮੈਂ ਇੱਕ ਗੱਲ ਕਲੀਅਰ ਕਰ ਦੇਣੀ ਚਾਹੁੰਦਾ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਨਾ ਕੋਈ ਦਖਲਅੰਦਾਜ਼ੀ ਪਹਿਲਾਂ ਸੀ, ਨਾ ਹੋਈ, ਨਾ ਹੈ। ਮੈਂ ਇਹ ਗੱਲ ਕਲੀਅਰ ਕਰ ਦੇਣਾ ਚਾਹੁੰਦਾ ਹੈ। ਮੈਂ ਵੀ ਭਾਰਤੀ ਜਨਤਾ ਪਾਰਟੀ ਦਾ ਇੱਕ ਮੇਨ ਪੰਜਾਬ ਦਾ ਵਾਈਸ ਸੀਨੀਅਰ ਉਪ ਪ੍ਰਧਾਨ ਹੈ। ਕੋਈ ਕਿਤੇ ਅਜਿਹੀ ਗੱਲ ਨਹੀਂ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਦਖਲਅੰਦਾਜ਼ੀ ਹੋਵੇ। ਲੇਕਿਨ ਜਿਹੜੀ ਇਹ ਗੱਲ ਬਣ ਰਹੀ ਹੈ ਅਲੱਗ-ਅਲੱਗ ਸੂਬਿਆਂ ਦੇ ਵਿੱਚ, ਇਹਦਾ ਜਿਹੜਾ ਕਾਰਨ ਹੈ ਜਾਂ ਇਹਦੀ ਜਿਹੜੀ ਪੜਚੋਲ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਰਨੀ ਚਾਹੀਦੀ ਹੈ ਕਿ ਸਾਡੇ ਵਿੱਚ ਕੀ ਕਮੀਆਂ ਰਹੀਆਂ ਨੇ ਜਾਂ ਕੀ ਇਹੋ ਜਿਹੀ ਗੱਲ ਹੋਈ ਹੈ ਕਿ ਜਿਹਦੇ ਕਾਰਨ ਵੱਖ-ਵੱਖ ਸੂਬਿਆਂ ਦੇ ਵਿੱਚ ਰਹਿਣ ਵਾਲੇ ਜਿਹੜੇ ਸਿੱਖ ਭਰਾ ਨੇ ਉਹ ਆਪਣੇ ਸੂਬੇ ਦੇ ਲਈ ਵੱਖਰੀ ਸ਼੍ਰੋਮਣੀ ਕਮੇਟੀ ਦੀ ਮੰਗ ਕਿਉਂ ਕਰ ਰਹੇ ਨੇ। ਇਹ ਇੱਕ ਸਮਝਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਦਾ ਬਹੁਤ ਵੱਡਾ ਰੋਲ ਹੈ ਗੁਰਦੁਆਰਿਆਂ ਦੀ ਸੇਵਾ ਸੰਭਾਲ ਵਾਸਤੇ ਜਾਂ ਧਰਮ ਦੇ ਪ੍ਰਚਾਰ ਵਾਸਤੇ ਜਾਂ ਸਿੱਖਿਆ ਦੇ ਖੇਤਰ ਦੇ ਵਿੱਚ ਜਾਂ ਸਿਹਤ ਦੇ ਖੇਤਰ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਵੱਡਾ ਰੋਲ ਰਿਹਾ ਹੈ। ਪਰ ਸੋਢੀ ਸਾਹਿਬ ਸਵਾਲ ਲਈਓ, ਤੁਸੀਂ ਜਿਹੜੀ ਹੁਣੇ ਗੱਲ ਕਹੀ ਕਿ ਪਹਿਲੇ ਕਿਹਾ ਤੁਸੀਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਵੱਡਾ ਰੋਲ ਹੈ, ਜਿਸ ਰੋਲ ਨੂੰ ਛੋਟਾ ਕਰਨ ਦੀ ਉਹ ਗੱਲ ਕਰ ਰਹੇ ਕਿ ਸਾਰੇ ਉਹਦੇ ਟੋਟੇ ਕਰ ਦੇਣਗੇ ਤਾਂ ਰੋਲ ਤਾਂ ਵੈਸੇ ਛੋਟਾ ਰਹਿ ਜਾਣਾ। ਹੁਣ ਅਗਲੀ ਲਾਈਨ ਜੀ ਤੁਸੀਂ ਕਹਿਤਾ ਕਿ ਇਹਨਾਂ ਦਾ ਰੋਲ ਜਿਹੜਾ ਬਹੁਤ ਵੱਡਾ ਰਿਹਾ, ਮਤਲਬ ਕਿ ਹੁਣ ਰਿਹਾ ਹੀ ਨਹੀਂ ਰਿਹਾ। ਹਾਂ, ਹੁਣ ਰਿਹਾ ਤੇ ਆ ਗਏ। ਅੱਗੇ ਗੱਲ ਸੁਣ ਲਓ ਨਾ। ਨਹੀਂ ਮੇਰੀ ਅੱਗੇ ਗੱਲ ਤਾਂ ਮੈਨੂੰ ਪੂਰੀ ਕਰ ਲੈਣ ਦਿਓ ਗੌਰਵ ਜੀ। ਮੇਰਾ ਕਹਿਣਾ ਹੈ ਕਿ ਜਿਹੜੀਆਂ ਮੈਂ ਇਹ ਗੱਲਾਂ ਦੀ ਗੱਲ ਕੀਤੀ ਹੈ, ਚਾਰ ਚੀਜ਼ਾਂ ਦੀ, ਹੋ ਸਕਦਾ ਹੈ ਕਿ ਕਿਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਹੋਣ ਵਾਲੇ ਸਮੇਂ ਦੇ ਵਿੱਚ ਇਹਨਾਂ ਗੱਲਾਂ ਦੇ ਵਿੱਚ ਕਮੀ ਨਹੀਂ ਹੋਵੇ, ਜਿਸ ਕਰਕੇ ਵੱਖ-ਵੱਖ ਰਾਜਾਂ ਦੇ ਵਿੱਚੋਂ ਜਾਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਵਿੱਚ ਦੂਜੇ ਰਾਜਾਂ ਦੇ ਵਿੱਚ ਕੋਈ ਕਮੀ ਹੋਵੇ ਜਾਂ ਜਿਹੜੀਆਂ ਗੱਲਾਂ ਲੋਕ ਚਾਹੁੰਦੇ ਸੀ ਜਾਂ ਜਿਹੜੇ ਸਿੱਖ ਭਰਾ ਚਾਹੁੰਦੇ ਸੀ ਉਹ ਪੂਰੀਆਂ ਨਾ ਕਰ ਸਕੀ ਹੋਵੇ। ਮੇਰਾ ਮੰਨਣਾ ਇਹ ਹੈ ਕਿ ਇਹ ਇੱਕ ਧਾਰਮਿਕ ਇਸ਼ੂ ਹੈ, ਧਾਰਮਿਕ ਮਾਮਲਾ ਹੈ। ਇਹਦੇ ਉੱਪਰ ਜਿਹੜੀ ਮੌਜੂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਨੂੰ ਬੈਠ ਕੇ ਇਸ ਤੇ ਚਿੰਤਨ ਕਰਨਾ ਚਾਹੀਦਾ ਹੈ ਕਿ ਜੇ ਅੱਜ ਦੂਜੇ ਸੂਬਿਆਂ ਚੋਂ ਮੰਗ ਉੱਠ ਰਹੀ ਹੈ ਤਾਂ ਉਹ ਕਿਉਂ ਉੱਠ ਰਹੀ ਹੈ। ਨਹੀਂ, ਇੱਕ ਸੋਢੀ ਸਾਹਿਬ ਗੱਲ ਇੱਦਾਂ ਹੈ, ਐਸਜੀਪੀਸੀ ਵਾਲੇ ਵੀ ਹੁਣੇ ਨਾਲ ਜੁੜ ਜਾਣਗੇ, ਜਵਾਬ ਦੇ ਦੇਣਗੇ ਤੁਹਾਡੀ ਗੱਲ ਦਾ। ਪਰ ਜੋ ਉਹਨਾਂ ਨੇ ਕੱਲ ਗੱਲ ਕਹੀ ਧਾਮੀ ਸਾਹਿਬ ਨੇ, ਮੈਂ ਸੁਣ ਰਿਹਾ ਸੀਗਾ, ਉਹ ਕਹਿੰਦੇ ਚਿੰਤਨ ਦੇ ਵਿੱਚੋਂ ਹੀ ਇਹ ਚੀਜ਼ ਨਿਕਲੀ ਹੈ ਤੇ ਸਮਝ ਇਹ ਪੈ ਰਿਹਾ ਹੈ ਕਿ ਸਿਆਸੀ ਦਖਲਅੰਦਾਜ਼ੀ ਹੈ, ਬਾਕੀ ਕੁਝ ਨਹੀਂ। ਉਹ ਤਾਂ ਆਪਣਾ ਕੰਮ ਕਰ ਰਹੇ ਆ। ਸੁਖੀ ਸਾਹਿਬ ਤੁਸੀਂ ਨਾਲ ਜੁੜ ਕੇ ਆਵਾਜ਼ ਮਿਲ ਪਾ ਰਹੀ ਹੈ ਤੁਹਾਨੂੰ? ਜੀ ਆ ਰਹੀ ਹੈ ਜੀ। ਫਿਰ ਤੁਸੀਂ ਜਵਾਬ ਦੇ ਦਿਓ ਸੋਢੀ ਸਾਹਿਬ ਨੂੰ। ਸੋਢੀ ਸਾਹਿਬ ਕਹਿੰਦੇ ਤੁਹਾਨੂੰ ਆਤਮ ਚਿੰਤਨ ਕਰਨ ਦੀ ਲੋੜ ਹੈ ਐਸਜੀਪੀਸੀ ਨੂੰ ਕਿ ਤੁਹਾਡੇ ਜਿਹੜੀਆਂ ਕਮੀਆਂ ਪੇਸ਼ੀਆਂ ਹੈਗੀਆਂ ਇਸ ਕਰਕੇ ਤਾਂ ਹੋਰਨਾਂ ਸੂਬਿਆਂ ਤੋਂ ਅਜਿਹੀਆਂ ਆਵਾਜ਼ਾਂ ਵੱਖਰੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉੱਠ ਰਹੀਆਂ। ਦੱਸੋ ਗੌਰਵ ਜੀ, ਬੇਨਤੀ ਇਹ ਹੈ ਕਿ ਸਮੁੱਚੇ ਹਿੰਦੁਸਤਾਨ ਦੇ ਵਿੱਚ ਸਾਡੀ ਕੇਂਦਰ ਸਰਕਾਰ ਦੀ ਸਰਕਾਰ ਚੱਲ ਰਹੀ ਹੈ ਜੀ। ਵੱਖ-ਵੱਖ ਸੂਬਿਆਂ 'ਚ ਕੇਂਦਰ ਸਰਕਾਰ ਦੇ ਪ੍ਰਤੀ ਗੁੱਸੇ ਗਿਲੇ ਨਾਰਾਜ਼ਗੀਆਂ ਵਿਰੋਧ ਉੱਠਦੇ ਆ। ਕੀ ਉੱਥੇ ਜਾ ਕੇ ਆਪਾਂ ਸਰਕਾਰ ਤੋੜ ਰਹੇ ਆ? ਸ਼੍ਰੋਮਣੀ ਕਮੇਟੀ ਨੂੰ ਟਾਰਗੇਟ ਕਰਨਾ ਸਾਰਿਆਂ ਨੇ ਸਭ ਤੋਂ ਵੱਧ ਸੌਖਾ ਕਰ ਲਿਆ, ਖਾਸ ਕਰਕੇ ਸਾਡੇ ਵਰਗੇ ਚਿਹਰੇ ਦਿਖਦੇ ਬੁਰਦੇ ਸਿੱਖਾਂ ਨੇ ਵੀ।
ਉਹ ਜਿਹੜੇ ਦੇਖਣ ਨੂੰ ਸਾਰੇ ਸਿੱਖ ਲੱਗਦੇ ਆ ਕਿਉਂਕਿ ਸਰੂਪ ਸਿੱਖੀ ਵਾਲਾ ਆ, ਬਹੁਤ ਸੌਖਾ ਬਣਾ ਲਿਆ ਕਿ ਸ਼੍ਰੋਮਣੀ ਕਮੇਟੀ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿਓ। ਅਸੀਂ ਇੱਕ ਗੱਲ ਕਿਉਂ ਭੁੱਲ ਜਾਂਦੇ ਆ ਕਿ ਸ਼ਹੀਦ ਲਛਮਣ ਸਿੰਘ ਭਾਰੋਵਾਲੀ ਵਰਗੇ ਜਿਹੜੇ ਸਾਡੇ ਭਾਈ ਦਲੀਪ ਸਿੰਘ ਵਰਗੇ ਸ਼ਹੀਦਾਂ ਨੇ ਉਦੋਂ ਸ਼ਹੀਦੀ ਦਿੱਤੀ, ਸ਼ਹਾਦਤਾਂ ਦਿੱਤੀਆਂ ਇੱਕ ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣ ਵਾਸਤੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਵਾਸਤੇ। ਕੀ ਅੱਜ ਅਸੀਂ ਉਹਨਾਂ ਦੀ ਉਸ ਸ਼ਹੀਦੀ ਨਾਲ ਇਨਸਾਫ ਕਰ ਰਹੇ ਹਾਂ? ਵੱਖ-ਵੱਖ ਤਰੀਕੇ ਦੇ ਅਸੀਂ ਹਰੇਕ ਸਟੇਟ 'ਚ ਇੱਕ ਸ਼੍ਰੋਮਣੀ ਕਮੇਟੀ ਬਣਾਉਣੀ ਚਾਹੁੰਦੇ ਆ ਜੀ, ਤੇ ਦੋਸ਼ ਇੱਕੋ ਹੀ ਕਿ ਸ਼੍ਰੋਮਣੀ ਕਮੇਟੀ ਕੰਮ ਨਹੀਂ ਸਹੀ ਕਰ ਰਹੀ। ਸਰਕਾਰਾਂ ਤੇ ਰੋਜ਼ ਹੀ ਦੋਸ਼ ਲੱਗਦੇ ਆ, ਹਰੇਕ ਸਰਕਾਰ ਤੇ ਦੋਸ਼ ਲੱਗਦੇ ਆ ਕਿ ਸਰਕਾਰ ਕੰਮ ਨਹੀਂ ਸਹੀ ਕਰਦੀ। ਇਹ ਵੀ ਵੱਡਾ ਸਵਾਲ ਹੈ। ਸੋਢੀ ਸਾਹਿਬ ਇੰਨਾ ਸੌਖਾ ਹੋ ਗਿਆ, ਮਤਲਬ ਕਿ ਕੋਈ ਵੀ ਆਏਗਾ ਤੇ ਸਿੱਧੇ ਤੌਰ ਤੇ ਐਸਜੀਪੀਸੀ ਨੂੰ ਕਮਜ਼ੋਰ ਕਰਨ ਦੀ ਗੱਲ ਕਰੇਗਾ, ਉਸਦੇ ਟੋਟੇ ਕਰਨ ਦੀ ਗੱਲ ਕਰੇਗਾ। ਮਤਲਬ ਕਿ ਐਸਜੀਪੀਸੀ ਨੂੰ ਆਪਾਂ ਕੀ ਸਮਝ ਲਿਆ? ਬੜੀ ਕਲੀਅਰ ਗੱਲ ਜੋ ਸੁੱਖੀ ਸਾਹਿਬ ਕਹਿ ਰਹੇ ਆ, ਇੰਨਾ ਸੌਖਾ ਹੋ ਗਿਆ। ਦੇਖੋ ਗੌਰਵ ਜੀ, ਮੇਰਾ ਕਹਿਣਾ ਇਹ ਹੈ ਕਿ ਮੈਂ ਪਾਰਟੀ ਦਾ ਨੁਮਾਇੰਦਾ ਹੋਣ ਦੇ ਤੌਰ ਤੇ ਹਾਂਜੀ, ਮੈਂ ਇਹ ਆਪਦੀ ਪਾਰਟੀ ਵੱਲੋਂ ਬਿਲਕੁਲ ਗੱਲ ਕਲੀਅਰ ਕਰ ਦੇਣੀ ਚਾਹੁੰਦਾ ਕਿ ਭਾਰਤੀ ਜਨਤਾ ਪਾਰਟੀ ਦੀ ਕੋਈ ਮਨਸ਼ਾ ਨਹੀਂ ਹੈ, ਨਾ ਕੋਈ ਭਾਰਤੀ ਜਨਤਾ ਪਾਰਟੀ ਨੇ ਦਖਲਅੰਦਾਜ਼ੀ ਕੀਤੀ ਹੈ। ਲੇਕਿਨ ਹੁਣ ਜੇ ਮੈਂ ਪਹਿਲਾਂ ਵੀ ਕਿਹਾ ਕਿ ਆਪਾਂ ਕਿਸੇ ਨੂੰ ਗੱਲ ਕਹਿਤੀ, ਠੀਕ ਹੈ, ਉਹ ਅਸੀਂ ਸਾਨੂੰ ਆਜ਼ਾਦੀ ਅਸੀਂ ਕਹਿ ਸਕਦੇ ਹਾਂ, ਲੇਕਿਨ ਜਿਹੜਾ ਇਹ ਧਾਰਮਿਕ ਮਾਮਲਾ ਹੈ, ਇਹ ਧਾਰਮਿਕ ਮਾਮਲੇ ਸਾਡਾ ਤਾਂ ਕੋਈ ਇਹਦੇ ਵਿੱਚ ਦਖਲਅੰਦਾਜ਼ੀ ਹੈ ਹੀ ਨਹੀਂ। ਇਸ ਤੋਂ ਵੱਧ ਮੈਂ ਕੀ ਕਹਿ ਸਕਦਾ, ਦੱਸੋ। ਹੈਲੋ, ਸੋਢੀ ਸਾਹਿਬ ਫਿਰ ਇੱਕ ਗੱਲ ਕਹਿ ਦੇਣ ਜੀ। ਦੱਸੋ ਸਰ ਪਲੀਜ਼। ਇਹ 100% ਇਸ ਚੀਜ਼ ਦੇ ਖਿਲਾਫ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਾਕਤ ਨਹੀਂ ਘਟਾਉਣੀ ਚਾਹੀਦੀ, ਵੱਖ-ਵੱਖ ਸਟੇਟਾਂ 'ਚ ਵੱਖ-ਵੱਖ ਕਮੇਟੀਆਂ ਨਹੀਂ ਬਣਨੀਆਂ ਚਾਹੀਦੀਆਂ। ਕਿੰਨੀ ਗੱਲ ਕਹਿ ਦੇਣ ਜੀ ਸੰਗਤ ਨੂੰ। ਮੈਂ ਇਹ ਗੱਲ ਤੁਹਾਡੇ ਅੱਜ ਇਸੇ ਚੈਨਲ ਤੇ ਬਹਿ ਕੇ ਕਹਿਣਾ ਕਿ ਭਾਰਤੀ ਜਨਤਾ ਪਾਰਟੀ ਚਾਹੁੰਦੀ ਨਹੀਂ ਇਹ ਗੱਲ। ਜੇ ਤਾਂ ਸਾਡਾ ਕੋਈ ਇੰਟਰਸਟ ਹੋਵੇ ਫਿਰ ਤਾਂ ਹੈ। ਅਸੀਂ ਤਾਂ ਕਹਿੰਦੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਅਜਿਹਾ ਅਦਾਰਾ ਹੈ ਕਿ ਉਹਦੇ ਕੋਲੇ ਇੰਨਾ ਸਰਕਾਰ ਤੋਂ ਵੀ ਵੱਧ ਫੰਡ ਹੈ, ਉਹ ਸੂਬੇ ਲਈ ਜਾਂ ਦੇਸ਼ ਦੇ ਲਈ ਜੋ ਵੀ ਕਰ ਸਕਦੀ ਹੈ ਉਹ ਕਰੇ, ਚਾਹੇ ਉਹ ਧਾਰਮਿਕ ਮਾਮਲੇ ਦੀ ਗੱਲ ਹੈ, ਚਾਹੇ ਵਿਦਿਆ ਦੀ ਗੱਲ ਹੈ, ਚਾਹੇ ਸਿਹਤ ਖੇਤਰ ਦੀ ਗੱਲ ਹੈ। ਅਸੀਂ ਤਾਂ ਚਾਹੁੰਦੇ ਹਾਂ ਨਹੀਂ ਸਰ, ਚਾਹੁੰਦੇ ਤੇ ਕਰਨ 'ਚ ਬਹੁਤ ਫਰਕ ਹੁੰਦਾ ਨਾ। ਚਾਹੁੰਦੇ ਤਾਂ ਆਪਾਂ ਬਹੁਤ ਕਹਿੰਦੇ ਕਿ ਆਪਾਂ ਇਹ ਚਾਹੁੰਦੇ ਹਾਂ, ਆਪਾਂ ਉਹ ਚਾਹੁੰਦੇ ਹਾਂ। ਇਨਸਾਨ ਦੀ ਇੱਛਾਵਾਂ ਤੇ ਚਾਹਤ ਬਹੁਤ ਹੁੰਦੀ ਹੈ ਸਰ, ਕਰਨ 'ਚ ਹੈ। ਉਹ ਕਹਿੰਦੇ ਕਿ ਤੁਸੀਂ ਚਾਹ ਰਹੇ ਹੋ, ਬਹੁਤ ਚੰਗੀ ਗੱਲ ਹੈ, ਤੁਹਾਡੇ ਵਿਚਾਰ ਬੜੇ ਨੇਕ ਹੋ ਸਕਦੇ ਆ, ਪਰ ਕਹਿੰਦੇ ਜੋ ਕਰ ਰਹੇ ਹੋ ਨਾ ਉਹ ਜਿਹੜਾ ਪਿੱਛੋਂ ਨਹੀਂ, ਉਹ ਕਹਿੰਦੇ ਤਾਂ ਸਿੱਧੇ ਤੌਰ ਤੇ ਦਿਖਾਈ ਦਿੰਦਾ ਹੈ। ਕਹਿੰਦੇ ਕੰਧ ਤੇ ਲਿਖਿਆ ਹੋਇਆ ਸਿੱਧਾ ਇੰਟਰਫੇਰੈਂਸ ਸਿੱਧੇ ਤੌਰ ਤੇ ਪੋਲੀਟੀਕਲ ਹੈਗੀ ਹੈ, ਈਦਰ ਬਾय ਦਾ ਬੀਜੇਪੀ ਇਨ ਹਰਿਆਣਾ ਤੇ ਕਾਂਗਰਸ ਰਾਜਸਥਾਨ 'ਚ। ਦੇਖੋ ਗੌਰਵ ਜੀ, ਮੈਂ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ। ਹਾਂਜੀ, ਠੀਕ ਹੈ। ਔਰ ਜਿਹੜੀ ਗੱਲ ਅਸੀਂ ਜਿਸ ਗੱਲ ਦੇ ਗਵਾਹ ਆ ਕਿ ਜੇ ਪੰਜਾਬ ਦੇ ਵਿੱਚ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਤੀ ਕੋਈ ਗੱਲ ਆਈ ਹੋਵੇ ਤੇ ਅਸੀਂ ਫਿਰ ਉਹ ਤੁਹਾਡੇ ਸਾਹਮਣੇ ਰੱਖੀਏ। ਲੇਕਿਨ ਇਹ ਵਿਸ਼ੇ ਨਹੀਂ ਆਇਆ ਕਿਤੇ ਸਾਡੇ ਕੋਲੇ, ਨਾ ਹੀ ਅਸੀਂ ਵਿਸ਼ੇ ਵੱਲ ਕੋਈ ਧਿਆਨ ਦਿੱਤਾ, ਕਿਉਂਕਿ ਸਿੱਖਾਂ ਦੀ ਇੱਕ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਿ ਗੁਰਦੁਆਰਿਆਂ ਦੀ ਸੇਵਾ ਸੰਭਾਲ, ਧਰਮ ਦਾ ਪ੍ਰਚਾਰ ਕਰਨ ਵਾਸਤੇ ਹੈ। ਅਸੀਂ ਤਾਂ ਚਾਹੁੰਦੇ ਹਾਂ, ਅਸੀਂ ਤਾਂ ਪਹਿਲਾਂ ਕਹਿੰਦੇ ਹਾਂ ਵੀ ਇਹਦੇ ਵਿੱਚ ਕੋਈ ਫੁੱਟ ਨਾ ਪਵੇ, ਇਕੱਠੀ ਰਹੇ, ਜਿਸ ਤਰ੍ਹਾਂ ਦਾ ਲੋਕਾਂ ਨੇ ਆਸ ਹੈ, ਧਾਰਮਿਕ ਪ੍ਰਚਾਰ ਹੋਵੇ। ਹੁਣ ਲੇਕਿਨ ਜੇ ਕੋਈ ਦੂਜੇ ਸੂਬਿਆਂ 'ਚ ਗੱਲ ਹੁੰਦੀ ਹੈ ਜਾਂ ਕਰਦੇ ਆ ਤਾਂ ਹਰ ਇੱਕ ਗੱਲ ਨੂੰ ਇਹ ਨਹੀਂ ਹੈਗਾ ਕਿ ਭਾਰਤੀ ਜਨਤਾ ਪਾਰਟੀ ਦੇ ਥੋਪ ਦਿਓ। ਤੁਹਾਡੇ ਵੇਲੇ ਸਿਆਸਤ ਜਿਹੜੇ ਸੂਬੇ ਹੋਣਗੇ ਤਾਂ ਫਿਰ ਤੁਹਾਡੇ ਉੱਪਰ ਉਂਗਲਾਂ ਉੱਠਣਗੀਆਂ ਨਾ ਸਰ, ਗੱਲ ਏਦਾਂ ਹੈ। ਸੋਕੀ ਸਾਹਿਬ, ਮੈਂ ਆਨਸਰ ਲੈ ਲਾਂ ਇੱਕ ਮਿੰਟ। ਇੱਕ ਨਾ ਜੀ, ਇਸ ਗੱਲ ਤੋਂ ਪਹਿਲਾਂ ਮੈਂ ਗੌਰਵ ਜੀ ਪਲੀਜ਼ ਇੱਕ ਟਾਈਮ ਲੈਣਾ ਚਾਹੁੰਦਾ ਤੇ ਤੁਹਾਡੇ ਪੂਰੇ ਚੈਨਲ ਰਾਹੀਂ ਮੈਂ ਸਾਰੀ ਕੌਮ ਨੂੰ, ਕਮਿਊਨਿਟੀ ਨੂੰ ਇੱਕ ਗੱਲ ਕਲੀਅਰ ਕਰਨੀ ਚਾਹੁੰਦਾ। ਮੈਨੂੰ ਸੋਢੀ ਜੀ ਨੇ ਮੌਕਾ ਦੇ ਦਿੱਤਾ ਗੱਲ ਕਰਨ ਦਾ ਜੀ। ਇਹਨਾਂ ਨੇ ਆਪਣੀ ਗੱਲ ਕਰਦਿਆਂ ਕਹੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਪੰਜਾਬ ਸਰਕਾਰ ਤੋਂ ਵੱਡਾ ਹੈ। ਕੀ ਇਹ ਮੈਨੂੰ ਦੱਸ ਸਕਦੇ ਆ ਕਿ ਪੰਜਾਬ ਸਰਕਾਰ ਦਾ ਬਜਟ ਕਿੰਨਾ ਹੈ ਰੁਪਈਆਂ ਵਿੱਚ ਤੇ ਸ਼੍ਰੋਮਣੀ ਕਮੇਟੀ ਦਾ ਕਿੰਨਾ ਹੈ? ਮੈਂ ਇੱਕ ਜਿਹੜੀ ਅਵਧਾਰਨਾ ਬਣੀ ਆ, ਬਹੁਤ ਗਲਤ ਪਰਸੈਪਸ਼ਨ ਹੈ, ਇਹ ਅੱਜ ਤੁਹਾਡੇ ਚੈਨਲ ਰਾਹੀਂ ਸਾਰੇ ਸੁਣ ਤੇ ਦੇਖਣ ਵਾਲਿਆਂ ਨੂੰ ਦੂਰ ਕਰਨੀ ਚਾਹੁੰਦਾ। ਮੈਂ ਵੱਧ ਨਹੀਂ ਕਿਹਾ, ਮੈਂ ਕਿਹਾ ਕਿ ਸਰਕਾਰਾਂ ਵਾਂਗੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਵੱਡਾ ਬਜਟ ਹੈ, ਮੈਂ ਇਹ ਗੱਲ ਕਹੀ ਹੈ। ਠੀਕ ਹੈ, ਇਹ ਤਾਂ ਚਲੋ ਗੌਰਵ ਜੀ ਤੁਸੀਂ ਰਿਪੀਟ ਕਰਕੇ ਦੱਸ ਦਿਓ ਕੀ ਕਿਹਾ, ਪਰ ਬੇਨਤੀ ਸੁਣੋ। ਆਮ ਤੌਰ ਤੇ ਹਰ ਵਿਅਕਤੀ ਇਹ ਗੱਲ ਕਹਿੰਦਾ ਹੈ ਕਿ ਸ਼੍ਰੋਮਣੀ ਕਮੇਟੀ ਦਾ ਬਜਟ ਪੰਜਾਬ ਸਰਕਾਰ ਤੋਂ ਵੱਡਾ ਹੈ। ਠੀਕ ਹੈ ਵੀਰੋ, ਮੈਂ ਲੁਧਿਆਣੇ ਮਿਊਨਿਸਪਲ ਕਾਉਂਸਲਰ ਰਿਹਾ। ਹਾਂਜੀ। ਸਾਡੀ ਲੁਧਿਆਣੇ ਦੀ ਕਾਰਪੋਰੇਸ਼ਨ ਦਾ ਬਜਟ ਕਰੀਬ 1200 ਕਰੋੜ ਸਾਲ ਦਾ ਹੁੰਦਾ ਹੈ, ਇੱਕ ਲੁਧਿਆਣੇ ਦੀ ਕੱਲੀ ਕਾਰਪੋਰੇਸ਼ਨ ਦਾ। ਠੀਕ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਆ 900-950 ਕਰੋੜ। ਪੰਜਾਬ ਸਰਕਾਰ ਦੇ ਬਰਾਬਰ ਕਿੱਦਾਂ ਕਹਿ ਕੇ ਗੁੰਮਰਾਹ ਕੀਤਾ ਜਾਂਦਾ ਸਾਰਿਆਂ ਨੂੰ?
ਮੈਂ ਠੀਕ ਇੱਕ ਹੈ। ਗੱਲ ਇਹ ਵੀ ਜ਼ਰੂਰ ਕਹਿਣੀ ਚਾਹੁੰਦਾ ਕਿ ਇਹ ਗੱਲ ਕਿੱਥੇ ਜੁੜਦੀ ਆ। ਠੀਕ ਹੈ ਫਿਰ ਜੀ। ਕਿਹਾ ਜਾਂਦਾ ਜੀ ਉੱਥੇ ਦਾ ਅੱਜ ਦੁਰਵਰਤੋਂ ਹੋ ਰਹੀ ਆ, ਸੁਖੀ ਸਾਹਿਬ ਪ੍ਰਬੰਧ ਸਿਸਟਮ ਗਲਤ ਹੋ ਰਿਹਾ ਹੈ। ਸੁਖੀ ਸਾਹਿਬ 1 ਮਿੰਟ, ਬਲਜੀਤ ਸਿੰਘ ਦਾਦੂਵਾਲ ਸਾਹਿਬ ਉਹ ਵੀ ਸਾਡੇ ਨਾਲ ਜੁੜੇ ਹੋਏ ਨੇ ਤੇ ਨਰਿੰਦਰ ਸੰਧੂ ਜੀ ਵੀ ਜੁੜ ਗਏ ਨੇ ਕਾਂਗਰਸ ਪਾਰਟੀ ਤੋਂ। ਸੰਧੂ ਸਾਹਿਬ ਜੇ ਆਵਾਜ਼ ਮਿਲ ਪਾ ਰਹੀ ਹੈ, ਆਵਾਜ਼ ਮਿਲ ਪਾ ਰਹੀ ਹੈ ਤੁਹਾਨੂੰ? ਸੰਧੂ ਸਾਹਿਬ ਆਵਾਜ਼ ਮਿਲ ਪਾ ਰਹੀ ਹੈ? ਹਾਂਜੀ ਮੈਨੂੰ ਬਿਲਕੁਲ ਠੀਕ ਹਾਂਜੀ ਹਾਂਜੀ ਸੰਧੂ ਸਾਹਿਬ, ਸਵਾਲ ਅੱਜ ਇਹ ਖੜਾ ਹੋ ਗਿਆ ਕਿ ਰਾਜਸਥਾਨ ਦੇ ਵਿੱਚ ਕਾਂਗਰਸ ਦਾ ਰਾਜ ਹੈ ਤੇ ਉੱਥੇ ਹੀ ਸਿੱਖ ਪੰਥ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ, ਵੱਖਰੀ ਸਿੱਖ ਗੁਰਦੁਆਰਾ ਕਮੇਟੀ ਬਣਾਉਣ ਦੇ ਲਈ। ਵੇਖੋ ਗੌਰਵ ਜੀ, ਇਹ ਬਿਲਕੁਲ ਸਰਾਸਰ ਜਿਹੜਾ ਇਹ ਗਲਤ ਇਲਜ਼ਾਮ। ਦੇਖੋ ਕਿਉਂਕਿ ਠੀਕ ਹੈ ਸਾਡੀ ਸਰਕਾਰ ਹੈ, ਉੱਥੇ ਗਹਿਲੋਤ ਜੀ ਸਾਡੇ ਮੁੱਖ ਮੰਤਰੀ ਨੇ, ਤੇ ਜਿਹੜੇ ਸੁਖਜਿੰਦਰ ਰੰਧਾਵਾ ਜੀ ਨੇ ਉੱਥੇ ਇੰਚਾਰਜ ਬਣ ਕੇ ਗਏ ਨੇ ਰਾਜਸਥਾਨ। ਹੁਣ ਇੱਕ ਸਿੱਖ ਹੋਣ ਦੇ ਨਾਤੇ ਉਹਨਾਂ ਨੂੰ ਸਾਰੇ ਸਿੱਖ ਜਿਹੜੇ ਲੀਡਰਸ ਨੇ ਉਹ ਆ ਕੇ ਮਿਲੇ, ਕਿਉਂਕਿ ਇੱਕ ਕੌਮ ਦੂਜੀ ਕੌਮ ਦੀ ਰਹਿਨਮਾਈ ਕਰਦੀ ਆ, ਤੇ ਸਿੱਖ ਕੌਮ ਦੇ ਉੱਤੇ ਜਦੋਂ ਸਾਨੂੰ ਮਾਣ ਹੈ, ਸਿੱਖ ਕੌਮ ਦੇ ਸੁਖਜਿੰਦਰ ਰੰਧਾਵਾ ਜੀ ਦੂਜ ਬਣ ਕੇ ਰਾਜਸਥਾਨ ਗਏ ਤੇ ਕਿਸਾਨ ਆਪ ਡਿਬਡਬਾ ਜੀ ਤੇ ਨਾਲ ਸਾਰੇ ਹੋਰ ਜਿੰਨੇ ਵੀ ਸਿੱਖ ਉੱਘੇ ਲੀਡਰ ਸੀ ਉਹ ਉਹਨਾਂ ਨੂੰ ਮਿਲਣ ਗਏ। ਠੀਕ ਹੈ, ਹੁਣ ਮਿਲ ਗਏ ਤੇ ਉਹਨਾਂ ਨੇ ਜਿਹੜੀ ਮੰਗ ਰੱਖੀ, ਜਿੱਤੇ ਆਪਾਂ ਅੱਜ ਇਸ ਵਿਸ਼ੇ ਤੇ ਆਪਾਂ ਜਿਹੜੀ ਡਿਬੇਟ ਕਰ ਰਹੇ ਹਾਂ ਜੀ, ਉਹ ਬੇਸਿਕਲੀ 20 ਸਾਲ ਪਹਿਲਾਂ ਉਹਨਾਂ ਨੇ ਕਹੀ ਸੀ, ਅੱਜ ਦੀ ਨਹੀਂ ਗੀ, ਉਹ 20 ਸਾਲ ਪਹਿਲਾਂ ਇਹਦੀ ਮੰਗ ਕਰ ਰਹੇ ਨੇ। ਤੁਸੀਂ ਇਹਨੂੰ ਹਰਿਆਣਾ ਦੇ ਨਾਲ ਜੋੜ ਦਿਓ ਜਾਂ ਹੋਰ ਕਿਸੇ ਸਟੇਟ ਦੇ ਨਾਲ ਜੋੜ ਦਿਓ, ਮੈਂ ਇਸ ਗੱਲ ਨੂੰ ਵਿੱਚ ਨਹੀਂ ਠੀਕ ਨਹੀਂ ਸਮਝਦਾ। ਉਹਨਾਂ ਨੇ 20 ਸਾਲ ਤੋਂ ਉਹਨਾਂ ਦੀ ਆਪਣੀ ਮੰਗ ਰੱਖੀ ਹੈ। ਮੇਨ ਗੱਲ ਇਹ ਆ ਬਈ ਉਹਨਾਂ ਨੇ 20 ਸਾਲ ਪਹਿਲਾਂ ਵੀ ਕਿਉਂ ਮੰਗ ਰੱਖੀ ਸੀ ਜਾਂ ਹਰਿਆਣਾ ਵਾਲਿਆਂ ਨੇ ਕਿਉਂ ਮੰਗ ਰੱਖੀ। ਦੇਖੋ SGPC ਸਾਡੀ ਸਰਵੋੱਚ ਸੰਸਥਾ ਹੈ, ਕੋਈ ਮੰਨਣ 'ਚ ਕੋਈ ਹਰਜ ਨਹੀਂਗਾ। 16 ਸਤੰਬਰ 1920 ਨੂੰ ਇਹਦੀ ਸਥਾਪਨਾ ਕੀਤੀ ਸੀ। ਅਸੀਂ ਵੀ ਇਹਨੂੰ ਸਰਵੋੱਚ ਮੰਨਦੇ ਹਾਂ, ਅਕਾਲ ਤਖਤ ਨੂੰ ਸਰਵੋੱਚ ਮੰਨਦੇ ਹਾਂ, ਕੋਈ ਸ਼ੱਕ ਨਹੀਂ, ਹਰ ਸਿੱਖ ਇਹਨੂੰ ਸਰਵੋੱਚ ਮੰਨਦਾ। ਪਰ ਦੇਖੋ 1920 ਦੇ ਵਿੱਚ ਕੁਝ ਹੋਰ ਸਮਾਂ ਸੀ, ਅੱਜ ਕੁਝ ਹੋਰ ਸਮਾਂ। ਮੈਂ ਇਹ ਨਹੀਂ ਕਹਿੰਦਾ ਵੀ ਵੱਖਰੀ ਬਣ ਜਾਏ ਜਾਂ ਨਾ ਬਣੇ, ਇਹ ਦੇਖੋ ਇਹ ਸੰਗਤ ਦਾ ਫੈਸਲਾ ਹੋਏਗਾ ਜਾਂ ਅਕਾਲ ਤਖਤ ਦਾ ਫੈਸਲਾ ਹੋਏਗਾ ਜਾਂ ਹੋਰ ਸਿੱਖ ਬੁੱਧੀਜੀਵੀ ਬੈਠ ਕੇ ਫੈਸਲਾ ਕਰਨਗੇ। ਮੈਂ ਜਾਂ ਤੁਸੀਂ ਜਾਂ ਇਹਨਾਂ ਦੇ ਕੋਈ ਵੀ ਜਿਹੜਾ ਸਪੋਕਸਪਰਸਨ ਉਹ ਫੈਸਲਾ ਨਹੀਂ ਕਰ ਸਕਦਾ। ਆਪਾਂ ਇੱਕ ਚਰਚਾ ਕਰ ਸਕਦੇ। ਇਹ ਮੇਨ ਮਸਲਾ ਜਦੋਂ ਹਰਿਆਣਾ ਦਾ ਵੀ ਪਿਆ ਸੀ, ਇਹੋ ਹੀ ਸੀ ਵੀ ਇਹ ਸਹੀ ਸੁਚਾਰੂ ਢੰਗ ਨਾਲ ਜਿਹੜੇ ਆ ਉੱਥੇ ਦਾ ਕੰਮ ਸ਼ਾਸਨ ਨਹੀਂ ਸੀ ਚਲਾ ਰਹੇ। ਬਿਲਕੁਲ ਠੀਕ ਆ ਮੇਰੇ ਵੀਰ ਜਿਹੜੇ SGPC ਦੇ, ਇਹਨਾਂ ਨੇ ਕਿਹਾ ਬਈ ਕਿ ਜਦੋਂ ਇੰਡੀਆ ਦੇ ਵਿੱਚ ਵੀ ਕਿਤੇ ਕੋਈ ਸ਼ਾਸਨ ਸਹੀ ਨਹੀਂ ਹੁੰਦਾ ਤੇ ਉਹਨੂੰ ਤੁਸੀਂ ਲਾ ਕੇ ਨਵਾਂ ਸ਼ਾਸਨ ਥੋੜੀ ਬਣਾ ਲੈਂਦੇ। ਨਹੀਂ, ਇਸ ਤਰ੍ਹਾਂ ਨਹੀਂ ਵੀਰ ਜੀ। ਵੇਖੋ ਉਹ ਇੱਕ ਰਾਜਨੀਤੀ ਆ, ਇਹ ਰਾਜਨੀਤੀ ਨਹੀਂ ਗੀ ਇੱਥੇ, ਇਹ ਧਾਰਮਿਕ ਸੰਸਥਾ ਦਾ ਕੰਮ ਹੁੰਦਾ ਸਿੱਖੀ ਸੇਵਾ ਸੰਭਾਲ ਦਾ ਪ੍ਰਚਾਰ ਕਰਨਾ। ਪਰ ਮੈਨੂੰ ਚੰਗਾ ਨਹੀਂ ਲੱਗਦਾ ਕਹਿਣ ਵਾਸਤੇ ਤੁਸੀਂ ਇਸ ਦੇ ਵਿੱਚ ਨਾਕਾਮਯਾਬ ਰਹੇ ਜੇ। ਦੇਖੋ ਸਿੰਪਲ ਛੋਟੀ ਜਿਹੀ ਗੱਲ ਹੈ ਵੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਮ੍ਰਿਤਸਰ ਆ ਕੇ ਦਫ਼ਤਰ ਖੋਲ੍ਹਿਆ। ਕਿਸ ਵਾਸਤੇ? ਉਹਨਾਂ ਨੇ ਕੋਈ ਤੁਹਾਡੇ ਗੁਰਦੁਆਰੇ ਤੇ ਕਬਜ਼ਾ ਕਰਨ ਵਾਸਤੇ ਨਹੀਂ ਕੀਤਾ। ਉਹਨਾਂ ਨੇ ਆਖਿਆ ਵੀ ਸਿਰਫ ਅਸੀਂ ਸਿੱਖੀ ਦਾ ਘਾਣ ਜਿਹੜਾ ਹੋ ਰਿਹਾ ਬਾਰਡਰ ਸਟੇਟ ਦੇ ਵਿੱਚ, ਜਿਹੜਾ ਧਰਮ ਪਰਿਵਰਤਨ, ਉਹਨੂੰ ਰੋਕਾਂਗੇ। ਕੰਮ ਤੁਹਾਡਾ ਸੀ, ਤੁਹਾਨੂੰ ਰੋਕਣਾ ਚਾਹੀਦਾ ਸੀ। ਤੁਸੀਂ ਜਿਹੜੀ ਰਾਜਨੀਤੀ ਦਖਲ ਅਕਾਲੀ ਦਲ ਦੇ ਨਾਲ ਰਲ ਕੇ ਸ਼ੁਰੂ ਕਰ ਲਿਆ, ਉਹਦੇ ਨਾਲ ਨੁਕਸਾਨ ਹੋਇਆ। ਮੈਂ ਅੱਜ ਵੀ ਚਾਹਨਾ SGPC ਤਾਕਤਵਰ ਰਵੇ, ਸਾਰੇ ਇੰਡੀਆ 'ਚ ਕੰਮ ਕਰੇ, ਕੋਈ ਸ਼ੱਕ ਨਹੀਂ ਇੱਥੇ। ਪਰ ਜੇ ਹਾਂਜੀ, ਇੱਕ ਸਵਾਲ ਤੁਹਾਡੇ ਨਾਲ ਖੜਾ ਹੋ ਜਾਂਦਾ, ਜਿਹੜੀ ਤੁਸੀਂ ਗੱਲ ਕਹੀ ਕਿ ਤੁਸੀਂ ਕਿਹਾ ਕਿ ਇਸ ਦੇ ਉੱਪਰ ਚਰਚਾ ਜਿਹੜੀ ਹੈਗੀ ਹੈ ਬਾਅਦ 'ਚ ਬੁੱਧੀਜੀਵੀ ਕਰਨਗੇ ਜਾਂ ਜਿਸ ਤਰੀਕੇ ਜਿਸ ਲੈਵਲ ਦੇ ਉੱਪਰ ਹੋਣੀ ਹੈ ਉਦੋਂ ਹੋ ਸਕਦੀ ਹੈ। ਪਰ ਸਵਾਲ ਇਹ ਖੜਾ ਹੁੰਦਾ ਕਿ ਜਦੋਂ ਤੁਸੀਂ ਕਿਹਾ ਕਿ ਰੰਧਾਵਾ ਸਾਹਿਬ ਗਏ ਹੈ ਤੇ ਫਿਰ ਸਵਾਲ ਇਹ ਖੜਾ ਹੁੰਦਾ ਕਿ ਰੰਧਾਵਾ ਸਾਹਿਬ ਜੇ ਜਾਣਗੇ, ਰੰਧਾਵਾ ਸਾਹਿਬ ਕਿਉਂਕਿ ਕਾਂਗਰਸ ਦੇ ਉੱਘੇ ਆਗੂ ਨੇ, ਰੰਧਾਵਾ ਸਾਹਿਬ ਜਾਣਗੇ ਉੱਥੇ ਦੇ ਕਾਂਗਰਸ ਦੇ CM ਨੂੰ ਮਿਲਣਗੇ, ਤਾਂ ਫਿਰ ਸਵਾਲ ਇਸ ਕਰਕੇ ਖੜਾ ਹੋ ਜਾਂਦਾ ਕਿ ਕੀ ਅਸੀਂ ਖੁਦ ਚਾਹ ਰਹੇ ਹਾਂ ਉੱਥੇ ਬਣੇ। ਗੱਲ ਇਹ ਹੈ ਜੇ ਉੱਥੇ ਦਾ ਡੈਲੀਗੇਸ਼ਨ ਜਾਂਦਾ ਤੇ ਵੱਖਰੀ ਗੱਲ ਸੀਗੀ, ਜੋ ਰੰਧਾਵਾ ਸਾਹਿਬ ਉਹਨਾਂ ਨੂੰ ਕੰਪਨੀ ਕਰਦੇ ਆ ਤੇ ਫਿਰ ਗੱਲ ਵੱਖਰੀ ਬਣ ਜਾਂਦੀ ਹੈ। ਸਵਾਲ ਇਹ ਹੈ, ਵੇਖੋ ਮੈਂ ਤੁਹਾਨੂੰ ਪਹਿਲਾਂ ਕਹਿ ਰਿਹਾ, ਉਹ ਰਾਜਸਥਾਨ ਦੇ ਇੰਚਾਰਜ ਬਣਾ ਕੇ ਭੇਜੇ ਗਏ ਨੇ ਤੇ ਗਹਿਲੋਤ ਜੀ ਮੁੱਖ ਮੰਤਰੀ ਨੇ, ਉਹ ਵੀ ਸਾਡੀ ਕਾਂਗਰਸ ਪਾਰਟੀ ਦੇ। ਨੈਚੁਰਲੀ ਇੱਕ ਇੰਚਾਰਜ ਜਾਊਗਾ ਤੇ ਜਦੋਂ CM ਨੂੰ ਮਿਲੂਗਾ ਫਿਰ ਸਿੱਖ ਚਿਹਰਾ ਜਦੋਂ, ਤੇ ਸਿੱਖ ਬੁੱਧੀਜੀਵੀ ਤੇ ਸਿੱਖ ਜਿੰਨੇ ਵਿਦਵਾਨ ਜਾਂ ਹੋਰ ਸਿੱਖ ਜਿਹੜੇ ਪ੍ਰਚਾਰਕ ਉਹਨਾਂ ਨੂੰ ਆ ਕੇ ਮਿਲੇ। ਹਰ ਇੱਕ ਨੂੰ ਚਾਹ ਹੁੰਦਾ ਵੀ ਸਾਡਾ ਇੱਕ ਸਿੱਖ ਰਿਪਰੈਜ਼ੈਂਟ ਕਰ ਰਿਹਾ ਸਾਡੀ ਸਟੇਟ ਨੂੰ, ਅਸੀਂ ਜਾ ਕੇ ਮਿਲੀਏ। ਉੱਥੇ ਇਲੈਕਸ਼ਨਸ ਵੀ ਆਉਣ ਵਾਲੀਆਂ ਨੇ। ਇਹਨੂੰ ਦੇਖੋ, ਇਹਨੂੰ ਇਸ ਚੀਜ਼ ਨਾਲ ਜੋੜਨਾ ਮੈਨੂੰ ਲੱਗਦਾ ਠੀਕ ਨਹੀਂਗਾ। ਮੈਂ ਤੁਹਾਨੂੰ ਫਿਰ ਕਿਹਾ ਇਹ 20 ਸਾਲ ਪਹਿਲਾਂ ਦੀ ਉਹਨਾਂ ਦੇ ਸਿੱਖਾਂ ਦੀ ਮੰਗ ਹੈ, ਰਾਜਸਥਾਨ ਦੇ ਸਿੱਖਾਂ ਦੀ ਮੰਗ ਹੈ, ਤੇ ਉੱਥੇ ਵੀ ਉਹੀ ਮਸਲਾ। ਉੱਥੋਂ ਦੇ ਉਹਨਾਂ ਨੇ ਵੇਖੋ, ਉਹਨਾਂ ਨੇ ਕਿਹਾ ਸਾਡੀ ਪੰਜਾਬੀ ਸਿੱਖ ਅਕਾਦਮੀ ਬਣਾ ਦਿੱਤੀ ਜਾਵੇ। ਕਿਉਂ ਇਹ SGPC ਨਹੀਂ ਸੀ ਕਰ ਸਕਦੀ? ਪੰਜਾਬ ਦੇ ਵਿੱਚ ਜੇ ਕਰ ਸਕਦੀ ਆ ਤੇ ਰਾਜਸਥਾਨ ਦੇ ਵਿੱਚ ਵੀ ਸਾਡੇ ਬਹੁਤ, ਕਿਉਂਕਿ ਸਾਡੀ ਸਟੇਟ ਹੈ, ਉੱਥੇ ਬਹੁਤ ਸਿੱਖ ਰਹਿੰਦੇ ਨੇ। ਉੱਥੇ ਚਾਹੀਦਾ ਸੀ ਨਾ ਸਿੱਖੀ ਦਾ ਪ੍ਰਚਾਰ, ਗੁਰਦੁਆਰਿਆਂ ਦੀ ਸੇਵਾ ਸੰਭਾਲ ਜਾਂ ਹੋਰ ਕਈ ਚੀਜ਼ ਜਿਹੜੇ ਨਸ਼ੇ ਪਤਿਤਪੁਣ ਜਾਂ ਹੋਰ ਕਈ ਜਿਹੜੇ ਘਾਣ ਹੋ ਰਹੇ ਨੇ ਸਿੱਖੀ ਦੇ, ਉਹਨਾਂ ਵਾਸਤੇ ਇਹ ਕਰਦੇ। ਇਹ SGPC ਜਿਹੜੀ ਆ ਇਹ ਧਾਰਮਿਕ ਸੰਸਥਾ ਹੈਗੀ ਆ, ਇਹ 'ਚ ਰਾਜਨੀਤਿਕ ਦਖਲ ਜਦੋਂ ਦਾ ਵੜ ਗਿਆ ਉਦੋਂ ਦਾ ਸਾਰਾ ਕੰਮ ਖਰਾਬ ਹੋ ਗਿਆ। ਤੁਸੀਂ ਆਪ ਹੀ ਮੰਨਦੇ ਹੋ ਕਿ ਜਦੋਂ ਦਾ ਰਾਜਨੀਤਿਕ ਦਖਲ ਵੜ ਗਿਆ, ਹੁਣ ਕਿਹੜੇ ਪਾਸਿਓਂ ਵੜਿਆ,
ਕਿਹੜੇ ਸੂਬੇ 'ਚ ਨਹੀਂ, ਵੜਿਆ, ਸਾਨੂੰ- ਕਦੋਂ ਨਹੀਂ, ਵੜਿਆ, ਨਹੀਂ, ਨਹੀਂ, ਗੱਲ ਨਹੀਂ, ਇਹ ਹੈ। ਇਹ ਚਰਚਾ ਦਾ ਬੜਾ ਵੱਡਾ ਗੰਭੀਰ ਵਿਸ਼ੇ ਹੈ। ਗੌਰਵ ਜੀ ਦੇਖੋ, ਇਹ ਤੇ ਸਭ ਨੂੰ ਦੁਨੀਆ ਨੂੰ ਪਤਾ ਵੀ ਐਸਜੀਪੀਸੀ ਤਾਂ ਅਕਾਲੀ ਦਲ ਲਿਖਿਆ। ਸਾਡਾ ਦਖਲ ਕਿੱਥੇ ਹੈ? ਸਾਡਾ ਕੋਈ ਦਖਲ ਨਹੀਂਗਾ, ਸਾਡਾ 1% ਵੀ ਦਖਲ ਨਹੀਂਗਾ। ਜੇ ਸਾਡਾ % ਦਖਲ ਹੋਵੇ ਤੇ ਸਾਡੇ ਬੰਦੇ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਇੰਨਾ ਕਰੋੜ ਅਸੀਂ ਨਹੀਂ ਖਲੋਂਦੇ। ਇਹ ਨਿਰੋਲ ਧਾਰਮਿਕ ਸੰਸਥਾ ਵਾ, ਪਰ ਇਹ ਆਪਣਾ ਕੰਮ ਸਹੀ ਤਰੀਕੇ ਨਾਲ ਕਰਨ, ਕੰਮ ਕਰਨ ਦੀ ਲੋੜ ਹੈ। ਠੀਕ ਹੈ, ਆਪਾਂ ਆਪਾਂ ਮਤਲਬ ਕਿ ਸਾਰਥਕ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ। ਸੋਖੀ ਜੀ ਤੁਹਾਡੀ ਗੱਲਾਂ ਜਵਾਬ ਦੇ ਦੇਣਗੇ। ਦਾਦੂਵਾਲ ਸਾਹਿਬ ਨਾਲ ਜੁੜੇ। ਦਾਦੂਵਾਲ ਸਾਹਿਬ ਆਵਾਜ਼ ਮਿਲ ਪਾ ਰਹੀ ਹੈ? ਦਾਦੂਵਾਲ ਸਾਹਿਬ ਆਵਾਜ਼ ਮਿਲ ਪਾ ਰਹੀ है? बिल्कुल जी। ਦਾਦੂਵਾਲ ਸਾਹਿਬ, ਜੋ ਚਰਚਾ ਕਰ ਰਹੇ ਹਾਂ, ਪਹਿਲੇ ਤੁਹਾਡੇ ਨਾਲ ਹਰਿਆਣੇ ਦੀ ਗੱਲ ਕਰਦੇ ਹੁੰਦੇ ਸੀਗੇ, ਅੱਜ ਤੁਹਾਡੇ ਨਾਲ ਅਸੀਂ ਰਾਜਸਥਾਨ ਦੀ ਗੱਲ ਕਰ ਰਹੇ ਹਾਂ। ਕੀ ਹੁਣ ਹਰਿਆਣੇ ਤੋਂ ਬਾਅਦ ਜਿਹੜਾ ਹੈ ਰਾਜਸਥਾਨ ਵਾਲੇ ਪਾਸੇ ਦੇਖੀਏ ਕਿ ਉੱਥੇ ਵੱਖਰੀ ਕਮੇਟੀ ਦੀ ਲੋੜ ਹੈਗੀ ਹੈ ਜਾਂ ਉੱਥੇ ਸਿਆਸੀ ਦਖਲਅੰਦਾਜ਼ੀ ਹੋ ਰਹੀ ਹੈ? ਤੁਹਾਡਾ ਕੀ ਕਹਿਣਾ ਹੈ? ਸਭ ਤੋਂ ਪਹਿਲਾਂ ਪੈਨਲਿਸਟ दादूवाल साहब थोड़ी आवाज नहीं मिल रही, बहुत नेटवर्क की दिक्कत है, आवाज ब्रेक होके आ रही है। दादूवाल साहब आवाज नहीं मिल पा रही सर थोड़ी मैनू। मैं सोखी साहब को जाके सर वापस आऊंगा, तुम नेटवर्क च नहीं हो शायद। सोखी साहब, जो संधू साहब ने कहा कि कांग्रेस कोई दखलअंदाजी नहीं कर रही है, ਤੁਹਾਡੇ 'ਚ ਕਮੀਆਂ ਪੇਸ਼ੀਆਂ ਹੋਣੀਆਂ। ਦਿੱਲੀ ਵਾਲਿਆਂ ਨੇ ਆ ਕੇ ਅੰਮ੍ਰਿਤਸਰ 'ਚ ਦਫ਼ਤਰ ਖੋਲ੍ਹਿਆ, ਜਿਹੜਾ ਤੁਹਾਡਾ ਕੰਮ ਸੀ ਤੁਸੀਂ ਕੀਤਾ ਨਹੀਂ, ਸਿੱਖੀ ਦਾ ਪ੍ਰਚਾਰ ਦਾ ਕੰਮ। ਜੇ ਤੁਸੀਂ ਵੱਖਰੀ ਅਕਾਦਮੀ ਬਣਾਉਣੀ ਸੀਗੀ ਰਾਜਸਥਾਨ, ਤੁਸੀਂ ਬਣਾ ਸਕਦੇ ਸੀਗੇ। ਭਾਵੇਂ 900 ਕਰੋੜ ਦਾ ਬਜਟ ਹੈ, ਪੰਜਾਬ ਸਰਕਾਰ ਦਾ ਬਜਟ ਛੱਡ ਦਿਓ, ਜਿੰਨਾ ਵੀ ਹੈਗਾ, ਜੇ ਨੀਅਤ ਹੁੰਦੀ ਤੁਸੀਂ ਉੱਥੇ ਕੰਮ ਕਰ ਦਿੰਦੇ ਤਾਂ ਅਜਿਹੀਆਂ ਗੱਲਾਂ ਤੇ ਅਜਿਹੀ ਚੀਜ਼ਾਂ ਦੀ ਨੌਬਤ ਨਾ ਆਉਂਦੀ। ਮੈਂ ਪਹਿਲਾਂ ਨੀਅਤ ਦੀ ਗੱਲ ਕਰ ਲਵਾਂ ਜੀ। ਹਾਂਜੀ, ਅੱਜ ਸੁਖਜਿੰਦਰ ਸਿੰਘ ਰੰਧਾਵਾ ਰਾਜਸਥਾਨ ਦੇ ਇੰਚਾਰਜ ਬਣ ਕੇ ਉੱਥੇ ਜਾ ਰਹੇ ਆ, ਹਾਂ, ਔਰ ਬਤੌਰ ਸਿੱਖ ਧਰਮ ਦੇ ਵਿੱਚ ਸ਼੍ਰੋਮਣੀ ਕਮੇਟੀ 'ਚ ਵੰਡੀ ਪਾਉਣ ਦੇ ਲਈ ਮੋਹਰਲਾ ਚਿਹਰਾ ਬਣ ਰਹੇ ਆ। ਇਹ ਰੰਧਾਵਾ ਪਰਿਵਾਰ ਪੰਜਾਬ 'ਚ ਲੰਬੇ ਸਮੇਂ ਤੋਂ ਕਾਂਗਰਸ ਦੇ ਲੀਡਰਸ਼ਿਪ 'ਚ ਚੱਲ ਰਹੇ ਨੇ। ਇਹ ਜਦੋਂ ਇਹਨਾਂ ਦੀ ਸਰਕਾਰ ਨੇ, ਇਹਨਾਂ ਦੀ ਪਾਰਟੀ ਨੇ ਬਲੂ ਸਟਾਰ ਆਪਰੇਸ਼ਨ ਕੀਤਾ ਹੈ, ਜਦੋਂ ਇਸ ਕਾਂਗਰਸ ਨੇ ਦਿੱਲੀ 'ਚ ਕਤਲੇਆਮ ਕੀਤਾ ਹੈ, ਉਹਨਾਂ ਦੇ ਵਿੱਚੋਂ ਜਿਹੜੇ ਸਾਡੇ ਜੋਧਪੁਰ ਬੰਦੀ ਹੋਏ, ਉਹਨਾਂ ਬੰਦੀਆਂ ਲਈ ਜੋਧਪੁਰ ਦੇ ਵਿੱਚ ਸੈੱਲ ਬਣਾ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਉਹਨਾਂ ਦੇ ਬੱਚਿਆਂ ਦੀ, ਉਹਨਾਂ ਦੇ ਪਰਿਵਾਰਾਂ ਦੀ ਸਾਂਭ ਸੰਭਾਲ ਕਰ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਠੀਕ ਹੈ, ਉਹਨਾਂ ਦੀ ਪੈਰਵੀ ਕਰਨ ਲਈ ਵਕਾਲਤਾਂ ਕਰਵਾ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਤੇ ਇਹ ਤਾਂ ਕਹਿਣਾ ਹੀ ਬੜਾ ਸੌਖਾ ਕਿ ਸ਼੍ਰੋਮਣੀ ਕਮੇਟੀ ਨੇ ਕੋਈ ਕੰਮ ਹੀ ਨਹੀਂ ਕੀਤਾ। ਮੈਂ ਪੈਨਲਿਸਟ ਨੂੰ ਪੁੱਛਣਾ ਚਾਹੁੰਦਾ, ਵੈਸੇ ਦੱਸ ਹੀ ਦੇਣ ਵੀ ਕੋਈ ਕੰਮ ਕੀਤਾ ਵੀ ਹੈ ਜਾਂ ਕੋਈ ਵੀ ਨਹੀਂ ਕੀਤਾ ਸ਼੍ਰੋਮਣੀ ਕਮੇਟੀ ਨੇ ਅੱਜ ਤੱਕ। ਜਿਹੜਾ ਹਰ ਵਾਰੀ ਇੱਕੋ ਹੀ ਗੱਲ, ਇਹ ਸ਼੍ਰੋਮਣੀ ਕਮੇਟੀ ਫੇਲ ਹੋ ਗਈ ਜੀ। ਇਸ ਤੋਂ ਵੱਡੀ ਦਖਲਅੰਦਾਜ਼ੀ ਇਹਨਾਂ ਦੀਆਂ ਪਾਰਟੀਆਂ ਦੀ ਹੋਰ ਕੀ ਹੋ ਸਕਦੀ ਹੈ ਐਸਜੀਪੀਸੀ ਦੇ ਵਿੱਚ? ਕਿ ਜਦੋਂ ਐਸਜੀਪੀਸੀ ਦੇ ਉੱਤੇ ਇਹਨਾਂ ਨੂੰ ਕੋਈ ਹੋਰ ਗੱਲ ਨਹੀਂ ਲੱਭਦੀ, ਫਿਰ ਇਹ ਦੂਸਰੀ ਗੱਲ ਕਹਿੰਦੇ ਆ ਤਾਂ ਜੀ ਦੇਖੋ ਅਕਾਲੀ ਦਲ ਤੇ ਦੋਨੋਂ ਇੱਕ ਨੇ ਜੀ। ਇਹ ਕੀ ਇਹ ਸਿਆਸਤ ਨਹੀਂ ਕਰ ਰਹੇ ਇਸ ਗੱਲ ਦੇ ਉੱਤੇ? ਮੈਂ ਗੱਲ ਸੁਖੀ ਰੰਧਾਵਾ ਜੀ ਨੂੰ ਸਪਸ਼ਟ ਪੁੱਛਣੀ ਚਾਹੁੰਦਾ ਕਿ ਅਗਰ ਤੁਹਾਡੇ ਕੋਲੇ ਡਿਬਡਬਾ ਸਾਹਿਬ ਜਾਂ ਬਾਕੀ ਦੇ ਸਿੱਖ ਗਏ ਸੀ, ਤੇ ਬਤੌਰ ਇੱਕ ਸਿੱਖ ਦਾ ਫਰਜ਼ ਇਹ ਨਹੀਂ ਸੀ ਬਣਦਾ ਤੁਸੀਂ ਉਹਨਾਂ ਨੂੰ ਇਹ ਸਲਾਹ ਦਿੰਦੇ ਕਿ ਭਾਈ ਇਹ ਮਾਮਲਾ ਐਸਜੀਪੀਸੀ ਦਾ ਹੈ, ਸਰਕਾਰ ਦਾ ਨਹੀਂ, ਗਹਿਲੋਤ ਕੋਲ ਜਾਣ ਦਾ ਨਹੀਂ। ਇੱਕ ਪਾਸੇ ਤੁਸੀਂ ਸਾਨੂੰ ਮਤ ਦਿੰਦੇ ਹੋ, ਸਿੱਖਿਆ ਦਿੰਦੇ ਹੋ ਕਿ ਸ਼੍ਰੋਮਣੀ ਕਮੇਟੀ ਤੇ ਰਾਜਨੀਤੀ ਅਲੱਗ-ਅਲੱਗ ਰੱਖੋ। ਇਹ ਜਿਹੜੇ ਗਹਿਲੋਤ ਸਾਹਿਬ ਨਾਲ ਤੁਹਾਡੇ ਸੁਖੀ ਜੀ ਜਾ ਕੇ ਬੈਠੇ ਨੇ, ਇਹ ਕਿਹਨੂੰ ਰਿਪਰੈਜ਼ੈਂਟ ਕਰਦੇ ਆ? ਇਹ ਤੁਹਾਡੀ ਕਾਂਗਰਸ ਪਾਰਟੀ ਨੂੰ ਰਿਪਰੈਜ਼ੈਂਟ ਨਹੀਂ ਕਰਦੇ। ਇਹ ਕਾਂਗਰਸ ਦਾ ਇੱਕ ਨਫੇਰੀਅਸ ਡਿਜ਼ਾਈਨ ਆ, ਬੜੇ ਲੰਬੇ ਸਮੇਂ ਤੋਂ ਚੱਲ ਰਿਹਾ ਕਿ ਦਖਲ ਦੇਣਾ ਇਹਨਾਂ ਨੇ ਹਰ ਵਾਰੀ ਸਿੱਖ ਧਰਮ 'ਚ, ਸੱਟ ਮਾਰਨੀ ਹੈ ਸਿੱਖ ਧਰਮ ਨੂੰ, ਸੱਟ ਮਾਰਨੀ ਕਿਸੇ ਨੂੰ, ਲੇਕਿਨ ਉਹ ਆਪਣਾ ਚਿਹਰਾ ਦਿਖਾਉਣਾ ਕਿ ਅਸੀਂ ਬੜੇ ਪਾਕ ਸਾਹਿਬ ਆ। ਸੰਧੂ ਸਾਹਿਬ ਇਸ ਗੱਲ ਨੂੰ ਨਿਖੇਧ ਕਰਨਗੇ ਕਿ ਜਿਹੜਾ ਦਿੱਲੀ ਕਤਲੇਆਮ ਕੀਤਾ 84 'ਚ, ਜਿਹੜਾ ਬਲੂ ਸਟਾਰ ਆਪਰੇਸ਼ਨ ਕੀਤਾ, ਉਹ ਕਾਂਗਰਸ ਦੀ ਗਲਤੀ ਸੀ ਬਹੁਤ ਵੱਡੀ। ਤੇ ਮੰਨਦੇ ਇਸ ਗੱਲ ਨੂੰ? ਕਾਂਗਰਸ ਨੇ ਉਸ ਤੋਂ ਬਾਅਦ ਇਸ ਚੀਜ਼ ਤੋਂ ਆਪਣੇ ਆਪ ਨੂੰ ਚੇਂਜ ਕੀਤਾ। ਇਹ ਤਾਂ ਅੱਜ ਵੀ ਉਸੇ ਅੱਜ ਟੇਢੇ ਤਰੀਕੇ ਨਾਲ ਬਲੂ ਸਟਾਰ ਕਰਨਾ ਚਾਹੁੰਦੇ ਨੇ। ਸ਼੍ਰੋਮਣੀ ਕਮੇਟੀ ਨੂੰ ਤੋੜਨਾ ਕੀ ਹੈ, ਉੱਤੇ ਦੋਸ਼ ਲਾਉਣੇ ਕੀ ਹੈ? ਆਪਣੀ ਸੰਸਥਾ ਨੂੰ ਨਿੰਦੀ ਜਾਣਾ। ਸੰਧੂ ਸਾਹਿਬ ਬਹੁਤ ਵੱਡੇ ਤੇ ਗੰਭੀਰ ਇਲਜ਼ਾਮ ਲੱਗੇ ਕਿ ਇਹ ਵੀ ਕੋਈ ਬਲੂ ਸਟਾਰ ਤੋਂ ਘੱਟ ਨਹੀਂ ਹੈ, ਆਪਣੀ ਹੀ ਸੰਸਥਾ ਨੂੰ ਨਿੰਦ ਵੀ ਰਹੇ ਆ, ਉਹਨੂੰ ਤੋੜ ਵੀ ਰਹੇ ਆ, ਉਹਦੇ ਟੋਟੇ ਵੀ ਕਰ ਰਹੇ ਆ, ਫਿਰ ਕਹਿੰਦੇ ਆ ਕਿ ਅਸੀਂ ਦਖਲਅੰਦਾਜ਼ੀ ਨਹੀਂ ਕਰ ਰਹੇ। ਸੋਖੀ ਸਾਹਿਬ ਨੇ ਜੋ ਕਿਹਾ। ਸੰਧੂ ਸਾਹਿਬ ਦੇਖੋ, ਅਸੀਂ ਜ਼ਿੰਦਗੀ ਦੇ ਵਿੱਚ ਕਦੀ ਐਸਜੀਪੀਸੀ ਨੂੰ ਨਹੀਂ ਨਿੰਦਿਆ। ਅਸੀਂ ਬੀਇੰਗ ਅ ਸਿੱਖ ਕਿਉਂ ਅਸੀਂ ਐਸਜੀਪੀਸੀ ਨੂੰ ਨਿੰਦਾਂਗੇ? ਅਸੀਂ ਵੀ ਉਸੇ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਜਾ ਕੇ ਸਜਦਾ ਕਰਦੇ ਹਾਂ, ਅਸੀਂ ਉਸੇ ਅਕਾਲ ਤਖਤ ਤੇ ਸਿਰ ਮਸਤਕ ਝੁਕਾਉਂਦੇ ਹਾਂ। ਤੁਸੀਂ ਦੇਖੋ, ਤੁਸੀਂ ਕਿਹਾ ਨਾ ਵੀ ਇਹ ਸਿੱਖ ਦੀ ਘਾਣ ਕਰਦੀਆਂ ਆ, ਸਿੱਖਾਂ ਵਾਸਤੇ ਮਾੜੀ ਕਾਂਗਰਸ ਪਾਰਟੀ। ਦੇਖੋ, ਤੁਹਾਡੀਆਂ ਸੋਚ ਆ ਜ਼ਰੂਰ ਠੀਕ ਹੈ। ਇੱਕ ਜਿਹੜਾ 84 ਦਾ ਹੋਇਆ ਸੀ ਮੰਨਦੇ ਆ, ਉਹ ਗਲਤੀ ਸੀ। ਉਹਦੇ ਵਿੱਚ ਸਾਡੇ ਮਾਣਯੋਗ ਮਨਮੋਹਨ ਸਿੰਘ ਜੀ ਨੇ ਵੀ ਮਾਫੀ ਮੰਗੀ ਆ ਤੇ ਰਾਹੁਲ ਗਾਂਧੀ ਜੀ ਨੇ ਵੀ ਮਾਫੀ ਮੰਗੀ। ਦੇਖੋ, ਆਪਾਂ ਉਸ ਚਰਚਾ ਦੇ ਵਿੱਚ ਪਾਵਾਂਗੇ ਤੇ ਫਿਰ ਲੰਬੀ ਗੱਲ ਚੱਲ ਜਾਏਗੀ। ਪਰ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦਾ, ਦੇਖੋ ਕਾਂਗਰਸ ਪਾਰਟੀ ਸਿੱਖਾਂ ਦੀ ਕਦੀ ਮਾੜੀ ਪਾਰਟੀ ਨਹੀਂ ਰਹੀ, ਹਤੈਸ਼ੀ ਪਾਰਟੀ ਰਹੀ ਆ।
ਸ਼੍ਰੀਮਤੀ ਸੋਨੀਆ ਗਾਂਧੀ ਜੀ ਜਦੋਂ ਕੁਰਸੀ ਤੇ ਬਹਿਣ ਲੱਗੇ ਸੀ, ਅੱਜ ਪਿੰਡ ਦਾ ਸਰਪੰਚ ਵੀ ਆਪਣੀ ਕੁਰਸੀ ਨਹੀਂ ਛੱਡਦਾ। ਉਹਨਾਂ ਨੇ ਬੀਂਗ ਲੇਡੀ ਹੁੰਦੇ ਹੋਏ ਵੀ ਇੱਕ ਸਿੱਖ ਨੂੰ ਪ੍ਰਧਾਨ ਮੰਤਰੀ ਬਣਾਇਆ। ਮਨਮੋਹਨ ਸਿੰਘ ਨੂੰ ਮਾਣਯੋਗ, ਮਨਮੋਹਨ ਸਿੰਘ ਨੂੰ ਸਾਰੀ ਦੁਨੀਆ ਅਰਥ ਸ਼ਾਸਤਰੀ ਮੰਨਦੀ ਹੈ। ਇਸ ਤੋਂ ਵੱਡੀ ਕਿਹੜੀ ਗੱਲ ਹੁੰਦੀ ਹੈ? ਉਸ ਤੋਂ ਉੱਪਰ ਚੱਲੀਏ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੂੰ ਸ਼੍ਰੀਮਤੀ ਇੰਦਰਾ ਗਾਂਧੀ ਨੇ ਰਾਸ਼ਟਰਪਤੀ ਬਣਾਇਆ। ਉਸ ਤੋਂ ਉੱਪਰ ਚੱਲੀਏ ਰਾਜਾ ਵੜਿੰਗ ਜੀ ਸਾਡੇ ਪ੍ਰਧਾਨ ਇੱਕ ਸਿੱਖ ਨੇ, LOP ਸਾਡੇ ਬਾਜਵਾ ਸਾਹਿਬ ਉਹ ਸਿੱਖ ਨੇ, ਤੇ ਮੈਂ ਕਾਂਗਰਸ ਦਾ ਸਪੋਕਸਪਰਸਨ ਤੁਹਾਡੇ ਸਾਹਮਣੇ ਬੈਠਾ ਸਿੱਖ ਆ। ਹੋਰ ਇਸ ਤੋਂ ਵੱਡੀ ਤੁਹਾਨੂੰ ਕਿਹੜੀ ਮਿਸਾਲ ਦਈਏ? ਸੰਧੂ ਸਾਹਿਬ ਇੱਕ ਸਵਾਲ ਜਿਹੜਾ ਸੁਖੀ ਸਾਹਿਬ ਨੇ ਚੁੱਕਿਆ, ਉਹ ਕਹਿੰਦੇ ਜਦੋਂ ਰੰਧਾਵਾ ਸਾਹਿਬ, ਸੁਖੀ ਰੰਧਾਵਾ ਸਾਹਿਬ ਗਏ ਸੀਗੇ ਤੇ ਮਤਲਬ ਕਿ ਉਹ ਕਿਸ ਨੂੰ ਰਿਪਰੈਜ਼ੈਂਟ ਕਰ ਰਹੇ ਸੀਗੇ? ਉਹ ਤਾਂ ਫਿਰ ਡਿਪਟੀ ਸਾਹਿਬ ਨੂੰ ਇਹ ਵੀ ਕਹਿ ਸਕਦੇ ਸੀਗੇ, ਉਹ ਇਹ ਵੀ ਕਹਿ ਸਕਦੇ ਸੀਗੇ ਕਿ ਹਾਂ ਜਿਹੜਾ ਇਹਨਾਂ ਨੇ ਗੱਲ ਕਹੀ ਹੈ ਕਿ ਤੁਸੀਂ ਧਾਮੀ ਸਾਹਿਬ ਨੂੰ ਮਿਲ ਸਕਦੇ ਹੋ, ਜੋ ਕਮੀਆਂ ਪੇਸ਼ੀਆਂ ਹੈਗੀਆਂ ਉਹ ਦੂਰ ਕੀਤੀਆਂ ਜਾ ਸਕਦੀਆਂ, ਵੱਖਰੀ ਦੀ ਮੰਗ ਕੀ, ਅਗਰ ਆਪਾਂ ਟੋਟੇ ਦੀ ਗੱਲ ਨਹੀਂ ਕਰ ਰਹੇ ਤਾਂ ਇਹ ਹੋ ਸਕਦਾ ਸੀਗਾ। ਮੈਂ ਦੇਖੋ ਇਹਨਾਂ ਨੇ ਕੁਐਸਚਨ ਮੈਨੂੰ ਇਹ ਪੁੱਟ ਕੀਤਾ ਨਾ ਵੀ ਤੁਸੀਂ ਕਹਿੰਦੇ ਵੀ ਧਰਮ ਤੇ ਰਾਜਨੀਤੀ ਇਕੱਠੇ ਨਹੀਂ ਹੋਣੇ ਚਾਹੀਦੇ, ਫਿਰ ਉਹ ਧਰਮ ਤੇ ਰਾਜਨੀਤੀ ਕਿਵੇਂ ਇਕੱਠੇ ਹੋ ਗਏ ਵੀ ਉੱਥੇ ਸਾਰੇ ਉਹਨਾਂ ਦੇ ਸਿੱਖ ਜਿਹੜੇ ਆ ਉਹ ਮੁੱਖ ਮੰਤਰੀ ਕਿਉਂ ਗਏ? ਦੇਖੋ ਵੀਰ ਜੀ, ਉੱਥੇ ਮੁੱਖ ਮੰਤਰੀ ਨੇ, ਉਹਨਾਂ ਦੇ ਕੋਲ ਫਰਿਆਦ ਲੈ ਕੇ ਜਾਣਾ ਹਰ ਇੱਕ ਦਾ ਫਰਜ਼ ਆ। ਅਸੀਂ ਕੋਈ SGPC ਦੀ ਇਲੈਕਸ਼ਨ ਨਹੀਂ ਲੜ ਰਹੇ ਉੱਥੇ, ਜਾਂ ਕੋਈ ਰਾਜਸਥਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਕੇ ਉਹਦਾ ਕੋਈ ਪ੍ਰਧਾਨ ਨਹੀਂ ਬਣਾ ਰਹੇ, ਜਾਂ ਅਸੀਂ ਕੋਈ ਕਿਸੇ ਵਿੱਚ ਦਖਲ ਨਹੀਂ ਦੇ ਰਹੇ। ਬੀਇੰਗ ਅ ਸਿੱਖ ਸਾਰੇ ਉੱਥੋਂ ਦੇ ਜਿਹੜੇ ਵਿਦਵਾਨ ਸਿਆਸਤਦਾਨ ਜਾਂ ਹੋਰ ਜਿਹੜੇ ਸਿੱਖ ਨੇ ਉਹ ਮਿਲਣ ਆਏ। ਇੱਕ ਸ਼ਿਸ਼ਟਾਚਾਰ ਦੀ ਮਿਲਣੀ ਹੁੰਦੀ ਆ ਵੀ ਸਾਡਾ ਇੱਕ ਸਰਦਾਰ ਭਰਾ ਬਾਹਰੋਂ ਬਣ ਕੇ ਆਇਆ ਪੰਜਾਬ ਤੋਂ, ਹਰ ਇੱਕ ਨੂੰ ਹੁੰਦੀ ਆ, ਤੇ ਉਹਨਾਂ ਨੇ ਆ ਕੇ ਆਪਣੀ ਮੰਗ ਰੱਖੀ। ਫਿਰ ਮੰਗ ਵੀ ਇਹ 20 ਸਾਲ ਪੁਰਾਣੀ ਸੀ। ਇਸੇ ਰੂਪ ਦੇ ਵਿੱਚ ਅਸੀਂ SGPC ਨੂੰ ਤੋੜਨ ਦਾ ਜਾਂ ਇਹਨੂੰ ਨੁਕਸਾਨ ਪਹੁੰਚਾਉਣ ਦਾ ਸਾਡਾ ਕੋਈ ਬਿਲਕੁਲ ਵੀ ਇਰਾਦਾ ਨਹੀਂਗਾ। ਪਰ ਤੁਸੀਂ ਆਪਣਾ ਕੰਮ ਸਹੀ ਕਰੋ ਤੇ ਇਹ ਅੱਜ ਪ੍ਰਸ਼ਨ ਚੁੱਕੇ ਕਿਉਂ ਜਾਣ। ਸਭ ਤੋਂ ਵੱਡੀ ਗੱਲ ਮੈਂ ਬਾਰ-ਬਾਰ ਹਰ ਡਿਬੇਟ ਤੇ ਕਹਿੰਦਾ, ਠੀਕ ਹੈ, ਮੈਂ ਤੁਹਾਡੇ ਸਾਹਿਬ ਉਸ ਤੋਂ ਬਾਅਦ ਆ ਰਿਹਾ। ਸੋਖੀ ਜੀ ਤੁਸੀਂ ਆਪਣੇ ਕੰਮ ਨੂੰ ਵੀਰ ਜੀ ਤੁਸੀਂ ਸਹੀ ਤਰੀਕੇ ਨਾਲ ਨਿਭਾਓ। ਸਾਡੀ ਵੈਲ ਵਿਸ਼ਰ ਨੇ, ਅਸੀਂ ਤੁਹਾਨੂੰ ਹਮੇਸ਼ਾ ਐਪਰੀਸ਼ੀਏਟ ਕਰਦੇ ਹਾਂ। ਧਾਮੀ ਸਾਹਿਬ ਵੀ ਸਾਨੂੰ ਅਸੀਂ ਐਪਰੀਸ਼ੀਏਟ ਕਰਦੇ ਹਾਂ, ਕਿਸੇ ਨੂੰ ਮਾੜਾ ਨਹੀਂ ਕਹਿੰਦੇ। ਸੰਧੂ ਸਾਹਿਬ ਸਵਾਲ ਇਹ ਹੈ ਕਿ ਰੰਧਾਵਾ ਸਾਹਿਬ ਦਾ ਜਾਣਾ ਲਾਜ਼ਮੀ ਸੀਗਾ? ਉਸ ਤੋਂ ਬਿਨਾਂ ਵੀ ਡਿਪਟੀ ਸਾਹਿਬ ਜਾ ਸਕਦੇ ਸੀ ਕਿ ਉਹਨਾਂ ਤੋਂ ਬਿਨਾਂ ਅਪਾਇੰਟਮੈਂਟ ਨਹੀਂ ਮਿਲਣੀ ਸੀਗੀ? ਸਵਾਲ ਫਿਰ ਇਹ ਹੈ, ਸਵਾਲ ਖੜੇ ਹੋ ਗਏ ਨਾ। ਦੇਖੋ ਜਾਣ ਦੇ ਨਾਲ ਸਵਾਲ ਖੜੇ ਹੋ ਗਏ, ਇਸੇ ਕਰਕੇ ਸੋਖੀ ਸਾਹਿਬ ਕਹਿ ਰਹੇ ਆ ਮਨਸ਼ਾ ਸਿਰਫ ਉਹਨਾਂ ਦੇ ਜਾਣ ਦੇ ਕਰਕੇ ਹੋਈ। ਨਹੀਂ, ਇਹ ਤੁਹਾਨੂੰ ਗਲਤਫਹਿਮੀ ਹੈ, ਕੋਈ ਕਿਤੇ ਨਹੀਂ ਗਏ। ਇੱਕ ਬੇਨਤੀ ਕਰਾਂ ਜੀ। ਹਾਂਜੀ ਦੱਸੋ ਸੋਖੀ ਸਾਹਿਬ। ਕੁਝ ਦੇਰ ਪਹਿਲਾਂ ਇਸੇ ਚੈਨਲ ਤੇ ਗੌਰਵ ਜੀ ਕੋਲੇ ਸਾਡੇ ਸਤਿਕਾਰਯੋਗ ਦਾਦੂਵਾਲ ਸਾਹਿਬ ਤੇ ਜਿਹੜੀ ਸਾਡੀ ਹਰਿਆਣਾ ਦੀ BJP ਯੂਨਿਟ ਹੈ, ਕਰੀਬ ਇਹੀ ਲਫ਼ਜ਼ ਬੋਲ ਰਹੇ ਸੀ ਜੋ ਤੁਸੀਂ ਬੋਲੇ ਆ। ਰਿਜ਼ਲਟ ਕੀ ਨਿਕਲਿਆ? ਹਰਿਆਣਾ ਕਮੇਟੀ ਅਲੱਗ ਵੀ ਬਣ ਗਈ, ਉੱਥੇ ਮਹੰਤਗਿਰੀ ਦਾ ਕਬਜ਼ਾ ਵੀ ਹੋ ਗਿਆ। ਅੱਜ ਢੀਂਡਾ ਸਾਹਿਬ ਅਕਾਲ ਤਖਤ ਸਾਹਿਬ ਤੇ ਵੀ ਚਲੇ ਗਏ, ਉਹਨਾਂ ਦੀ ਆਪਸੀ ਡਿਬੇਟ ਵੀ ਪੈ ਗਈ, ਸਾਡੀ ਕੌਮ ਤਾਂ ਵੰਡੀ ਪੈ ਗਈ ਨਾ। ਇਹੀ ਕੁਝ ਤੁਸੀਂ ਅੱਜ ਰਾਜਸਥਾਨ 'ਚ ਕਹਿ ਰਹੇ ਹੋ। ਕੀ ਤੁਸੀਂ ਬਤੌਰ ਕਾਂਗਰਸ ਸਪੋਕਸਪਰਸਨ ਇਹ ਗੱਲ ਓਪਨਲੀ ਕਹੋਗੇ ਕਿ ਕਾਂਗਰਸ ਪਾਰਟੀ ਰਾਜਸਥਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖਰੀ ਬਣਾਉਣ ਦੇ ਹੱਕ ਵਿੱਚ ਨਹੀਂ ਹੈ? ਮੈਂ ਬੀਇੰਗ ਅ ਕਾਂਗਰਸ ਸਪੋਕਸਪਰਸਨ ਮੈਂ ਤੁਹਾਡੇ ਨਾਲ ਡਿਬੇਟ ਕਰ ਸਕਦਾ। ਦੇਖੋ, ਫੈਸਲਾ ਲੈਣਾ ਮੇਰੇ ਹੱਥ 'ਚ ਨਹੀਂਗਾ। I am not the president of ਪੰਜਾਬ ਕਾਂਗਰਸ, ਤੇ ਨਾ ਹੀ ਮੈਂ ਰਾਜਸਥਾਨ ਕਾਂਗਰਸ ਦਾ ਪ੍ਰਧਾਨ। ਸੁਣੋ, ਨਾ ਹੀ ਮੈਂ ਰਾਜਸਥਾਨ ਦਾ ਮੁੱਖ ਮੰਤਰੀ ਆ ਤੇ ਨਾ ਹੀ ਮੈਂ ਪੰਜਾਬ ਦਾ CM ਜਾਂ XCM ਆ। ਮੈਂ ਤੁਹਾਡੇ ਨਾਲ ਇੱਕ ਹੈਲਦੀ ਡਿਸਕਸ਼ਨ ਕਰ ਸਕਦਾ। ਜਿਹੜਾ ਫੈਸਲਾ ਲੈਣਾ ਮੈਂ ਤੁਹਾਨੂੰ ਫੇਰ ਕਹਿਣਾ, ਦੇਖੋ ਤੁਸੀਂ ਵੀ SGPC ਨੂੰ ਆਪਣਾ ਕਬਜ਼ਾ ਨਾ ਕਰੋ। SGPC ਇੱਕ ਸਿੱਖਾਂ ਦੀ ਸਾਰੇ ਸਿੱਖਾਂ ਦੀ ਧਾਰਮਿਕ ਸੰਸਥਾ। ਤੁਸੀਂ ਜਦੋਂ ਇਹਨੂੰ ਕਹਿੰਦੇ ਨਾ SGPC ਅਕਾਲੀਆਂ ਦੀ ਆ, ਇਹ ਬਿਲਕੁਲ ਗਲਤ ਗੱਲ ਆ। ਇਹਦੇ ਵਿੱਚ ਸਾਰੇ ਧਰਮਾਂ ਦੇ ਸਾਰੇ ਵਰਗਾਂ ਦੇ ਲੋਕ ਅਕਸਰ ਡਿਬੇਟਾਂ 'ਚ ਇਹੋ ਗੱਲ ਕਰਦੇ ਨੇ। ਤੁਸੀਂ ਕਹਿੰਦੇ ਕਿ ਤੁਸੀਂ ਕੌਣ ਹੁੰਦੇ ਹੋ? ਜਿਸ ਤਰ੍ਹਾਂ ਤੁਸੀਂ ਗੱਲ ਆਖੀ ਵੀ ਉਹ ਕੌਣ ਹੁੰਦੇ ਆ, ਕਿਉਂ ਸੁਖਜਿੰਦਰ ਰੰਧਾਵਾ ਜੀ ਸਿੱਖ ਨਹੀਂ ਗਏ? ਉਹ ਸਿੱਖ ਮਸਲਿਆਂ 'ਚ ਕੋਈ ਗੱਲ ਨਹੀਂ ਕਰ ਸਕਦੇ? ਕਿਉਂ ਨਹੀਂ ਗੱਲ ਕਰ ਸਕਦੇ? ਬਿਲਕੁਲ ਗੱਲ ਕਰ ਸਕਦੇ ਆ। ਉੱਥੋਂ ਦੇ ਸਿੱਖ ਬੁੱਧੀਜੀਵੀ ਨਾਲ ਕੋ ਆਉਣਗੇ, ਗੱਲ ਸੁਣਨਗੇ, ਗੱਲ ਕਰਨਗੇ, ਬਿਲਕੁਲ ਅਸੀਂ ਕਰ ਸਕਦੇ ਆ। ਇਹ ਸ਼੍ਰੋਮਣੀ ਕਮੇਟੀ ਦੇ ਉੱਤੇ ਤੁਸੀਂ ਜਿਹੜਾ ਇੰਨਾ ਚਿਰ ਤੋਂ ਕਬਜ਼ਾ ਕਰਕੇ ਬੈਠੇ ਜੇ, ਇਹਨੂੰ ਦੇਖੋ ਤੁਸੀਂ ਸੁਚਾਰੂ ਰੂਪ 'ਚ ਚਲਾਓ, ਸਾਨੂੰ ਕੋਈ ਹਰਜ ਨਹੀਂਗਾ। ਜਦੋਂ ਇੱਕ ਸਰਕਾਰ ਸਹੀ ਤਰ੍ਹਾਂ ਕੰਮ ਨਹੀਂ ਕਰਦੀ ਤਾਂ ਹੀ ਦੂਜੀ ਸਰਕਾਰ ਆਉਂਦੀ ਹੈ। ਜੇ ਉਹ ਸਰਕਾਰ ਸਹੀ ਤਰ੍ਹਾਂ ਕੰਮ ਕਰਦੀ ਰਹੇ, ਦੂਜੀ ਸਰਕਾਰ ਆਉਣ ਦੀ ਲੋੜ ਹੀ ਨਹੀਂ ਪੈਂਦੀ। ਤੁਸੀਂ ਆਪਣਾ ਕੰਮ ਸਹੀ ਤਰੀਕੇ ਨਾਲ ਕਰੋ। ਤੁਸੀਂ ਆਪ ਨਹੀਂ ਮੰਨਣਾ, ਤੁਸੀਂ ਆਪ ਕਦੀ ਜ਼ਿੰਦਗੀ 'ਚ ਨਹੀਂ ਮੰਨਣਾ ਵੀ ਅਸੀਂ ਕੰਮ ਸਹੀ। ਤੁਸੀਂ ਮੈਨੂੰ ਕਹਿੰਦੇ ਅਸੀਂ ਆਹ ਕੀਤਾ, ਵੈਲ ਐਪਰੀਸ਼ੀਏਟ ਆ ਜੋ ਤੁਸੀਂ ਕੀਤਾ। ਗੁਰੂ ਰਾਮਦਾਸ ਸਰਾਇਆਂ ਬਣਾਈਆਂ, ਤੁਸੀਂ ਗੁਰੂ ਰਾਮਦਾਸ ਕਾਲਜ ਬਣਾਇਆ, ਐਪਰੀਸ਼ੀਏਟ ਆ। ਠੀਕ ਹੈ, ਪਰ ਜਿੱਥੇ ਗੱਲ ਸਿੱਖਾਂ ਦੇ ਘਾਣ ਦੀ ਆਈ, ਜਿੱਥੇ ਪਤਿਤ ਪੁਣੇ ਦੀ ਆਈ, ਜਿੱਥੇ ਧਰਮ ਪਰਿਵਰਤਨ ਦੀ ਆਈ, ਜਿਹੜਾ ਮੇਨ ਮੁੱਦਾ ਸੀ, ਜਿੱਥੇ ਨਸ਼ਿਆਂ ਦੀ ਗੱਲ ਆਈ, ਉੱਥੇ ਤੁਸੀਂ ਨਹੀਂ ਆਏ। ਤੁਸੀਂ ਆ ਤੁਹਾਨੂੰ ਅੱਗੇ ਆਉਣਾ ਚਾਹੀਦਾ ਸੀ। ਆਪਾਂ ਸਾਰਿਆਂ ਨੂੰ ਹਾਲੀ ਵੀ ਆਪਾਂ ਦੇਖੋ ਤੁਹਾਡੇ ਵਿਰੋਧੀ ਨਹੀਂਗੇ, ਆਪਾਂ ਸਾਰੇ ਰਲ ਕੇ ਹਮਲਾ ਮਾਰਾਂਗੇ। ਆਪਣੇ ਪੰਜਾਬ ਦੀ ਗੱਲ ਆ ਤੇ ਆਪਾਂ ਪੰਜਾਬ ਖੁਸ਼ਹਾਲ ਤਾਂ ਹੀ ਬਣਾ ਸਕਦੇ ਆ। ਇਹਦੇ ਵਿੱਚ ਕੋਈ ਬਹਿਸ ਵਾਲੀ ਜਾਂ ਕੋਈ ਲੜਨ ਤੇ ਵਾਲੀ ਕੋਈ ਗੱਲ ਨਹੀਂ। ਇਹ ਤੁਹਾਡੇ ਮਨ ਚੋਂ ਗੱਲ ਕੱਢ ਦਿਓ। ਸੰਧੂ ਸਾਹਿਬ ਇੱਕ ਮਿੰਟ, ਦਾਦੂਵਾਲ ਸਾਹਿਬ ਜੁੜੇ ਹੋਏ, ਆਵਾਜ਼ ਮਿਲ ਪਾ ਰਹੀ ਹੈ? ਹਰਦੀਪ ਸਿੰਘ ਡਿਪਟੀ ਜੀ ਵੀ ਜੁੜੇ ਹੋਏ, ਸੁਣ ਰਿਹਾ। ਬਿਲਕੁਲ। ਦਾਦੂਵਾਲ ਸਾਹਿਬ ਕਿਵੇਂ ਸਮਝੀਏ
ਕਿ ਅੱਜ ਜੋ ਸਥਿਤੀ ਮੁੜ ਤੋਂ ਬਣ ਗਈ ਹੈ, ਇਹ ਰਾਜਸਥਾਨ ਵਾਲੇ ਪਾਸੇ ਕੀ ਇਹ ਖਤਰੇ ਦੀ ਘੰਟੀ ਹੈ ਐਸਜੀਪੀਸੀ ਦੇ ਲਈ ਜਾਂ ਸਿੱਖ ਪੰਥ ਦੇ ਲਈ? ਸਮਝੀਏ ਕਿਵੇਂ? ਦੇਖੋ ਵਾਲੀਆ ਜੀ, ਸਭ ਤੋਂ ਪਹਿਲੀ ਗੱਲ ਤੇ ਹੈ ਕਿ ਬੜੇ ਸਿਆਣੇ ਸੱਜਣ ਵੱਖ-ਵੱਖ ਪਾਰਟੀਆਂ ਨੂੰ ਰਿਪਰੈਜ਼ੈਂਟ ਕਰਦੇ ਅੱਜ ਦੀ ਇਸ ਡਿਬੇਟ 'ਚ ਸ਼ਾਮਲ ਨੇ। ਮੈਂ ਉਸ ਵੇਲੇ ਤੋਂ ਹੀ, ਜਦੋਂ ਤੋਂ ਸ਼ੁਰੂ ਹੋਈ ਹੈ, ਸਾਰੀ ਡਿਬੇਟ ਸੁਣ ਰਿਹਾ ਜੀ। ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਅੱਜ ਰਾਜਸਥਾਨ ਵਾਲੇ ਮਸਲੇ ਤੇ ਸ਼ਾਇਦ ਜ਼ਿਆਦਾ એનર્ਜੀ ਵੇਸਟ ਨਹੀਂ ਕਰਨੀ ਚਾਹੀਦੀ। ਪਹਿਲਾਂ ਇਹ ਸਾਨੂੰ ਹੋਮਵਰਕ ਕਰਨਾ ਚਾਹੀਦਾ ਕਿ ਰਾਜਸਥਾਨ ਦੇ ਵਿੱਚ ਕਿੰਨੇ ਗੁਰਦੁਆਰੇ ਆ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਡਰ ਆ, ਵੀ ਜਿਹੜੇ ਹੁਣ ਪਾਸੇ ਚਲੇ ਜਾਣਗੇ ਤੇ ਜਿਹੜੇ ਤੁਸੀਂ ਟੁੱਟ ਹੋ ਜਾਣਗੇ ਸ਼੍ਰੋਮਣੀ ਕਮੇਟੀ ਦੇ। ਪਹਿਲੀ ਗੱਲ ਤਾਂ ਇਹ ਆ ਕਿ ਰਾਜਸਥਾਨ ਵਿੱਚ ਇੱਕ ਵੀ ਗੁਰਦੁਆਰਾ ਨਹੀਂ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰਾਜਸਥਾਨ ਦੇ ਵਿੱਚੋਂ ਇੱਕ ਮੈਂਬਰ ਲੈਂਦੇ ਆ, ਸ਼ਾਇਦ ਗੰਗਾ ਨਗਰ ਤੋਂ। ਵੈਸੇ ਉਹਨੂੰ ਸ਼ਾਮਲ ਕਰਦੇ ਨੇ ਨੋਮੀਨੇਟ, ਕੋਈ ਉਹਦੀ ਵੀ ਇਲੈਕਸ਼ਨ ਨਹੀਂ ਹੁੰਦੀ। ਤੇ ਜਿੰਨੇ ਗੁਰਦੁਆਰੇ ਇਤਿਹਾਸਕ ਆ ਰਾਜਸਥਾਨ ਦੇ ਅੰਦਰ, ਚਾਹੇ ਉਹ ਗੁਰਦੁਆਰਾ ਬੁੱਢਾ ਜੋੜ ਹੈ ਗੰਗਾ ਨਗਰ ਚ ਪੈਂਦਾ ਹੈ, ਚਾਹੇ ਉਹ ਮਾਧੋ ਸੰਘਾਣਾ ਹੈ, ਚਾਹੇ ਉਹ ਸੁਹਾਵਾ ਸਾਹਿਬ ਨੌਰ, ਗੁਰਦੁਆਰਾ ਚਰਨ ਕਮਲ ਸਾਹਿਬ ਹੈ ਨਾਰਾਇਣਾ, ਤੇ ਹੋਰ ਜਿੰਨੇ ਗੁਰਦੁਆਰੇ ਆ, ਵੱਖੋ ਵੱਖਰੀਆਂ ਉੱਥੇ ਕਮੇਟੀਆਂ ਨੇ। ਜੇਕਰ ਰਾਜਸਥਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਜਾਂਦੀ ਆ ਤੇ ਤੁਸੀਂ ਦੇਖੋ ਸਾਰੇ ਗੁਰਦੁਆਰਿਆਂ ਸਾਂਭ ਸੰਭਾਲ ਹੋ ਜਾਏਗੀ। ਇੱਕ ਉੱਥੇ ਦੇ ਸਿੱਖਾਂ ਦਾ ਜਿਹੜੀ ਖਿੰਡੀ ਪੁੰਡੀ ਤਾਕਤ ਹੈ ਉਹ ਇਕੱਠੀ ਹੋ ਜਾਏਗੀ। ਇੱਕ ਧਾਰਮਿਕ ਪਲੇਟਫਾਰਮ ਵਾਲਾ, ਜਿਸ ਤਰ੍ਹਾਂ ਪੰਜਾਬ ਸਾਧ ਅਕਾਦਮੀ ਲਈ ਉਹਨਾਂ ਨੇ ਕਿਹਾ ਜਾਂ ਰਾਜਨੀਤਿਕ ਆਧਾਰ ਵਾਸਤੇ ਕਿਹਾ ਕਹੀ ਆ, ਉਹ ਬਣ ਜਾਏਗੀ। ਇਹ ਸਦਾ ਜਿਸ ਤਰ੍ਹਾਂ ਹੁਣ ਹਰਿਆਣਾ ਚ ਕਮਿਸ਼ਨਰੀ ਤੇ ਮਹੰਤ ਦਾ ਕਬਜ਼ਾ ਹੋ ਗਿਆ, ਸਦਾ ਥੋੜੀ ਰਹਿਣੇ, ਮਹੰਤ ਨੇ ਸਦਾ ਥੋੜੀ ਬੈਠੇ ਰਹਿਣਾ। ਹੁਣ ਬਾਦਲ ਪਰਿਵਾਰ ਨੇ ਕਬਜ਼ਾ ਕੀਤਾ ਤੇ ਉਹ ਸਦਾ ਥੋੜੀ ਰਹਿਣਾ। ਸੰਸਥਾਵਾਂ ਜਿਹੜੀਆਂ ਨੇ ਇਹਨਾਂ ਨੇ ਕੰਮ ਕਰਨਾ, ਪ੍ਰਬੰਧਕ ਬਦਲਦੇ ਰਹਿੰਦੇ ਆ। ਜਿਹੜੇ ਚੰਗੇ ਪ੍ਰਬੰਧ ਕਰ ਜਾਂਦੇ ਆ ਉਹਨਾਂ ਦਾ ਚੰਗਾ ਅਸਰ ਰਹਿੰਦਾ, ਬਾਅਦ ਵਿੱਚ ਜਿਹੜੇ ਮਾੜਾ ਕਰਦੇ ਆ ਉਹ ਨਰੈਣੂ ਮਹੰਤ ਵੀ ਤਾਂ ਇੱਕ ਕਾਬਜ਼ ਹੋਇਆ ਸੀਗਾ, ਉਹ ਕਿਹੜਾ ਸਦਾ ਰਿਹਾ, ਬਾਅਦ ਚ ਸ਼੍ਰੋਮਣੀ ਕਮੇਟੀ ਬਣ ਗਈ। ਸੋ ਸਭ ਤੋਂ ਪਹਿਲੀ ਗੱਲ ਤਾਂ ਇਹ ਸਾਨੂੰ ਸੋਚਣੀ ਚਾਹੀਦੀ ਹੈ ਕਿ ਰਾਜਸਥਾਨ ਦੇ ਵਿੱਚ ਸ਼ਾਇਦ ਕੋਈ ਗੁਰਦੁਆਰਾ ਨਹੀਂ ਹੈ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਧੇ ਪ੍ਰਬੰਧ ਚ ਹੋਵੇ, ਵੀ ਜਿਹਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਮਜ਼ੋਰ ਹੋ ਜੂ। ਦਾਦੂਵਾਲ ਸਾਹਿਬ, ਇੱਥੇ ਸਵਾਲ ਖੜਾ ਇਹ ਹੋ ਰਿਹਾ, ਇੱਥੇ ਤੁਹਾਡੀ ਗੱਲ ਨੂੰ ਅੱਗੇ ਲੈ ਜਾਣਾ, ਇੱਥੇ ਹੀ ਸਵਾਲ ਇਹ ਖੜਾ ਹੋ ਰਿਹਾ ਕਿ ਇਹ ਮੈਸੇਜ ਕੀ ਦੇਣਾ ਚਾਹ ਰਹੇ ਹੈ, ਇਸ ਤੋਂ ਕੀ ਸੁਨੇਹਾ ਜਿਹੜਾ ਹੈ ਉਹ ਜਾ ਰਿਹਾ ਹੈ, ਕੀ ਆ ਕੋਸ਼ਿਸ਼ ਹੈ? ਇਹ ਕਹਿਣਾ ਚਾਹੁੰਦਾ ਕਿ ਦੇਖੋ ਇਹਦੇ ਨਾਲ ਤਾਂ ਸਿੱਖਾਂ ਦੀ ਇੱਕ ਤਾਕਤ ਬਣੇਗੀ, ਰਾਜਸਥਾਨ ਦੀ ਵੱਖਰੀ ਪ੍ਰਬੰਧਕ ਬਣੇਗੀ। ਮੈਂ ਨਹੀਂ ਕਹਿੰਦਾ ਭਾਵੇਂ ਉਹ ਕਿਸੇ ਪਾਰਟੀ ਨਾਲ ਸੰਬੰਧਿਤ ਨੇ, ਰੰਧਾਵਾ ਸਾਹਿਬ ਉੱਥੇ ਗਏ ਆ, ਸਿੱਖ ਮਿਲੇ ਆ ਤੇ ਉਹ ਸੀਐਮ ਨੂੰ ਮਿਲ ਲਏ ਆ, ਉਹ ਮੰਗ ਤਾਂ ਲੰਬੇ ਸਮੇਂ ਤੋਂ ਉਠਾ ਰਹੇ ਆ, ਸੁਣਵਾਈ ਨਹੀਂ ਹੋ ਰਹੀ। ਅੱਜ ਜੇ ਰੰਧਾਵਾ ਸਾਹਿਬ ਇੰਚਾਰਜ ਬਣ ਕੇ ਗਏ, ਉਹਨਾਂ ਨੂੰ ਨਾਲ ਲੈ ਕੇ ਸੀਐਮ ਨੂੰ ਮਿਲ ਲਏ ਤਾਂ ਕੀ ਲੋੜਾ ਆ ਗਿਆ ਇਹਦੇ ਵਿੱਚ? ਸਿੱਖਾਂ ਦਾ ਤਾਂ ਸਗੋਂ ਇੱਕ ਪਲੇਟਫਾਰਮ ਬਣੇਗਾ, ਉਹਨਾਂ ਦੀ ਖਿੰਡੀ ਪੁੰਡੀ ਤਾਕਤ ਇਕੱਠੀ ਹੋਵੇਗੀ, ਧਾਰਮਿਕ ਪਲੇਟਫਾਰਮ ਬਣੇਗਾ, ਮੁੜ ਕੇ ਰਾਜਨੀਤਿਕ ਬਣ ਜਾਏਗਾ, ਨਾਲ ਰਾਜਨੀਤਿਕ ਦੀ ਤਾਂ ਗੱਲ ਹੈ ਸਾਰੀ ਹੋ ਜਾਏਗੀ। ਦਾਦੂਵਾਲ ਸਾਹਿਬ, ਜਿਹੜੀ ਸਿਆਸੀ ਹਿੱਸੇਦਾਰੀ ਯਕੀਨੀ ਬਣਾਈ ਜਾਵੇ, ਇਹ ਮੰਗ ਵੀ ਹੈਗੀ ਹੈ। ਫਿਰ ਸਵਾਲ ਗੱਲ ਇਹ ਆ ਜਾਂਦੀ ਹੈ, ਇੱਕ ਪਾਸੇ ਆਪਾਂ ਕਹਿੰਦੇ ਆਪਾਂ ਆਪਣੀ ਧਾਰਮਿਕ ਸ਼ਕਤੀ ਦਿਖਾ ਕੇ, ਦੂਜੇ ਪਾਸੇ ਆਪਣੀ ਜਿਹੜੀ ਹੈ ਸਿਆਸੀ ਜ਼ਮੀਨ ਵੀ ਤਲਾਸ਼ ਲਈਏ ਉੱਥੇ। ਨਹੀਂ ਦੇਖੋ, ਮਾੜੀ ਗੱਲ ਕੀ ਹੈ ਜੇ ਸਿੱਖਾਂ ਦੀ ਤਾਕਤ ਉੱਥੇ ਇਕੱਠੀ ਹੋ ਜਾਂਦੀ ਹੈ, ਧਾਰਮਿਕ ਤੌਰ ਤੇ ਉਹ ਪ੍ਰਬੰਧ ਸੁਚੱਜਾ ਕਰ ਲੈਂਦੇ ਆ, ਸਿੱਖਾਂ ਦੇ ਵਧੀਆ ਉੱਥੇ ਜਿਹੜਾ ਹੈਗਾ ਮੁੱਦਿਆਂ ਨੂੰ ਉਠਾਉਂਦੇ ਆ, ਜਾਂ ਸਿੱਖਾਂ ਦੀ ਪਰਵਰਿਸ਼ ਵਾਸਤੇ ਉਹ ਸਾਰੀ ਤਾਕਤ ਇਕੱਠੀ ਕਰਕੇ ਖਰਚ ਕਰਦੇ, ਮਾੜੀ ਕੀ ਗੱਲ ਹੈ? ਮਾੜਾ ਇਹ ਹੈ ਕਿ ਜੇਕਰ ਉਸ ਪੈਸੋਂ ਦੀ ਦੁਰਵਰਤੋਂ ਕੀਤੀ ਜਾਵੇ ਜਾਂ ਉਸ ਪੈਸੇ ਨੂੰ ਜਿਹੜਾ ਆਪਣੇ ਨਿੱਜੀ ਹਿੱਤਾਂ ਵਾਸਤੇ ਲਾਇਆ ਜਾਵੇ, ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸੌਦਾ ਸਾਹਿਬ ਦੀ ਮਾਫੀਨਾਮੇ ਤੇ 90-95 ਲੱਖ ਰੁਪਈਆ ਲਾਤਾ, ਉਹ ਮਾੜੀ ਗੱਲ ਆ। ਮੈਂ ਇਸ ਗੱਲ ਨਾਲ ਸਹਿਮਤ ਨਹੀਂ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਬਜਟ ਆ ਉਹ ਪੰਜਾਬ ਸਰਕਾਰ ਨੂੰ ਵੱਡਾ, ਉਹ ਜਿਸ ਤਰ੍ਹਾਂ ਸਤਿਕਾਰਯੋਗ ਬੁਲਾਰੇ ਜਿਹੜੇ ਰਿਪਰੈਜ਼ੈਂਟ ਕਰ ਰਹੇ ਇਹਨਾਂ ਨੇ ਦੱਸਿਆ, ਬਿਲਕੁਲ ਇਹ ਸਹੀ ਗੱਲ ਹੈ ਕਿ ਬਹੁਤ ਛੋਟਾ ਹੈ। ਉਹਦੇ ਨਾਲੋਂ ਤਾਂ ਸ਼ਾਇਦ ਇੰਡੀਆ ਦੇ ਵਿੱਚ ਜਿਹੜੇ ਬਹੁਤ ਸਾਰੇ ਵੱਡੇ ਮੰਦਿਰ ਆ, 12ਵੇਂ 13ਵੇਂ ਜਗ੍ਹਾ ਤੇ ਜਾ ਕੇ ਦਰਬਾਰ ਸਾਹਿਬ ਦਾ ਜਿਹੜਾ ਬਜਟ ਹੈ ਉਹ ਆਉਂਦਾ ਹੈ। ਬਹੁਤ ਵੱਡੇ ਵੱਡੇ ਮੰਦਿਰਾਂ ਦੇ ਬਜਟ ਨੇ, ਪਰ ਉਹ ਕਿੱਥੇ ਖਰਚ ਹੋ ਰਹੇ ਆ ਦੱਸੋ? ਜੇ ਸਾਡੀ ਸ਼੍ਰੋਮਣੀ ਸੰਸਥਾ ਦੇ ਕੋਲ ਪੈਸਾ ਹੈਗਾ ਵਾ ਤੇ ਜੇ ਉਹ ਚੰਗੇ ਪਾਸੇ ਲੱਗੇ, ਅਸੀਂ ਤਾਂ ਇਹੀ ਕਹਿੰਦੇ ਆ, ਬਹੁਤ ਸਾਰਾ ਪੈਸਾ ਤਾਂ ਤਨਖਾਹਾਂ ਤੇ 40% ਦੇ ਕਰੀਬ ਪੈਸਾ ਤਾਂ ਤਨਖਾਹਾਂ ਤੇ ਨਿਕਲ ਜਾਂਦਾ, ਜਿੰਨੇ ਮੁਲਾਜ਼ਮ ਉੱਤੇ ਸੇਵਾਵਾਂ ਕਰਦੇ ਆ। ਇੱਕ ਗੱਲ ਜ਼ਰੂਰ ਹੈ, ਜਿਹੜਾ ਬਚਤ ਹੈ ਪੈਸੇ ਦੀ ਜਿਹੜੀ ਉਹ ਸਿੱਖਾਂ ਦੀ ਭਲਾਈ ਵਾਸਤੇ,
ਸਮਾਜ ਦੀ ਭਲਾਈ ਵਾਸਤੇ ਲੱਗਣੀ ਚਾਹੀਦੀ, ਨਾ ਕਿ ਕਿਸੇ ਪਰਿਵਾਰਾਂ ਦੀ ਸਿਆਸਤ ਦਾਦੂਵਾਲ ਸਾਹਿਬ ਚਲਾਉਣ ਲੱਗਣੀ ਵਾਸਤੇ। ਚਾਹੀਦੀ ਹੈ ਨਾ। ਫਿਰ ਇਲਜ਼ਾਮ ਇਹ ਲੱਗਦੇ ਆ ਨਾ ਕਿ ਲੱਗ ਨਹੀਂ ਰਹੀ। ਜਿਹੜਾ ਸਿੱਖੀ ਦਾ ਪ੍ਰਚਾਰ ਪ੍ਰਸਾਰ ਦੀ ਗੱਲ ਆਪਾਂ ਕਰਦੇ ਆ, ਵਿਦਿਅਕ ਅਦਾਰੇ ਖੋਲਣ ਦੀ ਗੱਲ ਕਰਦੇ ਆ, ਗੁਰਮੁਖੀ ਸਿਖਾਉਣ ਦੀ ਗੱਲ ਕਰਦੇ ਆ, ਸਾਹਿਤ ਅਕਾਦਮੀ ਖੋਲਣ ਦੀ ਗੱਲ ਕਰਦੇ ਆ, ਉਹ ਨਹੀਂ ਖੁੱਲ ਰਿਹਾ। ਸੋਖੀ ਸਾਹਿਬ ਸਵਾਲ ਜਿਹੜੇ ਦਾਦੂਵਾਲ ਸਾਹਿਬ ਨੇ ਖੜੇ ਕੀਤੇ, ਸਵਾਲ ਤਾਂ ਬੇਸਿਕ ਉਹੀ ਨੇ, ਉਸੇ ਦੇ ਉੱਪਰ ਮੰਗਾਂ ਖੜੀਆਂ ਹੋ ਗਈਆਂ। ਉਹੀ ਮੰਗਾਂ ਜਿਹੜੀ ਇੱਕ ਡੈਲੀਗੇਸ਼ਨ ਲੈ ਕੇ ਚਲਾ ਗਿਆ, ਜਿਸ ਨੂੰ ਜਿਹੜਾ ਕੰਪਨੀ ਕਰ ਗਏ ਰੰਧਾਵਾ ਸਾਹਿਬ, ਜਿਸ ਨੂੰ ਲੈ ਕੇ ਤੁਸੀਂ ਸਵਾਲ ਖੜਾ ਕਰ ਰਹੇ ਹੋ। ਹੁਣ ਸਵਾਲ ਇਹ ਹੈ ਗੌਰਵ ਜੀ, ਗੱਲ ਇਹ ਆ, ਹਾਂਜੀ ਗੌਰਵ ਜੀ, ਬੇਨਤੀ ਇਹ ਆ, ਪਹਿਲਾਂ ਤਾਂ ਸਾਰੇ ਅਸੀਂ ਸਤਿਕਾਰਯੋਗ ਜਿਹੜੇ ਸੱਜਣ ਅਸੀਂ ਡਿਬੇਟ 'ਚ ਸ਼ਾਮਲ ਹੋਏ ਆ, ਅਸੀਂ ਆਪਣੀ ਸਿੱਖ ਸੰਸਥਾ ਨੂੰ ਕਮਜ਼ੋਰ ਕਰ ਰਹੇ ਆ। ਆਪੋ ਆਪਣੀ ਦਲੀਲ ਦੇ ਕੇ ਕਿ ਜੇ ਅੱਜ ਹਰਿਆਣੇ 'ਚ ਬਣ ਗਈ, ਕੱਲ ਰਾਜਸਥਾਨ 'ਚ ਵੀ ਬਣ ਜੂਗੀ, ਪਰਸੋਂ ਹਿਮਾਚਲ 'ਚ ਵੀ ਬਣ ਜੂਗੀ, ਫਿਰ ਇੱਕ ਉੱਥੇ ਬਣ ਜੂਗੀ, ਵੈਸਟ ਬੰਗਾਲ 'ਚ ਵੀ ਬਣ ਜੂਗੀ, ਤਾਂ ਉੱਤਰਾਖੰਡ 'ਚ ਕੀ ਵੀ ਬਣਾ ਹੋਵੇਗੀ, ਤਕੜੇ ਦੇਣਾ। ਹੋਵਾਂਗੇ। ਹਾਂ, ਸਭ ਜਗ੍ਹਾ ਹੋ ਜਾਏਗੀ। ਇਹ ਤਕੜੇ ਹੋਣ ਦਾ ਤਰੀਕਾ ਇਹ ਵੀ ਹੋ ਸਕਦਾ ਨਾ ਕਿ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ 'ਚ ਇੱਥੋਂ ਤਾਕਤ ਲੈ ਕੇ, ਇੱਥੋਂ ਇਕੱਠੇ ਹੋ ਕੇ ਵੱਖ-ਵੱਖ ਸਟੇਟਾਂ 'ਚ ਜਾ ਕੇ ਕੰਮ ਕਰ ਸਕੀਏ। ਕਿਤੇ ਫਿਰ ਦੋਸ਼ ਲਾਉਣੇ ਕਿ ਜੀ ਬਾਦਲ ਪਰਿਵਾਰ ਨੇ ਕਬਜ਼ਾ ਕਰ ਲਿਆ। ਦੇਖੋ, ਜਿੰਨੇ ਸ਼੍ਰੋਮਣੀ ਕਮੇਟੀ ਮੈਂਬਰ ਆ, ਅਸੀਂ ਇਲੈਕਸ਼ਨ ਰਾਹੀਂ, ਸੰਗਤ ਦੀ ਵੋਟ ਰਾਹੀਂ ਜਿੱਤ ਕੇ ਆਏ ਹੋਏ ਆ। ਸੰਗਤ ਨੇ ਫਤਵਾ ਦਿੱਤਾ ਹੈ, ਉਸ ਫਤਵੇ ਸਦਕਾ ਮੈਂਬਰ ਆ। ਉਹਦੇ ਬਾਵਜੂਦ ਵੀ ਆ ਪਿਛਲੀ ਇਲੈਕਸ਼ਨ ਦੇ ਵਿੱਚ ਵੀ ਸਟੇਟ ਤੇ ਸੈਂਟਰ ਗਵਰਨਮੈਂਟ ਸਮੇਤ ਸਾਰੀਆਂ ਸਰਕਾਰਾਂ ਨੇ ਜ਼ੋਰ ਲਾਇਆ, ਆਪਣਾ ਵਿਰੋਧੀ ਕੈਂਡੀਡੇਟ ਖੜਾ ਕੀਤਾ, ਉਹਨੂੰ 40-42 ਵੋਟਾਂ ਪਈਆਂ। ਕੀ ਉਹ ਅਸਾਰੂ ਲੋਕਤੰਤਰ ਨਹੀਂ? ਉਹਦੇ ਬਾਵਜੂਦ ਵੀ ਇਹੀ ਕਹੀ ਜਾਣਾ ਜੀ ਇੱਕ ਧਿਰ ਦਾ ਕਬਜ਼ਾ, ਜੀ ਇੱਕ ਧਿਰ ਦਾ ਕਬਜ਼ਾ। ਕਿਉਂ ਆਪਾਂ ਆਪਣੀ ਇਸ ਆੜ ਦੇ ਵਿੱਚ, ਰਾਜਨੀਤੀ ਚਮਕਾਉਣ ਦੇ ਚੱਕਰ ਦੇ ਵਿੱਚ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਸਾਡੀ ਵਕਾਰੀ ਸੰਸਥਾ ਜਿਹੜੀ ਸਿੱਖਾਂ ਦੀ ਨੁਮਾਇੰਦਾ ਪਾਰਲੀਮੈਂਟ ਆ, ਅਸੀਂ ਉਹਨੂੰ ਮਿੰਨੀ ਪਾਰਲੀਮੈਂਟ ਕਹਿੰਦਾ, ਮੈਂ ਇਹਨੂੰ ਪਾਰਲੀਮੈਂਟ ਹੀ ਕਹਿਣਾ, ਕਿਉਂਕਿ ਸਿੱਖਾਂ ਦੀ ਹੋਰ ਕੋਈ ਪਾਰਲੀਮੈਂਟ ਹੀ ਨਹੀਂ, ਇਹੀ ਪਾਰਲੀਮੈਂਟ ਹੈ। ਅਸੀਂ ਉਹਨੂੰ ਕਿਉਂ ਤੋੜਨ ਲੱਗੇ ਹੋਏ ਆ? ਅਗਰ ਰਾਜਸਥਾਨ 'ਚ ਕੋਈ ਮਸਲਾ ਹੈ, ਜਿੱਦਾਂ ਅਸੀਂ ਪੰਜਾਬ ਦੇ ਡਿਪਟੀ ਸਾਹਿਬ ਜੁੜੇ ਹੋਏ ਆ, ਸੋਖੀ ਸਾਹਿਬ, ਡਿਪਟੀ ਸਾਹਿਬ ਆਵਾਜ਼ ਮਿਲ ਪਾ ਰਹੀ ਹੈ? ਹਾਂਜੀ ਹਾਂਜੀ ਸੋਖੀ ਸਾਹਿਬ, 1 ਮਿੰਟ, ਮੈਂ 1 ਮਿੰਟ ਤੁਹਾਨੂੰ ਲੈ ਕੇ ਆਣਾ ਇਹਨਾਂ ਦਾ ਪੁਆਇੰਟ। ਡਿਪਟੀ ਸਾਹਿਬ ਆਵਾਜ਼ ਮਿਲ ਪਾ ਰਹੀ ਹੈ? ਹਾਂਜੀ ਹਾਂਜੀ ਡਿਪਟੀ ਸਾਹਿਬ, ਸਵਾਲ ਖੜੇ ਹੋ ਗਏ ਕਿ ਤੁਸੀਂ ਕਾਫੀ ਲੰਮੇ ਵੇਲੇ ਤੋਂ ਲੱਗੇ ਹੋਏ ਹੋ ਕਿ ਉੱਥੇ ਵੱਖਰੀ ਕਮੇਟੀ ਬਣਨੀ ਹੈ। ਸੋਖੀ ਸਾਹਿਬ ਜੁੜੇ ਹੋਏ, ਐਸਜੀਪੀਸੀ ਨੇ ਪ੍ਰੈਜ਼ੈਂਟ ਕਰੇ, ਦਾਦੂਵਾਲ ਸਾਹਿਬ ਨੇ ਸਾਰੇ ਜੁੜੇ, ਸੰਧੂ ਸਾਹਿਬ, ਸੋਢੀ ਸਾਹਿਬ। ਥੋੜਾ ਜਿਹਾ ਦੱਸੋ, ਸਮਝਾਓ, ਮਤਲਬ ਕਿ ਕੀ ਲੋੜ ਪੈ ਗਈ ਰਾਜਸਥਾਨ ਦੇ ਵਿੱਚ ਵੱਖਰੀ ਕਮੇਟੀ ਦੀ? ਦੇਖੋ ਜੀ, ਜੇ ਸ਼੍ਰੋਮਣੀ ਕਮੇਟੀ ਜਿਹੜੀ ਹੈ ਇਹ ਅਕੋਰਡਿੰਗ ਰੂਲ ਜਿਹੜੀ ਹੈ ਇਹ ਪੰਜਾਬ ਤੋਂ ਬਾਹਰ ਕੰਮ ਨਹੀਂ ਕਰ ਸਕਦੀ। ਠੀਕ ਹੈ। ਜਿਹਦਾ ਵਰਕਿੰਗ ਏਰੀਆ ਜਿਹੜਾ ਇਹਦਾ ਹੈ ਹਿਮਾਚਲ, ਹਰਿਆਣਾ ਤੇ ਪੰਜਾਬ। ਇਹ ਹਰਿਆਣੇ ਨੂੰ ਹੀ ਸੰਤੁਸ਼ਟ ਨਹੀਂ ਰੱਖ ਸਕੇ, ਆਪਣੇ ਨਾਲ ਨਹੀਂ ਰੱਖ ਸਕੇ। ਠੀਕ ਹੈ। ਹਰਿਆਣੇ ਦੇ ਸਿੱਖਾਂ ਨਾਲ ਇਹਨਾਂ ਨੇ ਕਦੀ ਵੀ ਮਤਲਬ ਬਰਾਬਰੀ ਦਾ ਇਹਨਾਂ ਨੇ ਵਰਤਾਓ ਨਹੀਂ ਕੀਤਾ। ਹਰਿਆਣੇ ਦੇ ਸਿੱਖ ਇਹਨਾਂ ਦੇ ਇਸ ਜਿਹੜਾ ਇਹਨਾਂ ਨੇ ਉਹਨਾਂ ਨਾਲ ਭੇਦਭਾਵ ਕੀਤਾ, ਉਸ ਤੋਂ ਤੰਗ ਆ ਕੇ ਉਹਨਾਂ ਨੇ ਵੱਖਰੀ ਕਮੇਟੀ ਦਾ ਰਾਜ ਕੀਤਾ। ਨਹੀਂ, ਤੁਸੀਂ ਹਰਿਆਣੇ ਨੂੰ ਦੇਖ ਕੇ ਆਪਣੀ ਵੱਖਰੀ ਮੰਗ ਰੱਖਤੀ ਕਿ ਹਰਿਆਣੇ ਵਾਲੇ ਨਾਲ ਇੱਦਾਂ ਹੋਇਆ ਤਾਂ ਅਸੀਂ ਆਪਣੀ ਵੱਖਰੀ ਬਣਾ ਲਈਏ, ਜਾਂ ਤੁਹਾਡੀ ਆਪਣੇ ਕੋਈ ਜਿਹੜੇ ਹੈਗੇ ਆ ਉਹ ਮੰਗਾਂ ਹੈਗੀਆਂ, ਤੁਹਾਡੇ ਕਾਰਨ ਹੈਗੇ ਆ? ਸਾਡੇ ਕਿਉਂ ਨਹੀਂ ਕਾਰਨ ਜੀ? ਸਾਡੇ 20 ਗੁਰਦੁਆਰੇ ਜਿਹੜੇ ਗੁਰਦੁਆਰਾ ਸਾਹਿਬ ਨੇ, ਜਿਹੜੇ ਹਿਸਟੋਰੀਕਲ ਗੁਰਦੁਆਰੇ, ਜਿਨ੍ਹਾਂ ਦਾ ਕੋਈ ਪ੍ਰਬੰਧ ਜਿਹੜਾ ਉਹ ਸੁਚਾਰੂ ਰੂਪ ਨਾਲ ਨਹੀਂ ਚੱਲਦਾ। ਮੈਂ ਬੁੱਢਾ ਜੋੜ ਸਾਹਿਬ ਦੀ ਗੱਲ ਕਰਦਾ, ਸਿਰਫ ਬੁੱਢਾ ਜੋੜ ਸਾਹਿਬ ਤੇ ਸਾਨੂੰ ਜਵਾਬ ਦੇ। ਗੁਰਦੁਆਰਾ ਬੁੱਢਾ ਜੋੜ ਸਾਹਿਬ ਦਾ ਪ੍ਰਬੰਧ ਜਿਹੜਾ ਹੈ ਉਹ ਦੇਵਸਥਾਨ ਐਕਟ ਦੇ ਥੱਲੇ ਚੱਲਦਾ। ਦੇਵਸਥਾਨ ਐਕਟ ਜਿਹੜਾ ਰਾਜਸਥਾਨ ਦੇ ਵਿੱਚ ਮੰਦਿਰਾਂ ਦਾ ਪ੍ਰਬੰਧ ਕਰਦਾ। ਜੇ ਉਹ ਸ਼੍ਰੋਮਣੀ ਕਮੇਟੀ ਦੇਵਸਥਾਨ ਦੇ ਐਕਟ ਤੋਂ ਬਾਹਰ ਕੋਈ ਕੰਮ ਕਰ ਸਕਦੀ ਹੈ ਤਾਂ ਸਾਨੂੰ ਕਰਕੇ ਦਿਖਾ ਦੇਵੇ, ਕਿਉਂਕਿ ਜਦੋਂ ਇਹਨਾਂ ਦਾ ਰਾਜਸਥਾਨ ਦੇ ਗੁਰਦੁਆਰਿਆਂ ਦੇ ਪ੍ਰਬੰਧ ਤੇ ਦਖਲ ਹੀ ਨਹੀਂ ਹੈਗਾ। ਤੇ ਜੇ ਰਾਜਸਥਾਨ ਦੇ ਸਿੱਖ ਆਪਣੇ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਤਰੀਕੇ ਨਾਲ ਚਲਾਉਣਾ ਚਾਹੁੰਦੇ ਤਾਂ ਇਹਨਾਂ ਨੂੰ ਪ੍ਰੋਬਲਮ ਕੀ ਹੈ ਜੀ? ਓਕੇ, ਨਹੀਂ ਫਿਰ ਰੰਧਾਵਾ ਸਾਹਿਬ ਨੂੰ ਨਾਲ ਲੈ ਗਏ ਤੁਸੀਂ ਇਸ ਕਰਕੇ ਕਿ ਜਲਦੀ ਬਣ ਜਾਏਗੀ? ਸਿਫਾਰਿਸ਼ ਸੀ ਕਿ ਨਾਲ ਰੰਧਾਵਾ ਸਾਹਿਬ ਮਤਲਬ ਸਿਫਾਰਿਸ਼ ਨਾਲ ਲੈ ਜਾਈਏ? ਅਸੀਂ ਆਪਣੀ ਮੰਗ ਆਪਣੀ ਸਰਕਾਰ ਤੋਂ ਕੀਤੀ ਹੈ। ਰੰਧਾਵਾ ਸਾਹਿਬ ਸਾਡੀ ਖੁਸ਼ਕਿਸਮਤੀ ਹੈ ਸਿੱਖਾਂ ਦੀ ਕਿ ਉੱਥੇ ਕੋਈ ਜਿਹੜਾ ਮੁੱਖ ਮੰਤਰੀ ਦੇ ਨਾਲ ਕੋਈ ਸਿੱਖ ਜਿਹੜਾ ਰਿਪਰੈਜ਼ੈਂਟ ਕਰ ਰਿਹਾ ਸਿੱਖਾਂ ਨੂੰ, ਜਾਂ ਅਸੀਂ ਉਹਦੇ ਕੋਲ ਜਾ ਕੇ ਆਪਣੀ ਗੱਲ ਕਰ ਸਕਦੇ ਹਾਂ, ਉਹ ਸਾਡੀ ਭਾਵਨਾਵਾਂ ਨੂੰ ਸਮਝ ਸਕਦੇ। ਤੇ ਜੇ ਅੱਜ ਸਾਨੂੰ ਇੱਕ ਮੌਕਾ ਮਿਲਿਆ ਹੈ ਕਿ ਅਸੀਂ ਆਪਣੀ ਗੱਲ ਸਾਡੇ ਮੁੱਖ ਮੰਤਰੀ ਨੂੰ ਸਾਡੀਆਂ ਭਾਵਨਾਵਾਂ ਦੀ ਸਮਝ ਹੀ ਨਹੀਂ ਆਉਂਦੀ। ਨਹੀਂ, ਹੁਣ ਆ ਗਈ ਰੰਧਾਵਾ ਸਾਹਿਬ ਨੂੰ ਤੁਸੀਂ ਨਾਲ ਲੈ ਗਏ, ਹੁਣ ਆ ਗਈ ਉਹਨਾਂ ਨੂੰ ਗਹਿਲੋਤ ਸਾਹਿਬ ਨੂੰ? ਹਾਂਜੀ, ਜਦੋਂ ਤੁਸੀਂ ਹੁਣ
ਲੈ ਕੇ ਗਏ ਹੋ ਸੁਖੀ ਰੰਧਾਵਾ ਜੀ ਨੂੰ, ਤੇ ਹੁਣ ਅਸ਼ੋਕ ਗਹਿਲੋਤ ਸਾਹਿਬ ਨੂੰ ਤੁਹਾਡੇ ਭਾਵਨਾਵਾਂ ਦੀ ਹੁਣ ਸਮਝ ਪੈ ਗਈ, ਚੰਗੀ ਤਰੀਕੇ ਨਾਲ ਸਮਝਾਇਆ ਕੀ ਕਿਹਾ ਗਹਿਲੋਤ ਸਾਹਿਬ ਨੇ ਜਦ ਤੁਸੀਂ ਆਏ? ਤੁਹਾਡੇ ਮੰਗ ਪੱਤਰ ਤੁਸੀਂ ਸੌਂਪ ਕੇ ਆਏ ਹੋ ਨਾ? ਰੰਧਾਵਾ ਸਾਹਿਬ ਨੇ ਸਾਡੀ ਗੱਲ ਦੇ ਵਿੱਚ ਕੋਈ ਇਹੋ ਜਿਹਾ ਰੋਲ ਤਾਂ ਅਦਾ ਨਹੀਂ ਕੀਤਾ ਵੀ ਰੰਧਾਵਾ ਸਾਹਿਬ ਸਾਡੀ ਵਾਇਸ ਬਣਦੇ ਹੋਣ। ਉਹਨਾਂ ਨੇ ਤਾਂ ਸਾਡੀ ਗੱਲ ਸੀਐਮ ਸਾਹਿਬ ਨੂੰ ਸੁਣਵਾਈ ਹੈ ਵੀ ਤੁਸੀਂ ਆਪਣੀ ਗੱਲ ਸੀਐਮ ਸਾਹਿਬ ਨੂੰ ਜਿਹੜੀ ਸੁਣਾਉਣੀ ਆ, ਜਿਹੜਾ ਤੁਹਾਨੂੰ ਗਿਲਾ ਹੈ ਕਿ ਸਾਡੀ ਕੋਈ ਗੱਲ ਨਹੀਂ ਸੁਣਦਾ, ਲਓ ਮੈਂ ਤੁਹਾਡੀ ਗੱਲ ਸੁਣਵਾ ਦਿੰਦਾ। ਠੀਕ ਹੈ। ਇਹ ਹੁਣ ਰੰਧਾਵਾ ਸਾਹਿਬ ਤੇ ਬਲੇਮ ਕਰਨਾ ਤੁਹਾਡੀ ਜਿਹੜੀ ਪੰਜਾਬ ਦੀ ਪੋਲਿਟਿਕਸ ਹੈ ਉਹਨੂੰ ਰਾਹ ਆਉਂਦਾ ਹੈ, ਇਸ ਕਰਕੇ ਤੁਸੀਂ ਰੰਧਾਵਾ ਸਾਹਿਬ ਨੂੰ ਟਾਰਗੇਟ ਕਰ ਰਹੇ, ਜਦਕਿ ਰੰਧਾਵਾ ਸਾਹਿਬ ਦਾ ਕੋਈ ਰੋਲ ਹੀ ਨਹੀਂ ਹੈਗਾ ਉਹਦੇ। ਰੰਧਾਵਾ ਸਾਹਿਬ ਦਾ ਕੋਈ ਰੋਲ ਹੀ ਨਹੀਂ ਹੈ। ਸਰ ਮੈਂ ਜਵਾਬ ਲੈ ਲੈਣਾ। ਸੁਖੀ ਸਾਹਿਬ ਤੁਸੀਂ ਕੰਟੀਨਿਊ ਕਰਨਾ, ਦੱਸ ਦਿਓ। ਡਿਪਟੀ ਸਾਹਿਬ ਨਾਲ ਜੁੜੇ ਹੋਏ ਮੈਂ ਸਰ ਪੁਆਇੰਟ ਲੈ ਕੇ ਆ ਗਿਆ ਸਰ ਸਮਝਾ ਦਿਆ ਆਪਾਂ ਅੱਛੀ ਤਰੀਕੇ ਨਾਲ, ਉਹਨਾਂ ਦੇ ਪੁਆਇੰਟ ਸਮਝ ਲਈਏ। ਇਲਜ਼ਾਮ ਇਹਨਾਂ ਨੇ ਲਾਏ ਆਪਾਂ ਸਮਝ ਲਈਏ ਸਰ, ਐਸਜੀਪੀਸੀ ਨੂੰ ਕਮਜ਼ੋਰ ਕਰਨ ਦੇ ਇਲਜ਼ਾਮ ਇਹਨਾਂ ਨੇ ਲਗਾਏ ਆ ਤੁਹਾਡੇ ਸਾਰਿਆਂ ਤੇ ਆਪਾਂ ਸਮਝ ਲਈਏ। ਸੁਖੀ ਸਾਹਿਬ ਸਮਾਂ ਘਟਦਾ ਜਾ ਰਿਹਾ, ਕੁਇਕਲੀ ਸਰ ਮੈਂ ਸੋਢੀ ਸਾਹਿਬ ਕੋ ਸਾਰੇ ਕੋਲ ਜਾਣਾ ਕਿ ਇੱਕ ਵਾਰ ਹੁਣ ਦੱਸੋ ਫਿਰ ਹਰਦੀਪ ਸਿੰਘ ਜੀ ਉਹਨਾਂ ਨੂੰ ਮੈਂ ਕੀ ਕਹਾਂ। ਇਹ ਤਾਂ ਉਹ ਹੈ ਕਿ ਅਸੀਂ ਐਸਜੀਪੀਸੀ ਨੂੰ ਤੋੜਨਾ ਵੀ ਚਾਹੁੰਦੇ ਆ, ਉਹਦੀ ਤਾਕਤ ਵੀ ਕਮਜ਼ੋਰ ਕਰਨਾ ਚਾਹੁੰਦੇ ਆ, ਕਾਂਗਰਸ ਦੀ ਮਦਦ ਵੀ ਲੈਣਾ ਚਾਹੁੰਦੇ ਆ, ਪਰ ਉਹਨਾਂ ਨਾਲ ਭਾਈਵਾਲੀ ਪੈ ਗਈ, ਇਸ ਕਰਕੇ ਅਸੀਂ ਉਹਨਾਂ ਨੂੰ ਬਚਾਉਣਾ ਵੀ ਚਾਹੁੰਦੇ ਆ। ਇੱਕ ਪਾਸੇ ਕਿਹਾ ਜਾ ਰਿਹਾ ਕਿ ਐਸਜੀਪੀਸੀ ਦੇ ਅਧੀਨ ਉੱਥੇ ਕੋਈ ਗੁਰੂ ਘਰ ਨਹੀਂ, ਤੇ ਜੇ ਅਸੀਂ ਗੁਰੂ ਘਰ ਆਪਣੇ ਅਧੀਨ ਲਏ ਹੁੰਦੇ ਫਿਰ ਇਹ ਗੱਲ ਕਿਹਾ ਜਾਣੀ ਸੀ ਕਿ ਐਸਜੀਪੀਸੀ ਦਾ ਉੱਥੋਂ ਗੋਲਕ ਚੋਂ ਪੈਸਾ ਲੈ ਕੇ ਆ ਰਹੀ ਆ ਜੀ, ਸਾਡੇ ਤੇ ਲਾ ਨਹੀਂ ਰਹੇ। ਇੱਕ ਪਾਸੇ ਉਹ ਕਹਿ ਰਹੇ ਆ ਕਿ ਹਰਿਆਣੇ 'ਚ ਅਸੀਂ ਕੁਝ ਕੀਤਾ ਨਹੀਂ, ਉੱਥੇ ਅਸੀਂ ਮੀਰੀ ਪੀਰੀ ਕਾਲਜ ਔਰ ਇੰਨਾ ਕੁਝ ਹਰਿਆਣੇ ਨੂੰ ਦੇ ਦਿੱਤਾ, ਉਹਦੇ ਬਾਵਜੂਦ ਉਹ ਕਹਿ ਰਹੇ ਕਿ ਐਸਜੀਪੀਸੀ ਨੇ ਉੱਥੇ ਕੁਝ ਵੀ ਨਹੀਂ ਕੀਤਾ। ਤੇ ਜਿਹੜੀਆਂ ਮੰਗਾਂ ਲੈ ਕੇ ਸੁਖੀ ਰੰਧਾਵੇ ਕੋਲੇ ਜਾਂ ਗਹਿਲੋਤ ਸਾਹਿਬ ਕੋਲ ਗਏ ਨੇ, ਅਗਰ ਉਹ ਰਾਜਸਥਾਨ ਦੇ ਸਿੱਖ ਇਹ ਗੱਲ ਕਹਿੰਦੇ ਕਿ ਅਸੀਂ ਧਾਮੀ ਸਾਹਿਬ ਨੂੰ ਰਾਜਸਥਾਨ 'ਚ ਬੁਲਾ ਕੇ ਸਿੱਖ ਮਸਲੇ ਆ, ਰਾਜਨੀਤੀ ਨਹੀਂ, ਜਿਹੜਾ ਪੰਜਾਬ 'ਚ ਦੋਸ਼ ਲਾਉਂਦੇ ਆ ਕਿ ਅਕਾਲੀ ਦਲ ਦਾ ਐਸਜੀਪੀਸੀ ਦਖਲਅੰਦਾਜ਼ੀ ਕਰਦਾ ਹੈ, ਇਹ ਫਿਰ ਉੱਥੇ ਕਿਉਂ ਰਾਜਨੀਤਿਕ ਵਿਅਕਤੀ ਕੋਲੇ ਗਏ? ਇਹ ਆਪਣੀ ਧਾਰਮਿਕ ਸੰਸਥਾ ਦੇ ਪ੍ਰਧਾਨ ਸਾਹਿਬ ਨੂੰ ਬੁਲਾਉਂਦੇ ਜਾਂ ਉਹਨਾਂ ਕੋਲੇ ਆਉਂਦੇ ਵੀ ਸਾਡੇ ਰਾਜਸਥਾਨ ਦੇ ਆਹ ਮਸਲੇ ਆ ਜੀ, ਆਪਾਂ ਇਹਨੂੰ ਇਸ ਤਰੀਕੇ ਨਾਲ ਕਰੀਏ। ਕੀ ਉਹ ਸਹੀ ਸੀ? ਉਹਨਾਂ ਸਿੱਖ ਤਾਕਤ ਇਕੱਠੀ ਰਹਿੰਦੀ, ਤਾਕਤਵਰ ਰਹਿੰਦੀ, ਜਾਂ ਹੁਣ ਤੁਸੀਂ ਸਿੱਖ ਤਾਕਤ ਨੂੰ ਆਪਸ ਦੇ ਵਿੱਚ ਹੋਰ ਖਿਲਾਰਨਾ ਚਾਹੁੰਦੇ ਹੋ, ਰਾਜਨੀਤੀ ਦੇ ਮੋਹਰੇ ਬਣਨਾ ਚਾਹੁੰਦੇ ਹੋ? ਡੋਡਵਾ ਸਾਹਿਬ ਆਪਾਂ ਇਹਦੇ ਮਗਰ ਨਾ ਲੱਗੋ, ਰਾਜਸਥਾਨ ਦੀ ਇਲੈਕਸ਼ਨ ਸਿਰ ਤੇ ਆਈ ਖੜੀ ਹੈ, ਅਗਲੀ ਸਰਕਾਰ ਕਿਹਦੀ ਬਣਨੀ ਆ ਕਿਹਦੀ ਨਹੀਂ ਬਣਨੀ, ਕੇਵਲ ਤੇ ਕੇਵਲ ਰਾਜਸਥਾਨ ਦੇ ਸਿੱਖਾਂ ਨੂੰ ਮੋਹਰੇ ਬਣਾ ਕੇ ਵਰਤਿਆ ਜਾਣਾ। ਉਸੇ ਮੋਹਰੇ ਵਜੋਂ ਕਾਂਗਰਸ ਪਾਰਟੀ ਨੇ ਸੁਖੀ ਰੰਧਾਵਾ ਨੂੰ ਉੱਥੇ ਭੇਜਿਆ। ਇਹ ਰਾਜਨੀਤੀ ਹੋ ਰਹੀ ਹੈ ਔਰ ਦੋਸ਼ ਲਾ ਰਹੇ ਆ ਪੰਜਾਬ ਤੇ, ਐਸਜੀਪੀਸੀ ਤੇ ਔਰ ਅਕਾਲੀ ਦਲ ਤੇ। ਠੀਕ ਹੈ, ਮੈਂ ਬੇਨਤੀ ਕਰਦਾ ਕਿ ਇਦਾਂ ਦੀ ਗੱਲ ਨਾ ਕਰੋ। ਆਪਾਂ ਤਾਂ ਅੰਗਰੇਜ਼ਾਂ ਤੋਂ ਕਿਤੇ ਅੱਗੇ ਨਿਕਲ ਗਏ। 1920 ਦੇ ਵਿੱਚ ਜਦੋਂ ਇੱਕ ਐਕਟ ਬਣਦਾ, 1925 ਸਾਡਾ ਐਕਟ ਲਾਗੂ ਹੁੰਦਾ, ਤਾਂ ਅੰਗਰੇਜ਼ ਸਰਕਾਰ ਸੀ ਨਾ, ਉਹਨੇ ਸਾਡੀ ਮੰਗ ਮੰਨ ਲਈ ਆ। ਸਾਡੇ ਅੱਜ ਵਾਲੇ ਇਹ ਵੀ ਮੰਨ ਰਹੇ, ਕਹਿੰਦੇ ਇਹ ਵੀ ਮੰਨ ਲੈਣਗੇ ਅਗਰ ਚੋਣਾਂ ਨੇੜੇ ਆ ਤਾਂ। ਸੰਧੂ ਸਾਹਿਬ ਦਾ ਪੁਆਇੰਟ ਲੈ ਲਿਆ। ਮੈਂ ਸੰਧੂ ਸਾਹਿਬ ਕੋ ਜਾ ਕੇ ਆ ਰਹੇ ਸਰ, ਸੰਧੂ ਸਾਹਿਬ ਕੋ ਜਾ ਕੇ ਆ ਰਹੇ ਸਰ, ਆ ਰਹੇ ਸੰਧੂ ਸਾਹਿਬ ਸਰ ਕੁਇਕਲੀ ਕਿਹਨਾਂ ਗੱਲ ਦੱਸੀ, ਪਰ ਇਹ ਮੰਨਣ ਨੂੰ ਤਿਆਰ ਹੀ ਨੇਗੇ। ਉਹਨਾਂ ਨੇ ਸਪੈਸ਼ਲ ਕਲੀਅਰ ਕਿਹਾ ਵੀ ਸੁਖਜਿੰਦਰ ਰੰਧਾਵਾ ਦਾ ਇਹਨਾਂ ਦੇ ਵਿੱਚ ਕੋਈ ਵੀ ਰੋਲ ਨਹੀਂਗਾ। ਉਹ ਤੇ ਸਾਡੀ ਕਦੇ ਖੁਸ਼ਕਿਸਮਤੀ ਸੀ ਵੀ ਬੀਇੰਗ ਅ ਸਿੱਖ ਉਹ ਇੱਥੇ ਪੰਜਾਬ ਰਾਜਸਥਾਨ ਦੇ ਇੰਚਾਰਜ ਬਣ ਕੇ ਗਏ, ਤੇ ਅਸੀਂ ਕਿਹਾ ਵੀ ਗਹਿਲੋਤ ਸਾਹਿਬ ਨੂੰ ਚੰਗੇ ਤਰੀਕੇ ਨਾਲ ਗੱਲ ਪਹੁੰਚਾਉਣਗੇ। ਪਰ ਐਸਜੀਪੀਸੀ ਹਮੇਸ਼ਾ ਹੀ ਹਰ ਚੀਜ਼ ਨੂੰ ਨੈਗੇਟਿਵ ਵੇਖ, ਹਰ ਚੀਜ਼ ਨੂੰ ਇਹਨਾਂ ਦੇ ਨੈਗੇਟਿਵ ਵੇਖਣਾ ਵੀ ਇਹ ਸਿੱਖਾਂ ਨੂੰ ਤੋੜ ਰਹੇ ਨੇ। ਬਿਲਕੁਲ ਐਸੀ ਕੋਈ ਗੱਲ ਨਹੀਂ ਹੈਗੀ। ਰਾਜਸਥਾਨ ਬਹੁਤ ਵੱਡਾ ਹੈ, ਪੰਜਾਬ ਵੀ ਬਹੁਤ ਵੱਡਾ। ਤੁਹਾਨੂੰ ਡਿਪਟੀ ਜੀ ਨੇ ਕਲੀਅਰ ਦੱਸਿਆ ਬਈ ਜੇ ਸੰਵਿਧਾਨ ਦੇ ਮੁਤਾਬਕ ਵੇਖੀਏ ਤੇ ਵੀ ਤੁਸੀਂ ਪੰਜਾਬ, ਹਰਿਆਣਾ ਤੇ ਹਿਮਾਚਲ ਦੇ ਉੱਤੇ ਤੁਸੀਂ ਐਸਜੀਪੀਸੀ ਜਿਹੜੀ ਆ ਉਹ ਕੰਮ ਕਰ ਸਕਦੀ ਆ। ਤੇ ਕਹਿੰਦੇ ਤੁਹਾਨੂੰ ਜੇ ਹਰਿਆਣਾ ਨੂੰ ਤੁਸੀਂ ਨਹੀਂ ਸਿੱਖ ਜੋੜ ਸਕੇ ਤੇ ਫਿਰ ਰਾਜਸਥਾਨ ਕਿੱਥੋਂ ਜੋੜ ਦੇਗੇ, ਜਿੱਥੇ ਵਿੱਚ ਤੁਹਾਡਾ ਕੋਈ ਦਖਲ ਹੀ ਨਹੀਂਗਾ। ਹਰਿਆਣਾ ਦੀ ਜੇ ਤੁਸੀਂ ਚੰਗੀ ਮਿਸਾਲ ਕਾਇਮ ਪੇਸ਼ ਕੀਤੀ ਹੁੰਦੀ ਨਾ, ਤੇ ਫਿਰ ਰਾਜਸਥਾਨ ਵਾਲੇ ਸਗੋਂ ਆਪ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਜੁੜਨਾ ਚਾਹੁੰਦੇ ਹਾਂ, ਤੁਹਾਡੇ ਤੋਂ ਟੁੱਟਣਾ ਨਹੀਂ ਚਾਹੁੰਦੇ। ਪਰ ਤੁਸੀਂ ਨਹੀਂ ਕੰਮ ਕੀਤਾ, ਤੁਸੀਂ ਨਹੀਂ ਮੰਨਣਾ, ਨਾ ਮੰਨੋ, ਸਾਨੂੰ ਕੋਈ ਇਤਰਾਜ਼ ਨਹੀਂਗਾ। ਇਹ ਸਾਰੀ ਸਿੱਖ ਸੰਗਤ, ਸਿੱਖ ਕੌਮ ਨੂੰ ਪਤਾ ਹੈ ਵੀ ਤੁਸੀਂ ਕੀ ਕਰਦੇ ਹੋ ਜਾਂ ਕੀ ਨਹੀਂ ਕਰਦੇ। ਹਾਲੇ ਵੀ ਕੁਝ ਨਹੀਂ ਮਿਲਿਆ, ਹਾਲੇ ਵੀ ਤੁਸੀਂ ਜਿਹੜੀ ਐਸਜੀਪੀਸੀ ਆਪਣਾ ਰੋਲ ਸਹੀ ਤਰ੍ਹਾਂ ਨਿਭਾਵੇ ਤੇ ਕੋਈ ਦਿੱਕਤ ਨਹੀਂ ਹੈ। ਕੋਈ ਕਿਸੇ ਨੇ ਤੇ ਇਲੈਕਸ਼ਨ ਲੜ ਕੇ ਕਿਸੇ ਐਮਐਲਏ ਥੋੜੀ ਬਣਨਾ। ਡਿਪਟੀ ਸਾਹਿਬ ਆ ਰਹੇ, ਸੋਢੀ ਸਾਹਿਬ ਮੇਰੀ ਬੇਨਤੀ ਸੁਣੀ ਜਾਵੇ। ਗੌਰਵ ਸਾਹਿਬ ਇੱਕ ਵਾਰੀ ਮੈਨੂੰ ਗੱਲ ਕਹਿਣ ਦਾ ਮੌਕਾ ਦਿੱਤਾ। ਸੋਢੀ ਸਾਹਿਬ ਇੱਕ ਮਿੰਟ। ਹਾਂਜੀ ਡਿਪਟੀ ਸਾਹਿਬ ਸਮਾਂ ਘਟਦਾ ਜਾ ਰਿਹਾ ਥੋੜਾ ਜਿਹਾ, ਦੱਸੋ ਸਰ। ਹਾਂਜੀ ਮੈਂ ਕਹਿ ਰਿਹਾ ਜੀ, ਇਹ ਕਹਿੰਦੇ ਵੀ ਤੁਸੀਂ ਧਾਮੀ ਸਾਹਿਬ ਕੋਲੇ ਆਉਂਦੇ, ਤੁਸੀਂ ਸਾਡੇ ਨਾਲ ਗੱਲ ਕਰਦੇ। ਅਸੀਂ 20 ਸਾਲ ਅਕਾਲ ਤਖਤ ਸਾਹਿਬ ਤੇ ਸਾਡੇ ਅਕਾਲ ਤਖਤ ਦੀਆਂ ਫਾਈਲਾਂ ਦੇ ਵਿੱਚ ਪਲੰਦੇ ਪਏ ਆ ਸਾਡੀਆਂ ਚਿੱਠੀਆਂ ਦੇ। ਲੋ ਸੋਕੀ ਸਾਹਿਬ ਮਿੰਟਾਂ ਕੱਢੀਆਂ ਵੀ ਸਾਡਾ ਮਸਲੇ ਹੱਲ ਕਰਾਓ। ਮਿੰਟਾਂ ਕੀਤੀਆਂ, ਕਹਿੰਦੇ ਗੱਲ ਹੀ ਨਹੀਂ ਸੁਣੀ। ਅਕਾਲ ਤਖਤ ਦਾ ਜਥੇਦਾਰ ਵੀ ਇਹਨਾਂ ਦੀ ਬੁੱਕਲ ਤੋਂ ਬਾਹਰ ਨਹੀਂ ਨਿਕਲ ਦਿੰਦੇ।
ਸੁਖੀ ਸਾਹਿਬ ਹੈ ਕੋਈ ਹੋ ਸਕਦਾ ਜੀ। ਸੁਖੀ ਸਾਹਿਬ ਇਹ ਤੁਹਾਨੂੰ ਪੁੱਛ ਰਿਹਾ ਹੋ ਸਕਦਾ ਕਿ ਨਹੀਂ ਹੋ ਸਕਦਾ ਉਹਨਾਂ ਦੱਸ ਰਹੇ ਤੁਹਾਨੂੰ ਲਾਈਵ ਦੱਸ ਰਹੇ ਪੂਰੀ ਦੁਨੀਆ ਸੁਣ ਰਹੀ ਹੈ ਦੇਖ ਰਹੀ ਹੈ ਸਾਡੀ ਗੱਲ ਹੀ ਨਹੀਂ ਸੁਣਦਾ। ਸਾਰੀ ਐਸਜੀਪੀਸੀ ਕਰਦੀ ਆ ਉੱਥੇ ਬੈਠ ਕੇ, ਜੇ ਉਹਨਾਂ ਦੇ ਗੁਰਦੁਆਰਿਆਂ ਦੇ ਲਈ ਜਦੋਂ ਵੀ ਕੋਈ ਲੋੜ ਪੈਂਦੀ ਹੈ ਮਦਦ ਕਰਦੀ ਆ, ਤੇ ਇਹ ਅੱਜ ਗੱਲ ਕਿਉਂ ਉੱਠ ਖੜੀ? ਮੈਂ ਇੱਕ ਗੱਲ ਜੀ ਆਪਣੀ ਗੱਲ ਮੁਕਾਉਣੀ ਚਾਹੁੰਦਾ, ਐਸਜੀਪੀਸੀ ਸਿੱਖਾਂ ਦੀ ਮਾਂ ਆ, 20 ਸਾਲ ਹੋ ਗਏ ਮਾਂ ਸਾਨੂੰ, ਮਿੰਨਤਾਂ ਕਰਦੀ 20 ਆ ਸਾਲ ਹੋ ਗਏ, ਲੱਗ ਨਾ ਹੋਵੋ, ਲੱਗ ਨਾ ਹੋਵੋ, ਪਰ ਪੁੱਤਣ ਨੌਹਾਂ ਦੇ 20 ਮਗਰ ਸਾਲ ਲੱਗ ਹੋ ਕੇ ਗਏ, ਉਹਨੇ ਅਸੀਂ ਅਸਰ ਹੈ ਹੀ ਕਰਨਾ ਨਹੀਂ, ਅਸੀਂ ਹੈ ਹੀ ਨਹੀਂ ਤੁਹਾਡੇ ਨਾਲ। ਸੁਖੀ ਸਾਹਿਬ ਕਹਿੰਦੇ 20 ਸਾਲ ਹੋ ਗਏ ਅੱਡੀਆਂ ਰਗੜਦੇ ਕਿਸ ਦੇ, 20 ਸਾਲ ਹੋ ਗਏ ਗੱਲ ਹੀ ਨਹੀਂ ਸੁਣੀ ਕਹਿੰਦੇ ਕਿਸੇ ਨੇ। ਅਸੀਂ ਤੁਹਾਡੇ ਨਾਲ ਹੈ ਹੀ ਨਹੀਂ ਇਹ ਹੋ ਹੀ ਭਾਈ, ਨਹੀਂ ਲਾਸ਼ ਸਕਦੀ ਤੁਹਾਡੇ ਨਾਲ ਹੈ ਹੀ ਨਹੀਂ। ਇਹ ਕਦੇ ਵੀ ਨਹੀਂ ਗੱਲ ਹੋ ਸਕਦੀ। ਪਰ ਸਰ ਸਵਾਲ ਤਾਂ ਇਹੀ ਸੀਗਾ ਨਾ ਸਰ, ਆਉਣਾ ਸ਼ੁਰੂ ਹੋਇਆ ਕਰਕੇ ਉਸ ਤੋਂ ਪਹਿਲਾਂ ਦੇ ਸਿੱਖ ਵੀ ਉੱਥੇ ਬੈਠੇ ਆ, ਸਾਡੇ ਐਸਜੀਪੀਸੀ ਮੈਂਬਰ ਉੱਥੋਂ ਬੈਠੇ ਨੇ, ਕੰਗ ਸਾਹਿਬ, ਉਹ ਵੀ ਤਾਂ ਹਾਊਸ ਆ ਕੇ ਗੱਲ ਕਰਦੇ ਆ ਇਹਨਾਂ ਦੇ ਬਾਰੇ। 20 ਸਾਲ ਤੋਂ ਤੁਸੀਂ ਸਾਡੇ ਪੱਕੜ ਮੈਂਬਰ ਬੈਠੇ ਨੇ, ਇਹ ਐਵੇਂ ਕੋਈ ਡਿਬੇਟ ਚ ਕਹਿੰਦੇ ਨੇ ਕਿ 20 ਸਾਲ ਦੀਆਂ ਫਾਈਲਾਂ ਪਈਆਂ ਨੇ। ਇਹ ਅੱਜ ਦੀ ਨਵੀਂ ਰਾਜਨੀਤੀ। ਸੁਖੀ ਸਾਹਿਬ ਚੈੱਕ ਕਰਾ ਲਿਓ, ਸੁਖੀ ਸਾਹਿਬ ਚੈੱਕ ਕਰਾ ਲਓ ਕਿ ਆਖਿਰ ਉਹਨਾਂ ਨੂੰ ਜਾਣ ਦੀ ਲੋੜ ਕਿਉਂ ਪੈ ਗਈ। ਸਵਾਲ ਇੰਨਾ ਹੈ, ਜੇ ਤੁਸੀਂ ਕਹਿੰਦੇ ਹੋ ਸਰ ਮੇਰੇ ਕੋਲ ਸਮਾਂ ਖਤਮ ਹੋ ਗਿਆ, ਜੇ ਤੁਸੀਂ ਕਹਿੰਦੇ ਹੋ ਕਿ ਸਿੱਖ ਸ਼ਕਤੀ ਸਿੱਖ ਪੰਥ ਜੇ ਕਮਜ਼ੋਰ ਹੋ ਰਿਹਾ ਉਸ ਦੇ ਪਿੱਛੇ ਸਿਆਸੀ ਤਾਕਤਾਂ ਲੱਗੀਆਂ ਹੋਈਆਂ, ਇਹਨਾਂ ਪੋਲੀਟੀਕਲ ਪਾਰਟੀਆਂ ਦੀ ਗੱਲ ਕਰਦੇ ਹੋ, ਤਾਂ ਕਿਤੇ ਨਾ ਕਿਤੇ ਆਪਾਂ ਨੂੰ ਆਪਣੇ ਗਿਰੇਬਾਨ 'ਚ ਵੀ ਝਾਂਕ ਕੇ ਦੇਖਣਾ ਚਾਹੀਦਾ। ਸਾਰੇ ਪੈਨਲਿਸਟ ਜੋ ਕਹਿ ਰਹੇ ਆ 20 ਸਾਲ ਦੀ ਗੱਲ ਡਿਬਡਿਬਾ ਸਾਹਿਬ ਨੇ ਕਹੀ, ਉਸ ਨੂੰ ਤੁਸੀਂ ਚੈੱਕ ਕਰਵਾ ਲਓ ਇੱਕ ਵਾਰ ਕਿ ਜੋ ਕਹਿ ਰਹੇ ਹੋ ਸੱਚ ਹੈ ਕਿ ਨਹੀਂ। ਮੁੜ ਤੋਂ ਚਰਚਾ ਕਰ ਲਾਂਗੇ ਆਪਾਂ। ਸਵਾਲ ਪੰਜਾਬ ਦਾ ਹੈ ਕਿ ਐਸਜੀਪੀਸੀ ਨੂੰ ਕਮਜ਼ੋਰ ਕੌਣ ਕਰ ਰਿਹਾ, ਸਵਾਲ ਇਹ ਹੈ। ਇਹੀ ਅੱਜ ਪੰਜਾਬ ਦਾ ਸਵਾਲ ਸੀਗਾ ਤੇ ਸਵਾਲ ਇਹੀ ਹੈ ਵੱਡਾ ਹੈਗਾ ਕਿ ਸਿੱਖ ਪੰਥ ਕੀ ਕਮਜ਼ੋਰ ਹੋ ਰਿਹਾ, ਉਸ ਨੂੰ ਕੌਣ ਕਮਜ਼ੋਰ ਕਰ ਰਿਹਾ, ਕਿਹੜੀਆਂ ਉਹ ਸ਼ਕਤੀਆਂ ਨੇ, ਲੁਕਵੀਆਂ ਤਾਕਤਾਂ ਨੇ ਜੋ ਕਮਜ਼ੋਰ ਕਰਨ 'ਚ ਲੱਗੀਆਂ ਹੋਈਆਂ ਨੇ।